ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਹਾਂਜੀ, ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਵਿੱਚ ਅਸੀਂ ਉਹ ਮੁੱਦੇ ਲੈਂਦੇ ਹਾਂ ਜਿਹੜੇ ਪੱਖ ਦੇ ਮੁੱਦੇ ਨੇ ਔਰ ਜਿਹੜੇ ਪੰਜਾਬ ਵਿੱਚ ਨਹੀਂ ਬਲਕਿ ਬਾਹਰਲੇ ਦੇਸ਼ਾਂ ਔਰ ਪ੍ਰਦੇਸ਼ਾਂ ਦੇ ਮੁੱਦਿਆਂ ਨੂੰ ਅਸੀਂ ਇਸ ਪ੍ਰੋਗਰਾਮ ਵਿੱਚ ਤੁਹਾਡੀ ਜਾਣਕਾਰੀ ਦਾ ਹਿੱਸਾ ਬਣਾਉਂਦੇ ਹਾਂ। ਅਤੇ ਖੰਨਾ ਜੀ, ਸਾਡੇ ਦਰਸ਼ਕਾਂ ਨਾਲ ਉਹ ਸਾਂਝਾ ਕਰੋ ਮੁੱਦਾ ਜਿਹੜਾ ਬਿਲਕੁਲ ਇਸ ਵੇਲੇ ਪੱਖ ਰਿਹਾ। ਬਿਲਕੁਲ ਜੀ, ਰਾਹੁਲ ਗਾਂਧੀ ਆਪਾਂ ਸਾਰੇ ਜਾਣਦੇ ਹਾਂ ਭਾਰਤ ਜੋੜੋ ਯਾਤਰਾ 'ਤੇ ਨਿਕਲੇ ਜੀ, ਤਾਂ ਉਹਦਾ ਅੱਛਾ ਇੱਕ ਸੁਨੇਹਾ ਵੀ ਦਿੱਤਾ ਅਤੇ ਅੱਛਾ ਇੱਕ ਉਹਨਾਂ ਨੂੰ ਰਿਸਪੌਂਸ ਵੀ ਮਿਲਿਆ ਹੈ। ਕਹਿੰਦੇ ਨੇ ਕਾਫੀ ਕੱਦ ਵਧਿਆ ਅਤੇ 2024 ਦੀਆਂ ਚੋਣਾਂ ਦੇ ਵਿੱਚ ਸ਼ਾਇਦ ਕਾਂਗਰਸ ਦੇ ਉਹ ਸਾਰਾ ਕੰਮ ਆਵੇ ਅਤੇ ਉਹ ਇੱਕ ਚੁਣੌਤੀ ਦੇ ਸਕਣ BJP ਨੂੰ ਅਤੇ ਨਾਲ ਹੋਰ ਵੀ ਵਿਰੋਧੀ ਧਿਰ ਉਹਨਾਂ ਨੂੰ ਮਿਲ ਕੇ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਤਾਂ ਇੱਕ ਪੱਖ ਰਿਹਾ। ਦੂਜਾ ਪੱਖ ਇਹ ਕਿ ਜਦੋਂ ਜਲੰਧਰ ਵਿੱਚੋਂ ਉਹਨਾਂ ਦੀ ਯਾਤਰਾ ਨਿਕਲ ਰਹੀ ਹੈ ਤਾਂ ਚੌਧਰੀ ਸੰਤੋਖ ਸਿੰਘ ਜੋ ਜਲੰਧਰ ਤੋਂ ਨੇ ਉਹ ਵੀ ਉਹਨਾਂ ਦੇ ਨਾਲ ਨੇ, ਮੰਤਰੀ ਸਾਹਿਬ ਨੇ, ਅਤੇ ਉਹ ਤਬੀਅਤ ਵਿਗੜੀ ਇਸ ਯਾਤਰਾ ਦੇ ਦੌਰਾਨ ਅਤੇ ਬਾਅਦ ਵਿੱਚ ਹਸਪਤਾਲ ਵਿੱਚ ਆ ਕੇ ਉਹ ਸਵਰਗਵਾਸ ਹੋਏ। ਤਾਂ ਉਹਨਾਂ ਦੀ ਥਾਂ ਖਾਲੀ ਹੈ। ਤਾਂ ਹੁਣ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਜਲੰਧਰ ਦੇ ਵਿੱਚ। ਸੋ ਇਹਦੇ ਬਾਰੇ ਆਪਾਂ ਆਪਣੇ ਦਰਸ਼ਕਾਂ ਨਾਲ ਗੱਲਬਾਤ ਕਰਨੀ ਹੈ। ਹਾਂ, ਇਹ ਮਾਮਲਾ ਜਿਹੜਾ ਹੈਗਾ ਪੂਰਾ ਪੰਜਾਬ ਦਾ ਇਸ ਵੇਲੇ ਵੱਡਾ ਇਸ਼ੂ ਬਣਿਆ ਔਰ ਇਹਦੇ ਵਿੱਚ ਜਿਹੜੀਆਂ ਚਾਰੇ ਪਾਰਟੀਆਂ ਉਹਨਾਂ ਨੇ ਆਪਣੇ ਆਪਣੇ ਨੁਮਾਇੰਦੇ ਕੈਂਡੀਡੇਟ ਜਿਹੜੇ ਆ ਨੋਮੀਨੇਟ ਕਰ ਦਿੱਤੇ ਆ। ਕੱਲ੍ਹ ਹੀ ਉਹਦਾ ਨਾਮਜ਼ਦਗੀ ਪੱਤਰ ਜਿਹੜੇ ਆ ਉਹ ਦਾਖਲ ਹੋਏ ਆ ਔਰ ਇਹਦੇ ਵਿੱਚ ਜਿਹੜੀਆਂ ਪਾਰਟੀਆਂ ਆਉਂਦੀਆਂ ਨੇ ਜਲੰਧਰ ਦੀਆਂ ਸੜਕਾਂ 'ਤੇ ਆਪਣੇ ਆਪਣੇ ਸੰਪਰਕ ਪੈਦਾ ਕਰਦੀਆਂ ਲੋਕਾਂ ਨਾਲ ਔਰ ਉਹਦੇ ਵਿੱਚ ਆਪ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਅਤੇ ਉਹਨਾਂ ਨਾਲ ਕੇਜਰੀਵਾਲ ਜੀ ਆਏ ਸੀਗੇ। ਉਹਨਾਂ ਨੇ ਇੱਥੇ ਰੋਡ ਸ਼ੋਅ ਵੀ ਸ਼ੁਰੂ ਕੀਤਾ ਔਰ ਲੋਕਾਂ ਨੂੰ ਮਿਲੇ ਵੀ ਅਤੇ ਕੱਲ੍ਹ ਹੀ ਉਹਨਾਂ ਨੂੰ ਫਿਰ ਆਪ ਪਾਰਟੀ ਦੇ ਨੁਮਾਇੰਦਿਆਂ ਨੇ ਔਨਰ ਕੀਤਾ, ਇੱਥੇ ਸਵਾਗਤ ਕੀਤਾ, ਸਨਮਾਨ ਕੀਤਾ ਉਹਨਾਂ ਦਾ। ਖਾਸ ਤੌਰ 'ਤੇ ਪੰਜਾਬ ਦੇ ਇਸ ਜਲੰਧਰ ਸ਼ਹਿਰ ਵਿੱਚ ਇਸ ਵੇਲੇ ਵਹੀਰਾਂ ਕੱਤ ਕੇ ਜਿਹੜੇ ਸਾਰੇ ਪਾਰਟੀ ਦੇ ਨੁਮਾਇੰਦੇ, ਉਹਨਾਂ ਦੇ ਆਗੂ, ਪਾਰਟੀਆਂ ਦੇ ਸਾਰੇ ਕਰਤਾ ਧਰਤਾ ਇੱਥੇ ਆਉਂਦੇ ਰਹਿੰਦੇ ਆ ਲੋਕਾਂ ਨੂੰ ਸੰਪਰਕ ਦੇ ਵਿੱਚ ਲੈਣ ਲਈ। ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਕਰਮਜੀਤ ਚੌਧਰੀ ਜਿਹੜੇ ਉਹਨਾਂ ਦੇ ਸੰਤੋਖ ਸਿੰਘ ਜੀ ਸੁਰਗਵਾਸ ਹੋ ਗਏ ਸੀ, ਉਹਨਾਂ ਦੇ ਵਾਈਫ ਨੇ, ਉਹਨਾਂ ਨੂੰ ਰਾਹੁਲ ਗਾਂਧੀ ਜੀ ਉਦੋਂ ਹੀ ਨੋਮੀਨੇਟ ਕਰ ਗਏ ਸੀਗੇ ਆਉਣ ਵਾਲੀ ਇਲੈਕਸ਼ਨ 'ਚ। ਉਹਨਾਂ ਨੂੰ ਪਤਾ ਸੀ ਕਿ ਇਹਨਾਂ ਦੀ ਡੈਥ ਹੋ ਗਈ ਆ, ਉਪ ਚੋਣਾਂ ਹੋਣਗੀਆਂ ਔਰ ਸਾਡੇ ਕੈਂਡੀਡੇਟ ਜਿਹੜੇ ਆ ਇਹ ਨੇ ਔਰ ਉਹਨਾਂ ਦੇ ਲਈ ਵੀ ਇਸ ਵੇਲੇ ਲੋਕਾਂ ਦਾ ਸੰਪਰਕ ਜਾਰੀ ਆ ਔਰ ਪੰਜਾਬ ਦੇ ਲੋਕ ਸਾਰੇ ਉਹਨਾਂ ਦੇ ਘਰਾਂ 'ਚ ਆਉਂਦੇ ਜਾਂਦੇ। ਉਹ ਵੀ ਇਸ ਵੇਲੇ ਸ਼ੁਰੂ ਕਰ ਦਿੱਤੀ ਉਹਨਾਂ ਨੇ ਮੁਹਿੰਮ ਚੋਣਾਂ ਦੀ ਔਰ ਬਾਕੀ ਪਾਰਟੀਆਂ ਦੇ ਵੀ ਜਿਹੜੇ ਲੋਕ ਨੇ ਉਹਨਾਂ ਦੇ ਸੰਪਰਕ 'ਚ ਆ ਰਹੇ ਆ ਔਰ ਜਿਹੜਾ ਅਕਾਲੀ ਦਲ ਉਹਨਾਂ ਨੇ ਸੁਖਵਿੰਦਰ ਰਾਮ ਜੀ ਜਿਹੜੇ ਕੈਂਡੀਡੇਟ ਨੇ ਬੰਗੇ ਤੋਂ ਵਿਧਾਇਕ ਨੇ, ਉਹ ਇਸ ਵੇਲੇ ਵਿਧਾਇਕ ਵੈਸੇ, ਉਹਨਾਂ ਨੂੰ ਵੀ ਇਸ ਤਰ੍ਹਾਂ ਨੋਮੀਨੇਟ ਕਰ ਦਿੱਤਾ। ਆਪ ਪਾਰਟੀ ਨੇ ਭਗਵੰਤ ਮਾਨ ਨੇ ਉਹਨਾਂ ਦਾ ਨਾਂ ਅਨਾਉਂਸ ਕਰਤਾ ਸੁਸ਼ੀਲ ਰਿੰਕੂ ਦਾ ਔਰ ਉਹ ਪਹਿਲਾਂ ਕਾਂਗਰਸ ਦੇ 2 ਵਾਰ ਵਿਧਾਇਕ ਰਹਿ ਚੁੱਕੇ ਨੇ। ਹਾਂ, ਪਰ ਉਹਦੇ ਵਿੱਚ ਇਹ ਇੱਕ ਬੜਾ ਵੱਡਾ ਖਲਜਗਣ ਪਿਆ ਸੀਗਾ ਕਿ ਜਿਹੜੇ ਪ੍ਰਤਾਪ ਸਿੰਘ ਬਾਜਵਾ ਜਾਂ ਇਹਨਾਂ ਦੇ ਆਗੂ ਨੇ ਕਾਂਗਰਸ ਦੇ, ਉਹਨਾਂ ਨੇ ਕਿਹਾ ਕਿ ਇਹਨਾਂ ਦੇ ਕੈਂਡੀਡੇਟ ਮੁੱਕ ਗਿਆ ਔਰ ਇਹਨਾਂ ਨੂੰ ਬਾਕੀ ਕੈਂਡੀਡੇਟ ਨਹੀਂ ਲੱਭਾ, ਸਾਡੀ ਪਾਰਟੀ 'ਚੋਂ ਕੈਂਡੀਡੇਟ ਨੂੰ ਖਿਸਕਾ ਲਿਆ, ਉਹ ਕਰ ਲਿਆ। ਪਰ ਇਹਨਾਂ ਨੂੰ ਉਹ ਵੀ ਚਾਹੀਦਾ ਹੈਗਾ ਇਹੋ ਜਿਹਾ ਬਿਆਨ ਦੇਣ ਲੱਗਾ ਕਿ ਜਦੋਂ ਬੰਦਾ ਛੜੱਪਾ ਮਾਰ ਕੇ ਇੱਧਰ ਚਲੇ ਗਿਆ, ਉਹ ਕੀ ਗੱਲ ਉਹ ਰੱਜਿਆ ਨਹੀਂ ਸੀਗਾ MLA ਬਣ ਕੇ ਜਾਂ ਇੱਧਰ ਆਗੂ ਬਣ ਕੇ, ਉਹ ਫਿਰ ਇਹਨਾਂ ਨੂੰ ਪਤਾ ਵੀ ਝੁਕਦਾ ਛਾਬਾ ਹੈਗਾ। ਇਸ ਵੇਲੇ ਪਾਰਟੀ ਜਿਹੜੀ ਹੈ ਰੂਲਿੰਗ ਪਾਰਟੀ ਹੈ ਪੰਜਾਬ ਦੀ ਔਰ ਇਹਦੇ ਕੋਲ ਇਸ ਵੇਲੇ ਸਾਰੀ ਤਾਕਤ ਹੈ ਇਹਨਾਂ ਦੇ ਹੱਥ ਵਿੱਚ। ਇਹਨਾਂ ਕੋਲ ਪੈਸਾ ਵੀ ਹੈਗਾ, ਸਾਰਾ ਕੁਛ ਹੈਗਾ, ਮੈਨੂੰ ਕੋਲੋਂ ਪੈਸਾ ਨਹੀਂ ਖਰਚਣਾ ਪਊਗਾ, ਸਾਰਾ ਕੁਛ ਇਹ ਕਰਨਗੇ। ਫਿਰ ਕਰਤਾਰਪੁਰ ਜਾ ਕੇ ਉਹਨਾਂ ਨੂੰ ਇਹਦਾ ਨਾਂ ਅਨਾਉਂਸ ਕੀਤਾ ਉਹਨਾਂ ਨੇ, ਉੱਥੇ ਰੈਲੀ ਹੋਈ ਔਰ ਇਸ ਵੇਲੇ ਜਿਹੜਾ ਆਪ ਸਰਕਾਰ ਆ ਜਾਂ ਆਪ ਪਾਰਟੀ ਆ ਉਹਦਾ ਜਿਹੜਾ ਭਖਵਾਂ ਜਿਹੜਾ ਇਹ ਮਾਮਲਾ ਹੈਗਾ ਉਹ ਇਸ ਵੇਲੇ ਪੂਰੇ ਲੋਕਾਂ ਦਾ ਸੰਪਰਕ ਕਰ ਰਹੇ ਆ। ਭਗਵੰਤ ਮਾਨ ਜੀ ਬਹੁਤ ਵਾਰੀ ਇੱਥੇ ਆ ਚੁੱਕੇ ਆ, ਉਹਨਾਂ ਦੇ ਨਾਲ ਬਾਕੀ ਲੀਡਰ ਵੀ ਆਏ ਆ, ਕੇਜਰੀਵਾਲ ਸਾਹਿਬ ਖੁਦ ਇੱਥੇ ਆਏ ਆ ਔਰ ਉਹਨਾਂ ਨੇ ਜਦੋਂ ਨਾਂ ਅਨਾਉਂਸ ਕੀਤਾ ਤਾਂ ਉਦੋਂ ਲੋਕ ਬਾਅਦ ਉਹ ਜਿਹੜੇ ਆਪਣੇ ਸੁਸ਼ੀਲ ਰਿੰਕੂ ਜੀ ਉਹਨਾਂ ਨੇ ਲੋਕਾਂ ਦੇ ਸੰਪਰਕ 'ਚ ਆਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਆਲਰੇਡੀ ਉਹ ਇੱਥੇ ਇਲੈਕਸ਼ਨ ਲੜ ਚੁੱਕੇ ਆ। ਉਹਨਾਂ ਨੂੰ ਸਾਰੇ ਮੂਲ ਮੁੱਦਿਆਂ ਦਾ ਦਾਅ ਪੇਚ ਪਤਾ ਨਹੀਂ ਪਤਾ, ਹਾਂ ਉਹਨਾਂ ਨੂੰ ਪਤਾ ਹੈ ਮੂਲ ਮੁੱਦੇ ਨਹੀਂ ਦਾਅ ਪੇਚ ਵੀ। ਚਲੋ ਇਹ ਕਰ ਲਓ ਦਾਅ ਪੇਚ। ਮੂਲ ਮੁੱਦਿਆਂ ਦਾ ਤਾਂ ਜੋ ਹਾਲ ਹੁੰਦਾ ਸਾਨੂੰ ਸਭ ਨੂੰ ਪਤਾ। ਮੂਲ ਮੁੱਦੇ ਤਾਂ ਬਾਅਦ 'ਚ ਆਉਂਦੇ ਨਾ ਵਿਕਾਸ ਦੇ। ਬਿਲਕੁਲ ਉਹਨਾਂ ਤੋਂ ਉਹ ਜਾਣੂ ਹੈਗੇ ਆ ਜਿਹੜੇ ਇਸ ਵੇਲੇ ਉਹਨਾਂ ਦੇ ਸਾਰੇ ਹੈਗੇ ਆ ਚੱਲਣ ਵਾਲੇ ਔਰ ਉਹਦੇ ਨਾਲ ਇਹਨਾਂ ਨੇ ਤਦ ਇਹਨਾਂ ਨੂੰ ਚੁਣਿਆ ਕਿ 2 ਵਾਰੀ ਬਣੇ ਆ। ਇਹਨਾਂ ਦੇ ਸੰਪਰਕ 'ਚ ਲੋਕ ਹੈਗੇ ਆ, ਇਹਨਾਂ ਦੇ ਵੋਟ ਬੈਂਕ ਤਕੜਾ, ਇਸ ਕਰਕੇ ਭਗਵੰਤ ਮਾਨ ਨੇ ਸਲਾਹ ਲਈ ਆਪਣੇ ਲੀਡਰਾਂ ਦੀ ਕਿਉਂਕਿ ਇਹਨਾਂ ਦੇ ਵਿੱਚ ਲੀਡਰ ਅੰਦਰ ਖਾਤੇ ਗੱਲਬਾਤ ਹੋਈ ਹੋਣੀ ਆ ਵੀ ਜਲੰਧਰ ਤੋਂ ਕਿਹਨੂੰ ਚੁਣਿਆ ਜਾਵੇ। ਇਹ ਭੱਜ ਦੌੜ ਰਹੀ ਉਹਨਾਂ ਜਦੋਂ ਗੁਣਾ ਮਾਰਿਆ ਅਤੇ ਇਹਨਾਂ 'ਤੇ ਆ ਪਿਆ ਗੁਣਾ ਔਰ ਇਹਦੇ ਵਿੱਚ ਸੁਸ਼ੀਲ ਰਿੰਕੂ ਜੀ ਆ ਗਏ। ਇਸ ਵੇਲੇ ਸਾਰੀਆਂ ਦੇ ਨਜ਼ਰਾਂ ਆਪ ਸਰਕਾਰ ਦੇ ਕੈਂਡੀਡੇਟ 'ਤੇ ਹੈਗਾ
ਹੁਣ ਨਾਮਜ਼ਦਗੀ ਪੱਤਰ ਵੀ ਦਾਖਲ ਹੋ ਗਏ ਆ, ਨਾਮ ਵਾਪਸ ਲੈਣ ਦਾ ਵੀ ਡੇਟ ਹੋ ਜੂਗੀ ਔਰ 10 ਮਈ ਤੱਕ ਇਹ ਸਾਰਾ ਫਾਈਨਲ ਹੋ ਜਾਏ। ਜਿਹੜਾ ਇਹ ਕਿੱਸਾ ਬਾਹਰ ਆ ਜਾਣਾ। ਸੋ ਕਾਂਗਰਸ ਵੱਲੋਂ ਤਾਂ ਇਹ ਵੀ ਬਿਆਨ ਆ ਰਿਹਾ ਕਿ ਬਣਨਾ ਕੁਝ ਨਹੀਂ, ਆਮ ਆਦਮੀ ਪਾਰਟੀ ਦਾ ਭਾਵੇਂ ਜੋ ਮਰਜ਼ੀ ਕਰ ਲੈਣ, ਭਾਵੇਂ ਸਾਡਾ ਬੰਦਾ ਤੋੜ ਕੇ ਆਪਣੇ ਵੱਲ ਲੈ ਗਏ ਨੇ, ਉਹ ਤਾਂ ਬਿਲਕੁਲ ਓਪਨ ਬੋਲਦੇ ਨੇ। ਬਾਕੀ ਤੁਸੀਂ ਮੂਲ ਮੁੱਦਿਆਂ ਦੀ ਗੱਲ ਕੀਤੀ ਹੈ, ਮੂਲ ਮੁੱਦੇ ਤਾਂ ਲੱਗਦੇ ਨੇ ਜਦੋਂ ਆਜ਼ਾਦੀ ਮਿਲੀ ਹੈ ਨਾ ਸਾਨੂੰ 1947 ਚ, ਉਹ ਜਿਹੜੇ ਮੂਲ ਮੁੱਦੇ ਉਦੋਂ ਸੀ ਉਹੀ ਮੂਲ ਮੁੱਦੇ ਅੱਜ ਨੇ, ਉਹ ਮੂਲ ਮੁੱਦੇ ਨਹੀਂ ਹੱਲ ਹੋਏ, ਕਿਉਂਕਿ ਉਹਨਾਂ ਮੂਲ ਮੁੱਦਿਆਂ ਦੇ ਆਲੇ ਦੁਆਲੇ ਤਾਂ ਰਾਜਨੀਤੀ ਬੁਣੀ ਜਾਂਦੀ ਹੈ ਤੇ ਵੋਟ ਬੈਂਕ ਖੜਾ ਕੀਤਾ ਜਾਂਦਾ ਹੈ। ਜੇ ਮੂਲ ਮੁੱਦੇ ਹੱਲ ਹੋ ਗਏ ਤਾਂ ਫਿਰ ਰਾਜਨੀਤੀ ਕਿਸ ਆਧਾਰ ਤੇ ਕਰਨੀ ਹੈ? ਇਹ ਮੂਲ ਮੁੱਦੇ ਨੇ, ਇਹ ਤਾਂ ਪਹਾੜੇ ਆ, ਉਹੀ ਪਹਾੜੇ ਹਰ ਵਾਰ, ਉਹੀ ਪਹਾੜੇ ਚਾਰ ਹੀ ਰਹਿਣਾ, ਗਰੀਬੀ ਦੂਰ ਕਰਾਂਗੇ, ਦੋ ਦੁਨੀ ਪੰਜ ਨਹੀਂ ਹੋਣਾ, ਨੌਕਰੀਆਂ ਦਵਾਂਗੇ, ਹਾਂ ਉਸੇ ਕਰਾਈਏ, ਉਦਾਂ ਹੀ ਚੱਲੀ ਜਾਂਦਾ। ਉਹੀ ਬਸ ਉਹ ਗੋਂਗਲੂਆਂ ਨਾਲੋਂ ਮਿੱਟੀ ਝਾੜ ਦਿੰਦੇ ਨੇ ਜਿੰਨਾ ਜਿਹਦਾ ਵਸ ਚੱਲਦਾ ਹੈ। ਬਾਕੀ ਇਹ ਰਿਹਾ ਬਲਕਾਰ ਜੀ, ਆਪਾਂ ਹਮੇਸ਼ਾ ਇਹ ਦੇਖਦੇ ਰਹੇ ਹਾਂ ਕਿ ਜਿਹੜੇ ਵਾਕਈ ਵੀ ਵਧੀਆ ਬੰਦੇ ਰਾਜਨੀਤੀ ਵਿੱਚ ਹੈਗੇ ਨੇ ਉਹਨਾਂ ਦੀ ਚੱਲਦੀ ਨਹੀਂ, ਜੇ ਚੱਲਦੀ ਹੈ ਤਾਂ ਬਹੁਤ ਘੱਟ ਚੱਲਦੀ ਹੈ। ਤੇ ਬਾਕੀ ਜਿਨ੍ਹਾਂ ਦੀ ਚੱਲਦੀ ਹੈ, ਉਹ ਜਿਨ੍ਹਾਂ ਦਾ ਕਹਿੰਦੇ ਨੇ ਨਾ ਡਾਡੇ ਦਾ 27-100 ਹੁੰਦਾ, ਉਹਨਾਂ ਦੀ ਜਿਹੜੀ ਚੱਲਦੀ ਹੈ ਉਹ ਫਿਰ ਮੂਲ ਬੱਦੇ ਕਿਤੇ ਦੂਜੇ ਪਾਸੇ ਰਹਿ ਜਾਂਦੇ ਨੇ, ਕਿਉਂਕਿ ਇਹਨਾਂ ਨੂੰ ਨਾ ਇਲੈਕਸ਼ਨ ਜਿੱਤਣ ਦਾ ਜਿਹੜਾ ਆਰਟ ਹੈ ਉਹ ਬੜਾ ਬਖੂਬੀ ਆ ਗਿਆ। ਵੈਸੇ ਸੁਰਮਾ ਸਾਰੇ ਪਾਉਂਦੇ ਆ, ਪਰ ਸੁਰਮਾ ਪਾ ਕੇ ਮਟਕਾਉਣਾ ਸਾਰਿਆਂ ਨੂੰ ਨਹੀਂ ਆਉਂਦਾ। ਇਹ ਉਹਨਾਂ ਦੇ ਜਿਹੜੇ ਨੇਤਾ ਨੇ ਨਾ, ਜਿਹੜੇ ਉਹ ਵੱਡੇ ਨੇਤਾ ਦੇ ਨੇੜੇ ਰਹਿੰਦੇ ਆ, ਉਹ ਦਿੱਲੀ ਹਾਈ ਕਮਾਂਡ ਕੋਲ ਵੀ ਜਾਂਦੇ ਆ। ਕਾਂਗਰਸ ਇਹੀ ਰਿਹਾ ਹੈਗਾ, ਜਿਹੜੇ ਇੱਥੋਂ ਭੱਜ ਕੇ ਰਾਹੁਲ ਗਾਂਧੀ ਕੋਲ ਦੌੜ ਜਾਂਦੇ ਸੀ, ਉਹ ਫਿਰ ਉਹਦੇ ਬਾਅਦ ਮੁੱਖ ਮੰਤਰੀ ਬਣਨ ਦੇ ਵੀ ਨੇੜੇ ਆ ਗਏ, ਕਈ ਉੱਥੋਂ ਦੀ ਪ੍ਰਧਾਨਗੀ ਵੀ ਲੈ ਗਏ ਕਾਂਗਰਸ ਵਾਲੇ ਪਾਰਟੀ ਦੀ। ਔਰ ਇਸੇ ਤਰ੍ਹਾਂ ਹੀ ਜੇ ਕੋਈ ਸਰਕਾਰੀ ਅਧਿਕਾਰੀ ਵਿਚਾਰਾ ਜੇ ਕੋਈ ਇਮਾਨਦਾਰੀ ਦਿਖਾਉਂਦਾ, ਵੱਡੀ ਰਿਸ਼ਵਤ ਤੋਂ ਦੂਰ ਰਹਿੰਦਾ, ਲੋਕਾਂ ਦੇ ਕੰਮ ਕਰਦਾ, ਉਹਦੀਆਂ ਸ਼ਿਕਾਇਤਾਂ ਚੱਲ ਜਾਂਦੀਆਂ, ਉਹਦੀ ਫਿਰ ਬਦਲੀ ਦੂਜੇ ਦਿਨ ਹੀ ਹੋ ਜਾਂਦੀ ਆ। ਇਸੇ ਤਰ੍ਹਾਂ ਘਰਾਂ 'ਚ ਵੀ ਹੈਗਾ, ਜਿਹੜਾ ਬਾਪੂ ਦੇ ਨੇੜੇ ਜ਼ਿਆਦਾ ਰਹਿੰਦਾ ਉਹਨੂੰ ਘਰ ਦੀ ਇੱਧਰਲੀ ਉੱਧਰੀ ਦੱਸਦਾ ਵਾ, ਉਹਦਾ ਬੋਝਾ ਭਰਿਆ ਰਹਿੰਦਾ। ਜਿਹੜੇ ਵਿਚਾਰੇ ਕੰਮ ਕਰਨ ਵਾਲੇ ਉਹ ਹਮੇਸ਼ਾ ਨਹਾਉਣ ਤੋਂ ਵੀ ਤੰਗ ਰਹਿੰਦੇ ਆ, ਉਹ ਵਿਚਾਰੇ ਭੱਜ ਨੱਠ ਕੇ ਪੱਠੇ ਵਾਲੇ ਡੰਗਰ ਹਮੇਸ਼ਾ ਆਉਂਦਾ। ਜਿਹੜਾ ਕੰਮ ਕਰਨ ਵਾਲਾ ਬੰਦਾ ਉਹਦਾ ਦਿਮਾਗ ਇਸ ਪਾਸੇ ਨਹੀਂ ਜਾਂਦਾ। ਲੋਕਾਂ ਨੂੰ ਖਿੱਚਣ ਲਈ ਇੱਕ ਆਰਟ ਆ, ਲੋਕਾਂ ਨੂੰ ਉਹ ਝੂਠਾ ਬੋਲਣ ਦਾ ਜਾਂ ਅਮੂਲ ਮੁੱਦੇ ਜਿਹੜੇ ਰੱਖਣ ਵਾਲੀ ਗੱਲ ਉਹ ਹੈਗਾ। ਉਹਦੇ 'ਚ ਲੀਡਰ ਵੀ ਬਣਦਾ, ਉਹਦੇ 'ਚ ਤੁਹਾਡਾ ਘਰ ਦਾ ਚੌਧਰੀ ਵੀ ਬਣਦਾ, ਉਹਦੇ 'ਚ ਅਧਿਕਾਰੀ ਵੀ ਅੱਗੇ ਚੱਲ ਜਾਂਦਾ। ਹੁਣ ਕਿੰਨੇ ਅਧਿਕਾਰੀ ਫੜੇ ਗਏ ਆ, ਕਿੰਨਿਆਂ ਨੇ ਉੱਤੇ ਜਿਹੜਾ ਤਸਕਰੀ ਦਾ ਆਰੋਪ ਲੱਗਿਆ, ਤਸਕਰੀ ਦਾ ਪੁਲਿਸ ਇੰਸਪੈਕਟਰ ਔਰ ਉਹਦੇ 'ਚ ਸਿਪਾਹੀ ਤੋਂ ਇੰਸਪੈਕਟਰ ਬਣ ਗਿਆ, IG ਤੱਕ ਵੀ ਹੈਗੇ, ਐਡੀਸ਼ਨਲ IG ਜਿਹੜੇ ਹੈਗੇ ਆ ਰਾਜਜੀਤੀ, ਉਹ ਵੀ ਫੜੇ ਗਏ। ਫੜੇ ਤਾਂ ਨਹੀਂ ਗਏ, ਮਤਲਬ ਉਹਨਾਂ 'ਤੇ ਦੋਸ਼ ਮੜਿਆ ਗਿਆ। ਔਰ ਇਹਦੇ ਨਾਲ ਕਈ ਹੋਰ ਵੀ ਇਨਵੋਲਵ ਹੋਣਗੇ। ਇਹਦੇ ਨਾਲ ਬਹੁਤ ਜਿਹੜੇ ਪੁਲਿਸ ਅਫਸਰ ਦੇਖ ਲਓ ਕੀ ਕਰ ਰਿਹਾ। ਉਹ ਸੱਚੀ ਗੱਲ ਤਾਂ ਉਹੀ ਜਿਹੜੇ ਮੁਹਾਵਰੇ ਬਣੇ ਆ, ਵਾੜ ਖੇਤ ਨੂੰ ਖਾਈ ਜਾ ਰਹੀ ਹੈ। ਜਿਹੜਾ ਤੁਸੀਂ ਸੁਰਮੇ ਦੀ ਗੱਲ ਕੀਤੀ ਹੈ ਨਾ, ਸੁਰਮਾ ਪਾਉਣਾ ਹੁੰਦਾ, ਮਟਕਾਉਣਾ ਨਹੀਂ ਹੁੰਦਾ। ਮਟਕਾਉਣਾ ਵੀ ਹੁੰਦਾ, ਸੁਰਮਾ 5 ਰੱਤੀਆਂ ਪਾ ਕੇ ਵੋਟ ਤੇ ਚੜ ਗਈ, ਸੁਰਮਾ 5 ਰੱਤੀਆਂ ਇਹ ਪਾ ਕੇ ਮਟਕਾਉਂਦੇ ਵੀ ਬਹੁਤ ਵਧੀਆ ਨੇ, ਕਿਉਂਕਿ ਇਹਨਾਂ ਨੂੰ ਕਲਾ ਆਉਂਦੀ ਹੈ ਕਿੱਦਾਂ ਲੋਕਾਂ ਨੂੰ ਘੁਮਾ ਕੇ ਲੈ ਕੇ ਆਉਣਾ ਔਰ ਵੋਟਾਂ ਆਪਣੇ ਹੱਕ 'ਚ ਪਾਉਣੀਆਂ ਨੇ। ਤੇ ਦੂਜੇ ਤੁਸੀਂ ਕਿਹਾ ਕਿ ਉਹ ਜਿਹੜੇ ਪੁੱਤ ਬਾਪੂ ਦੇ ਨੇੜੇ ਨਹੀਂ ਰਹਿੰਦੇ, ਉਹਨਾਂ ਨੂੰ ਨਹਾਉਣ ਨੂੰ ਵੀ ਨਹੀਂ ਮਿਲਦਾ। ਕੋਈ ਬੰਦਾ ਸੀ ਨਾ, ਸਭ ਨੂੰ ਪਤਾ ਸੀ ਨਹਾਉਂਦਾ ਨਹੀਂ ਹੈਗਾ, ਸਾਬਣ ਲੈਣ ਚਲਾ ਗਿਆ ਦੁਕਾਨ ਤੇ, ਦੁਕਾਨਦਾਰ ਵੀ ਜਾਣਦਾ ਸੀ ਨਹਾਉਂਦਾ ਨਹੀਂ ਹੈਗਾ। ਉਹਨੂੰ ਜਾ ਕੇ ਕਹਿੰਦਾ ਇੱਕ ਟਿੱਕੀ ਸਾਬਣ ਦੇ ਦੇ, ਕਹਿੰਦਾ ਭਰਾਵਾ ਇੱਕ ਟਿੱਕੀ ਦੀ ਥਾਂ ਤੇ ਭਾਵੇਂ 1 ਦਰਜਨ ਲੈ ਜਾ, ਮੈਨੂੰ ਪਤਾ ਹੈ ਨਹਾਉਣਾ ਤੂੰ ਫਿਰ ਵੀ ਨਹੀਂ, ਨਹਾਉਣਾ ਤੂੰ ਫਿਰ ਜਾ ਕੇ ਵੇਚ ਦੇਣੀ ਆ। ਇਹੀ ਆ। ਕਈ ਤਾਂ ਨਹਾਉਂਦੇ ਪਤਾ ਕਦੋਂ, ਵਿਸਾਖੀ ਤੇ, ਲੋਹੜੀ ਤੇ, ਦੀਵਾਲੀ ਤੇ। ਕਈ ਤਾਂ ਨਹਾਉਂਦੇ ਨਹੀਂ ਹੈਗੇ, ਉਹ ਕਹਿੰਦੇ ਜਦੋਂ ਸਾਰਾ ਕੁਝ ਨਹਾ ਲਿਆ ਤਾਂ ਅਸੀਂ ਪਤਲੇ ਹੋ ਜਾਣਾ, ਨਾ ਨਹਾਈਏ ਤੇ ਅਸੀਂ ਥੋੜੇ ਪੂਰੇ ਤੰਦਰੁਸਤ ਰਹਾਂਗੇ। ਲੋਕੀ ਪਤਾ ਨਹੀਂ ਕਹਿੰਦਾ ਮਹੀਨਾ ਕਿਵੇਂ ਨਹੀਂ ਨਹਾਉਂਦੇ, ਇੱਥੇ 27-28 ਦਿਨ ਹੋ ਜਾਣ ਜੀ ਕਾਲਾ ਪੈਣ ਲੱਗ ਪੈਂਦਾ। ਉਹੀ ਗੱਲ ਆ ਵੀ 2-3 ਦਿਨ ਨਹੀਂ ਨਹਾਉਂਦੇ ਤੇ ਜੀ ਕਰਦਾ ਨਹਾਉਣ ਨੂੰ। ਪਰ ਹੁਣ ਗਰਮੀ ਆ ਗਈ, ਹੁਣ ਨਹਾਉਣ ਤੋਂ ਬਗੈਰ ਨਹਾਉਂਦਾ ਹੈ। ਹੁਣ ਰਾਤੀ ਵੀ ਮੀਂਹ ਪਿਆ, ਥੋੜੀ ਠੰਡਕ ਹੋਈ ਹੈ ਮੌਸਮ ਦੇ ਵਿੱਚ, ਪਰ ਇਹ ਹੈ ਕਿ ਫਸਲਾਂ ਸਹੀ ਰਹਿਣ। ਇਹ ਮੁੱਦਾ ਵੈਸੇ ਕਰ ਹੀ ਲਓ, ਜਿਹੜਾ ਫਸਲਾਂ ਵਾਲਾ ਹੈਗਾ, ਗੜੇ ਵੀ ਪੈ ਗਏ ਆ, ਬਿਲਕੁਲ ਪਏ। ਇਹਦੇ ਵਿੱਚ ਕਿਸਾਨ ਫਿਰ ਚਿੰਤਾ ਦੇ ਵਿੱਚ ਆ ਗਏ ਆ। ਇਸ ਵੇਲੇ ਸਾਰੇ ਕਿਸਾਨ ਜਿਹੜੇ ਆ ਉਹ ਦੇਖ ਰਹੇ ਆ ਕਿ ਵਾਢੀ ਨੂੰ ਲੱਗੀ ਬ੍ਰੇਕ। ਇਸ ਵੇਲੇ ਵਾਢੀ ਰੁਕ ਗਈ ਆ ਕਣਕ ਦੀ, ਕਿਉਂਕਿ ਕਣਕਾਂ ਫਿਰ ਵਿਛ ਗਈਆਂ। ਖੁੱਲੇ ਸਮਾਨ ਦੇ ਥੱਲੇ ਕਣਕਾਂ ਜਿੱਥੇ ਖੜੀਆਂ ਬਚੀਆਂ ਉਹ ਸੀ ਜਿਹੜੀ ਨੀਵੇਂ ਥਾਂ ਤੇ, ਜਿੱਥੇ ਲੋਕਾਂ ਨੇ ਆਪਣੀਆਂ ਇੱਟਾਂ ਪੱਥਣ ਲਈ ਮਿੱਟੀ ਚੁਕਵਾਈ ਸੀ, ਉਹ ਨੀਵੀਂ ਕਣਕ ਸੀਗੀ, ਉਹ ਬਚ ਗਈ। ਉਹਨਾਂ ਨੂੰ ਕੰਬਾਈਨ ਨਾਲ ਕੱਟਣ ਦੀ ਸੋਚ ਰਹੇ ਸੀਗੇ ਜਾਂ ਕੱਟ ਰਹੇ ਸੀਗੇ। ਅਜੇ ਮਤਲਬ 55-60% ਹੀ ਕਣਕ ਕੱਟੀ ਗਈ ਹੈ, ਬਾਕੀ ਨਹੀਂ। ਔਰ ਉਹ ਵੀ ਕਣਕ ਵਿਚ ਗਈ ਆ, ਉਹਦੇ ਵਿੱਚ ਫਿਰ ਗਿਰਦਾਵਰੀ ਹੋ ਰਹੀ ਆ, ਉਹਦੇ ਵਿੱਚ ਫਿਰ ਉਹਨਾਂ ਨੂੰ ਮੁਆਵਜ਼ਾ ਮੰਗਣ ਦੀ ਧਰਨਾ ਲੱਗਣਗੇ, ਕਿਉਂਕਿ ਉਹਨਾਂ ਦਾ ਨੁਕਸਾਨ ਤਾਂ ਹੋਇਆ। ਉਹ ਖੜੀਆਂ ਕਣਕਾਂ ਦੀ ਗਿਰਦਾਵਰੀ ਉਹਨਾਂ ਦਾ ਨਹੀਂ ਸੀ ਕੁਛ ਮਿਲਿਆ, ਉਹ ਫਿਰ ਵੇਚ ਗਈਆਂ, ਗੜੇ ਪੈ ਗਏ ਆ, ਕਣਕਾਂ ਫਿਰ ਉਸੇ ਤਰ੍ਹਾਂ ਖਿੰਡ ਗਈਆਂ। ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਤੂੜੀ ਫਿਰ ਬਰਬਾਦ ਹੋ ਜਾਣੀ ਹੈ ਜਿੱਥੇ ਹੈਗੀ, ਔਰ ਉੱਡ ਗਈ ਤੂੜੀ ਜਿੱਥੇ ਪਈ ਵਿਚਾਰਿਆਂ ਦੀ, ਜਿੱਥੇ ਮੂਸਲ ਜਾਂ ਕੁੱਪ ਨਹੀਂ ਬਣੇ। ਔਰ ਪਤਾ ਨਹੀਂ ਕੀ ਹੋ ਰਿਹਾ ਕਿ ਜਿੱਦਾਂ ਆਪਾਂ ਪਿਛਲੇ ਪ੍ਰੋਗਰਾਮ 'ਚ ਵੀ ਡਿਸਕਸ ਕੀਤਾ ਕਿ ਇੰਦਰ ਦੇਵਤਾ ਜੀ ਜਾਂ ਤਾਂ ਨਾਰਾਜ਼ ਹੋ ਗਿਆ ਕਿਸਾਨਾਂ ਨਾਲ, ਜਾਂ ਉਹਨਾਂ ਨੂੰ ਮਹੀਨਾ ਭੁੱਲ ਗਿਆ। ਮਹੀਨਾ ਜਦੋਂ ਸ਼ਡਿਊਲ 'ਚ ਬਣਿਆ ਨਾ ਸਾਵਣ ਦਾ ਮਹੀਨਾ, ਤੁਸੀਂ ਪਿਛਲੇ ਮਹੀਨੇ ਜਾਂ ਸਾਵਣ ਦਾ ਮਹੀਨਾ ਆਉਣ ਵਾਲਾ, ਤੁਸੀਂ ਇੱਕ ਵਾਰੀ ਸੋਚੋ, ਥੋੜ੍ਹਾ ਜਿਹਾ ਉਹਨੂੰ ਐਨਾਲਿਸਿਸ ਕਰਿਓ। ਇੰਨਾ ਮੀਂਹ ਨਹੀਂ ਪਿਆ ਕਦੀ ਵੀ, ਇੰਨੀ ਹਨੇਰੀ ਨਹੀਂ ਕਦੀ ਆਈ, ਇਹਦੇ ਨਾਲ ਫਲ ਵੀ ਡਿੱਗੇ ਆ।
ਸਿਰਫ ਨਹੀਂ ਕਿ ਕਿਸਾਨ ਹੀ ਚਿੰਤਾ ਦਾ ਵਿਸ਼ਾ ਬਣ ਗਿਆ, ਬਾਕੀ ਜਿੱਥੇ ਫਲਦਾਰ ਬੂਟੇ ਲਾ ਕੇ ਲੋਕ ਬੈਠੇ ਨੇ, ਬਾਗਾਂ ਦੇ ਵਿੱਚ ਅਮਰੂਦ ਹੈ ਨਾ, ਅਨਾਰ ਆ, ਉਹਦੇ 'ਚ ਹੈ ਨਾ ਅੰਬ ਇਸ ਵੇਲੇ ਪੱਕਣ 'ਤੇ ਆਏ ਸੀਗੇ ਹੈ ਨਾ, ਜਾਮਨ ਆ, ਕਈ ਚੀਜ਼ਾਂ ਜਿਹੜੀਆਂ ਉਹ ਘਿਰ ਗਈਆਂ, ਜਿਹਦੇ ਵਿੱਚ ਫੁੱਲਾਂ ਬੂਟਿਆਂ 'ਤੇ ਲੱਗੇ ਹੈਗੇ, ਜਦੋਂ ਫੁੱਲ ਲੱਗਦੇ ਫਿਰ ਫਲ ਲੱਗਦਾ, ਉਹ ਸਾਰੇ ਘਿਰ ਕੇ ਜ਼ਮੀਨ 'ਤੇ ਆ ਡਿੱਗੇ। ਉਹਦੇ 'ਚ ਠੇਕੇਦਾਰ ਵੀ ਰੋ ਰਿਹਾ। ਮੰਨ ਲਓ ਮੇਰਾ ਬਾਗ, ਮੈਂ ਅੱਗੇ ਬੋਲੀ 'ਤੇ ਠੇਕੇ 'ਤੇ ਦੇ ਦਿੱਤਾ, ਠੇਕੇਦਾਰ ਆਇਆ ਵਿਚਾਰਾ, ਉਹਨੇ ਪਾਣੀ ਦਿੱਤਾ, ਗੋਡੀ ਕੀਤੀ, ਸਾਰਾ ਕੁਝ ਕੀਤਾ। ਜਦੋਂ ਹਨੇਰੀ ਆਈ ਹੈ ਨਾ, ਉਦੋਂ ਬਾਅਦ ਹਵਾ ਚੱਲੀ ਤੇਜ਼ ਹਨੇਰੀ ਨਾਲ, ਫਿਰ ਉਹ ਗੜੇ ਪੈ ਗਏ, ਸਾਰਾ ਕੁਝ ਥੱਲੇ ਆ ਗਿਆ, ਪੱਤੇ ਵੀ ਡਿੱਗ ਪਏ, ਔਰ ਉਹ ਨੁਕਸਾਨ ਉਹਨਾਂ ਨੂੰ ਨਹੀਂ ਮਿਲਦਾ। ਕਿਸਾਨਾਂ ਨੂੰ ਤਾਂ ਚਲੋ ਮੁਆਵਜ਼ਾ ਮਿਲ ਜਾਂਦਾ, ਇਹਨਾਂ ਵੱਲ ਵੀ ਕਿਸਾਨਾਂ ਦੀ ਨਾਲ ਹੀ ਸਰਕਾਰ ਨੂੰ ਇਹਨਾਂ ਵੱਲ ਵੀ ਧਿਆਨ ਦੇਣਾ ਚਾਹੀਦਾ। ਉਹ ਵੀ ਗਰੀਬ ਆਦਮੀ ਆ, ਉਹਨਾਂ ਦੇ ਵੀ ਬੱਚੇ ਆ, ਉਹਨਾਂ ਨੂੰ ਪੈਸੇ ਦੀ ਜ਼ਰੂਰਤ ਆ। ਸਿਰਫ ਤੇ ਸਿਰਫ ਖੇਤੀ ਨਹੀਂ ਹੈਗੀ ਪੰਜਾਬ 'ਚ, ਬਾਗ ਵੀ ਹੈਗੇ ਲੋਕਾਂ ਦੇ, ਚਾਹੇ ਕਿਸਾਨਾਂ ਦੇ ਹੈਗੇ ਆ। ਕਿੰਨੂ ਦੀ ਖੇਤੀ ਹੋ ਰਹੀ ਆ, ਬੋਰ ਦਾ ਸਾਰਾ ਏਰੀਆ ਕਿੰਨੂ ਦਾ, ਹੁਸ਼ਿਆਰਪੁਰ ਦਾ ਸਾਰਾ ਕਿੰਨੂ ਦਾ। ਇਹ ਦੇਖਣਾ ਚਾਹੀਦਾ। ਇਹ ਮੀਡੀਆ ਵੱਲੋਂ ਅਸੀਂ ਇਹ ਗੁਜ਼ਾਰਿਸ਼ ਜਾਂ ਬੇਨਤੀ ਕਰ ਰਹੇ ਹਾਂ ਕਿ ਸਾਰਿਆਂ ਨੂੰ, ਸਰਕਾਰਾਂ ਨੂੰ ਇਹਦੇ ਬਾਰੇ ਵੇਖਣਾ ਚਾਹੀਦਾ। ਹਾਰਟੀਕਲਚਰ ਡਿਪਾਰਟਮੈਂਟ ਜਿਹੜਾ ਹੈਗਾ, ਬਾਗਬਾਨੀ ਵਿਭਾਗ ਹੈਗਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਇੰਟਿਸਟ ਆ, ਉਹਨਾਂ ਨੂੰ ਚਾਹੀਦਾ ਸਿਫਾਰਿਸ਼ ਕਰਨ ਤਾਂ ਕਿ ਸਾਰੇ ਜਿਹੜੇ ਬਾਗਬਾਨ ਨੇ ਉਹਨਾਂ ਨੂੰ ਪੈਸਾ ਮਿਲ ਜੇ, ਮੁਆਵਜ਼ਾ ਮਿਲ ਜੇ। ਆਫਤ ਜ਼ਿਆਦਾ ਵਾ, ਤੂਫਾਨ ਜ਼ਿਆਦਾ ਵਾ। ਬਿਲਕੁਲ ਸਹੀ ਗੱਲ ਕਹਿੰਦੇ ਹੋ। ਹੁਣ ਗੱਲ ਇੱਦਾਂ ਹੈ ਨਾ, ਇੱਕ ਕੁਰਸੀ ਤੇ ਬਹਿ ਗਏ ਆ, ਹੁਣ ਉਸ ਤੋਂ ਵੱਡੀ ਕੁਰਸੀ ਤੇ ਕਿਵੇਂ ਬਹਿਣਾ? ਜੀ ਜੀ, ਸਾਰਾ ਦਿਨ ਤੇ ਧਿਆਨ ਇੱਧਰ ਹੀ ਰਹਿੰਦਾ। ਹੁਣ ਉਹ ਬਾਗਾਂ ਨੂੰ ਕੌਣ ਸੰਭਾਲੇ ਤੇ ਖੇਤੀਬਾੜੀ ਨੂੰ ਕੌਣ ਸੰਭਾਲੇ? ਜਿੰਨਾ ਕੁ ਧਿਆਨ ਦੇ ਸਕਦੇ ਨੇ ਉਹਨਾਂ ਕੁ ਦੇ ਲੈਂਦੇ ਨੇ, ਬਾਕੀ ਤੇ ਫਿਰ ਆਪਣੀ ਸਿਆਸਤ ਚਮਕਾਉਣ ਦੇ ਵਿੱਚ ਲੱਗੇ ਹੋਏ ਨੇ। ਬਹੁਤ ਘੱਟ ਨੇ ਜਿਹੜੇ ਪੂਰੀ ਤਰ੍ਹਾਂ ਨਾਲ ਸਮਰਪਿਤ ਨੇ ਜਨਤਾ ਨੂੰ, ਸੂਬੇ ਨੂੰ, ਸੂਬੇ ਦੇ ਹਾਲਾਤਾਂ ਨੂੰ ਠੀਕ ਕਰਨ ਦੇ ਵਿੱਚ ਬਹੁਤ ਘੱਟ ਨੇ। ਬਾਕੀ ਜ਼ਿਆਦਾਤਰ ਤਾਂ ਆਪਣੀ ਰਾਜਨੀਤੀ ਦੇ ਵਿੱਚ ਹੀ ਲੱਗੇ ਹੋਏ ਨੇ। ਨਹੀਂ, ਦੇਖਣਾ ਚਾਹੀਦਾ, ਸਾਰਿਆਂ ਦੇ ਦੁੱਖ ਦਲਿੱਦਰ ਦੂਰ ਕਰਨੇ ਚਾਹੀਦੇ। ਬਿਲਕੁਲ ਜੀ, ਕਿਉਂਕਿ ਇਸੇ ਵਾਸਤੇ ਤਾਂ ਬਿਠਾਏ ਹੋ, ਇਸੇ ਵਾਸਤੇ ਤਾਂ ਬਿਠਾਏ ਹੋਏ ਨੇ। ਹੋਰ ਕਾਹਦੇ ਵਾਸਤੇ ਬਿਠਾਏ? ਨੁਮਾਇੰਦੇ ਆ, ਬਿਲਕੁਲ ਨੁਮਾਇੰਦੇ ਨੇ, ਚੁਣ ਕੇ ਬਿਠਾਏ ਨੇ। ਹਾਂ, ਸੋ ਭਾਰਤ ਜੀ ਅੱਵਲ ਨੰਬਰ ਤੇ ਆ ਗਿਆ। ਚਾਈਨਾ ਨੂੰ ਵੀ ਕਹਿੰਦਾ ਹਟ ਪਿੱਛੇ। ਕਿੱਧਰੋਂ ਆ ਗਿਆ? ਆਬਾਦੀ ਵਧਾ ਦਿੱਤੀ। ਆਬਾਦੀ, ਵਾਹ ਵਾਹ। ਮੈਂ ਪੂਰੀ ਦੁਨੀਆ ਦੇ ਵਿੱਚ ਖੁਸ਼ਹਾਲੀ ਵਾਲੀ ਗੱਲ ਕੋਈ ਹੋਰ ਆ। ਇਹ ਵੀ ਖੁਸ਼ਹਾਲੀ ਵਾਲੀ ਗੱਲ ਹੈ, ਪਰ ਇਹ ਤਾਂ ਆਬਾਦੀ ਬਹੁਤ। ਦੇਖੋ, ਜੇ ਇਸ ਆਬਾਦੀ ਨੂੰ ਤੁਸੀਂ ਸਹੀ ਤਰੀਕੇ ਨਾਲ ਇਸਤੇਮਾਲ ਕਰੋ, ਹੁਨਰ ਵੱਲ, ਵਿਕਾਸ ਵੱਲ, ਇਹਨਾਂ ਨੂੰ ਐਜੂਕੇਸ਼ਨ ਦਿਓ, ਇਹਨਾਂ ਨੂੰ ਕੰਮ ਦਿਓ, ਤਾਂ ਇੰਨੇ ਹੱਥ ਕੰਮ ਕਰਨ ਤਾਂ ਦੇਖੋ ਫਿਰ ਭਾਰਤ ਦੀ ਤਰੱਕੀ ਕਿੱਥੇ ਜਾਂਦੀ ਹੈ। ਇਹ ਮੈਨ ਪਾਵਰ ਹੈ, ਪਰ ਇਹ ਮੈਨ ਪਾਵਰ ਨੂੰ ਵੇਸਟ ਕਰਦੇ ਆ ਤਾਂ ਇਸਤੇਮਾਲ ਨਹੀਂ ਕਰਦੇ। ਇਹ ਮਹਿੰਗਾ ਕੰਮ ਹੁੰਦਾ ਮੈਨ ਪਾਵਰ ਦਾ। ਜਿਹੜਾ ਬਾਹਰਲੇ ਦੇਸ਼ਾਂ ਵਿੱਚ ਜਿਹੜਾ ਹੱਥ ਨਾਲ ਕੰਮ ਕਰਨ ਵਾਲਾ ਨਾ, ਉਹਦਾ ਰੇਟ ਜ਼ਿਆਦਾ ਵਾ। ਤੁਸੀਂ ਗੋਡੀ ਕਰਨੀ ਆ, ਤੁਸੀਂ ਜਾ ਕੇ ਫਲ ਬੂਟੇ ਕੱਟਣੇ ਆ, ਤੁਸੀਂ ਜਾ ਕੇ ਕਣਕਾਂ ਨੂੰ ਕੱਟਣਾ ਹੈਗਾ, ਉਹ ਹੱਥਾਂ ਨਾਲ ਜਿਹੜੇ ਈਵਨ ਬੂਟ ਪਾਲਿਸ਼ ਕਰਨ ਦੇ ਵੀ ਪੈਸਾ ਜ਼ਿਆਦਾ ਹੈਗੇ ਆ। ਅਤੇ ਇਹਨਾਂ ਨੂੰ ਚਾਹੀਦਾ ਹੈਗਾ ਕਿ ਜਿਹੜਾ ਮਿਹਨਤ ਕਰਨੀ ਚਾਹੀਦੀ ਹੈ, ਕੰਮ ਕਰਨ ਅਤੇ ਪੈਸਾ ਕਮਾਉਣ। ਇਸੇ ਤਰ੍ਹਾਂ ਦਾ ਹੈਗਾ ਨੈਚੁਰਲੀ, ਕਿਉਂਕਿ ਤੁਸੀਂ ਕਹਿੰਦੇ ਹੋ ਨਾ, ਹਰ ਬੰਦਾ ਜੇ 1 ਘੰਟਾ ਰੋਜ਼, ਸਿਰਫ 1 ਘੰਟਾ ਦੇਸ਼ ਦੇ ਵਿਕਾਸ ਵਾਸਤੇ ਕੰਮ ਕਰੇ ਤਾਂ ਇੰਨੀ ਜਨਤਾ 140 ਕਰੋੜ ਦੇ ਕਰੀਬ, ਤਾਂ 140 ਕਰੋੜ ਘੰਟੇ, ਚਲੋ ਆਪਾਂ 40 ਕਰੋੜ ਹੀ ਲਗਾ ਲਓ, 100 ਕਰੋੜ ਛੱਡ ਦਿੰਦੇ, 142 ਸਹੀ, 86 ਲੱਖ ਉਹਨਾਂ ਦੀ 50, 100 ਕਰੋੜ ਛੱਡ ਕੇ 42 ਕਰੋੜ 86 ਲੱਖ ਲਗਾ ਲਓ। ਜੇ ਇੰਨੇ ਘੰਟੇ ਰੋਜ਼ ਭਾਰਤ ਦੇ ਵਿਕਾਸ ਲਈ ਕੰਮ ਹੋਵੇ ਤਾਂ ਕਿੱਥੇ ਦਾ ਕਿੱਥੇ ਜਾਏਗਾ। ਕਿਉਂਕਿ 100 ਕਰੋੜ ਦੇ ਵਿੱਚ ਬਜ਼ੁਰਗ ਵੀ ਆ ਗਏ, ਬੱਚੇ ਵੀ ਆ ਗਏ, ਬਿਮਾਰ ਵੀ ਆ ਗਏ, ਉਹ ਵੀ ਨੇ ਜਿਹੜੇ ਕੰਮ ਨਹੀਂ ਕਰ ਸਕਦੇ, ਕੁਝ ਮਾਨਸਿਕ ਰੋਗੀ। ਇਹ ਤਮਾਮ 100 ਕਰੋੜ ਛੱਡ ਕੇ ਜੇ 42 ਕਰੋੜ 80 86 ਲੱਖ ਜਿੰਨੇ ਹੈਗੇ ਨੇ ਸਾਰੇ ਕੰਮ ਕਰਨ, ਤਾਂ ਮੈਨ ਪਾਵਰ ਦਾ ਸਹੀ ਇਸਤੇਮਾਲ ਹੋਵੇ ਤਾਂ ਦੇਖੋ ਫਿਰ ਕਿੱਥੇ ਤੱਕ ਵਿਕਾਸ ਹੁੰਦਾ ਹੈ। ਸੋ ਭਾਰਤ ਅੱਵਲ ਨੰਬਰ ਤੇ ਆਇਆ, ਇਹਦੇ ਬਾਰੇ ਕੀ ਕਹੋਗੇ? ਇਹਦੇ ਬਾਰੇ ਇਹ ਹੈਗਾ ਕਿ ਜਿੱਦਾਂ ਆਪਾਂ ਤਾਦਾਦ ਦੱਸਦੀ ਹੈ, 142 ਕਰੋੜ 86 ਲੱਖ ਦੇ ਕਰੀਬ ਆ ਗਿਆ। ਇਹ ਪਹਿਲੇ ਨੰਬਰ ਤੇ ਆ ਗਿਆ। ਚਾਈਨਾ ਪਹਿਲੇ ਤੇ ਹੁੰਦਾ ਸੀਗਾ। ਇਹ ਹੁਣ ਆਪਾਂ 1950 ਤੋਂ ਲੈ ਕੇ 1950 ਚਾਈਨਾ ਅੱਗੇ ਸੀ, ਆਪਾਂ ਪਿੱਛੇ ਸੀ। ਬਿਲਕੁਲ। ਹੁਣ 2050 ਦੇ ਵਿੱਚ ਤਾਂ ਆਪਾਂ ਜਿਹੜਾ ਬਹੁਤ ਅੱਗੇ ਨਿਕਲ ਜਾਣਾ। ਇਹਦੇ ਵਿੱਚ ਇਹ ਵੀ ਲੋਕਾਂ ਨੇ ਕਿਹਾ ਕਿ ਜ਼ਮੀਨ 'ਤੇ ਤੁਰਨ ਦਾ ਵੀ ਥੋੜ੍ਹਾ ਔਖਾ ਲੱਗੂਗਾ। ਜਦੋਂ ਤੁਸੀਂ ਤੁਰਦੇ ਜੇ ਸਿਲੰਡਰ ਲੈ ਕੇ ਤੁਰੇ ਜਾ ਰਹੇ ਤਾਂ ਆਪੋ ਵਿੱਚ ਵੱਜੋਗੇ, ਇੰਨੀ ਜ਼ਿਆਦਾ ਹੋ ਜਾਣਾ, ਕਿਉਂਕਿ ਜ਼ਮੀਨ ਖੇਤਰਫਲ ਤਾਂ ਉਹਨਾਂ ਕੀ ਆਪਣਾ। ਇਹ ਰਸ਼ੀਆ ਤਾਂ ਹੈ ਨਹੀਂ, ਇੰਡੀਆ ਵਾ, ਹੈ ਕਿ ਨਹੀਂ ਇੰਡੀਆ ਦੇ ਵਿੱਚ। ਔਰ ਪੰਜਾਬ ਇਕੱਲਾ ਹੀ 3 ਕਰੋੜ ਤੋਂ ਉੱਪਰ ਜਾ ਰਿਹਾ, ਔਰ 3 ਕਰੋੜ ਦੇ ਵਿੱਚ ਤਾਂ ਇੰਗਲੈਂਡ ਨਹੀਂ ਹੈਗਾ। ਔਰ ਅਸੀਂ ਤਾਂ ਇਸ ਤਰ੍ਹਾਂ ਦੀ, ਮੈਂ ਨਿਊਜ਼ੀਲੈਂਡ 'ਚ ਗਿਆ ਸੀਗਾ, ਨਿਊਜ਼ੀਲੈਂਡ 'ਚ ਦੇਖਿਆ ਸੀਗਾ, ਉਹਦਾ 45-48 ਲੱਖ ਕਰੀਬ ਹੀ ਹੈਗਾ ਉਸ ਦੇਸ਼ ਦੀ ਆਬਾਦੀ। ਔਰ ਟੈਂਕ ਜਿਹੜੇ ਸੜਕਾਂ 'ਤੇ ਖਲੋਤੇ, ਕਿਸੇ ਨਾਲ ਲੜਾਈ ਨਹੀਂ, ਕੁਛ ਨਹੀਂ ਹੈਗਾ, ਕਿਸੇ ਨਾਲ ਕੋਈ ਨੁਕਸਾਨ ਵਾਲਾ ਉਹਨਾਂ ਦਾ ਪੰਗਾ ਨਹੀਂ ਹੈਗਾ। ਔਰ ਲੋਕ ਤੁਰ ਕੇ ਜ਼ਿਆਦਾ ਜਾਂਦੇ ਆ, ਔਰ ਨੌਜਵਾਨ ਲੰਬੇ ਵਿੱਚ ਬਹੁਤ ਵਧੀਆ। ਕ੍ਰਿਕਟ ਖੇਡਦੇ ਮੈਦਾਨ ਬੜੇ ਅੱਛੇ ਉਹਨਾਂ ਦੇ, ਫਿਲਮਾਂ ਲਈ ਉਹਨਾਂ ਦਾ ਬਹੁਤ ਅੱਛਾ, ਧਾਰਮਿਕ ਅਕੀਦਾ ਬਹੁਤ ਅੱਛਾ। ਜਾਰਡਨ ਉਦੋਂ ਇੱਕ ਉਹਨਾਂ ਦੀ ਪ੍ਰਧਾਨ ਮੰਤਰੀ ਸੀ, ਮੈਡਮ ਸੀ, ਉਹ ਆਪ ਖੁਦ ਜਾਂਦੇ ਸੀ ਏਅਰਪੋਰਟ 'ਤੇ, ਜਿਹੜੇ VVIP ਆਉਂਦੇ ਆ ਉਹਨਾਂ ਨੂੰ ਲੈਣ ਲਈ ਜਾਂਦੇ ਸੀਗੇ। ਔਰ ਇੱਦਾਂ ਦੀ ਕੰਟਰੀ ਦੇ ਵਿੱਚ ਜਦੋਂ ਜਿੰਨੀ ਜ਼ਿਆਦਾ ਤਾਦਾਦ ਹੋਏਗੀ, ਜਿੰਨਾ ਜ਼ਿਆਦਾ ਪਾਪੂਲੇਸ਼ਨ, ਉਨੀਆਂ ਜ਼ਿਆਦਾ ਬਿਮਾਰੀਆਂ ਫੈਲਣਗੀਆਂ। ਚਾਈਨਾ ਦੇਖੋ, ਬਿਮਾਰੀ 'ਚ ਕਰੋਨਾ ਸਭ ਤੋਂ ਅੱਗੇ ਰਿਹਾ ਪਹਿਲਾਂ, ਫਿਰ ਉਹ ਤੋਂ ਬਾਅਦ ਅਮਰੀਕਾ ਵਾਲੇ ਪਾਸੇ ਉਹਨੇ ਵੰਡ ਦਿੱਤੀ ਉਹ ਬਿਮਾਰੀ। ਆਪਣੇ ਵਿੱਚ ਵੀ ਥੋੜ੍ਹਾ ਬਹੁਤ ਇਹ ਰੌਲਾ ਪਿਆ, ਸਾਰਾ ਕੁਛ ਹੈਗਾ। ਪਰ ਇੱਕ ਗੱਲ ਹੈਗੀ ਆ ਜਿਹੜੀ ਤੁਸੀਂ ਕੀਤੀ ਹੈ, ਮੈਂ ਉਹਦੇ 'ਤੇ ਆਉਣਾ।
ਉਹ ਗੱਲ ਇਹ ਹੈਗੀ ਕਿ ਤੁਸੀਂ ਦੱਸਿਆ ਕਿ ਜਦੋਂ ਮੈਨ ਪਾਵਰ ਜ਼ਿਆਦਾ ਵੱਧਦੀ ਹੈ ਤਾਂ ਉਹਦੇ ਵਿੱਚ ਖੁਸ਼ਹਾਲੀ ਵੀ ਆ ਜਾਂਦੀ ਹੈ। ਪੱਕੀ ਗੱਲ ਹੈ, ਇਹਦੇ ਵਿੱਚ ਸਾਡੀ ਜਿਹੜੀ ਮੈਨ ਪਾਵਰ ਹੈਗੀ 15 ਤੋਂ ਜਿਹੜੀ ਆ 50 55 ਤੱਕ ਜਿਹੜੀ ਹੈਗੀ ਹੈ, ਇਹ ਪਹਿਲਾ ਹਿੱਸਾ ਹੈਗਾ ਯੰਗ ਜਨਰੇਸ਼ਨ ਜੰਗ ਏਜ ਦੇ, ਔਰ ਜਵਾਨ ਮੁੰਡੇ ਹੈਗੇ ਆ। ਜਵਾਨ ਮੁੰਡਿਆਂ ਦੇ ਹੱਥ ਵਿੱਚ ਜਦੋਂ ਵਾਗਡੋਰ ਆ ਜਾਂਦੀ ਹੈ ਦੇਸ਼ ਦੀ ਖੁਸ਼ਹਾਲੀ ਦੀ, ਉਹਦਾ ਮੂੰਹ ਮਹਾਂਦਰਾ ਡਾਲ ਦਿੰਦੇ, ਬਦਲ ਵਧੀਆ ਜਾਂਦਾ। ਸੋਹਣਾ ਬਣਾ ਦਿੰਦੇ ਆ। ਔਰ ਇੱਕ ਚੀਜ਼ ਹੋਰ ਹੈ ਬਲਕਾਰ ਜੀ, ਸਾਡੇ ਪੰਜਾਬ ਦੀ ਜਿਹੜੀ ਵਸੋਂ ਹੈ ਨਾ, ਇਹਦੇ ਵਿੱਚ ਬਜ਼ੁਰਗਾਂ ਦੀ ਗਿਣਤੀ ਜ਼ਿਆਦਾ ਹੈ। ਜ਼ਿਆਦਾ ਆਹ ਪੰਜਾਬ ਦੇ ਵਿੱਚ ਬਜ਼ੁਰਗ ਜ਼ਿਆਦਾ ਨੇ, ਬਜ਼ੁਰਗ ਕੰਮ ਵੀ ਕਰਦੇ ਆ, ਕੰਮ ਵੀ ਬਹੁਤ ਕਰਦੇ ਨੇ। ਉਹਦਾ ਕਾਰਨ ਇਹ ਹੈ ਕਿ ਬਹੁਤ ਮੁੰਡੇ ਤਾਂ ਬਾਹਰ ਹੀ ਚਲੇ ਗਏ, ਜਵਾਨੀ ਤੇ ਬਾਹਰ ਜਾਈ ਜਾ ਰਹੀ ਹੈ, ਇਸ ਕਰਕੇ ਬਜ਼ੁਰਗ ਰਹਿ ਗਏ। ਹਾਂ, ਕਿਉਂਕਿ ਇੱਕ ਦੂਜੀ ਗੱਲ ਹੋ ਰਹੀ ਹੈ, ਮਾਈਗ੍ਰੇਟਰੀ ਲੇਬਰ ਪੰਜਾਬ 'ਚ ਆ ਗਈ ਹੈ। ਪਤਾ ਕਿੱਥੋਂ? ਨੇਪਾਲ ਆ ਗਿਆ, ਬੰਗਲਾਦੇਸ਼ ਆ ਗਿਆ ਇੱਥੇ, ਯੂਪੀ ਬਿਹਾਰ ਇੱਥੇ ਆ ਗਿਆ। ਉਹ ਸਾਰੇ ਕੰਮ ਕਰਦੇ ਆ। ਔਰ ਉਹ ਜਿਹੜੀ ਮੈਨ ਪਾਵਰ ਦੀ ਤੁਸੀਂ ਗੱਲ ਕੀਤੀ, ਉਹਨਾਂ ਨੂੰ ਸਾਰੇ ਇਮਾਰਤੀ ਹੁਨਰ ਆਉਂਦੇ ਆ। ਟਾਈਲਾਂ ਲਾਉਣੀਆਂ, ਮਾਰਬਲ ਲਾਉਣਾ, ਸੈਨੀਟੇਸ਼ਨ ਲਾਉਣਾ, ਪਾਣੀ ਦਾ ਆਵਾਜਾਈ ਦਾ ਸਾਰਾ ਕੁਝ ਉਹਨਾਂ ਨੂੰ ਆਉਂਦਾ। ਔਰ ਉਹ ਲੋਕ ਇੱਥੇ ਜੂਸ ਦੀਆਂ ਰੇਹੜੀਆਂ ਲਾ ਕੇ ਵੀ ਪੈਸਾ ਕਮਾ ਰਹੇ ਆ। ਹੁਣੇ ਪਤਾ ਲੱਗਾ ਸੀ, ਇੱਕ ਰਿਕਸ਼ਾ ਚਲਾਉਣ ਵਾਲਾ ਬੰਦਾ ਸੀ, ਉਹਦੀ ਲਾਟਰੀ ਵੀ ਨਿਕਲੀ ਆ 2 ਕਰੋੜ ਦੀ। ਔਰ ਇੱਕ ਜੂਸ ਬਣਾ ਕੇ ਵੇਚਦਾ ਸੀਗਾ, ਉਹਦਾ ਮੁੰਡਾ ਆਫੀਸਰ ਬਣ ਗਿਆ। ਔਰ ਦੇਖੋ, ਪੰਜਾਬ ਦੇ ਲੋਕ ਤਾਂ ਵੈਸੇ ਜਾ ਰਹੇ ਬਾਹਰ, ਔਰ ਬਾਹਰ ਜਾ ਕੇ ਬਾਹਰਲੇ ਦੇਸ਼ਾਂ 'ਚ ਇਹਨਾਂ ਨੇ ਕੰਮ ਕੀਤਾ ਔਰ ਮੋਨੋਪੋਲੀ ਬਣਾਈ ਉੱਥੇ, ਔਰ ਖੁਸ਼ਹਾਲੀ ਪੰਜਾਬ ਦਾ ਵੀ ਮੂੰਹ ਮਹਾਂਦਰਾ ਡੋਲਿਆ ਉਹਨਾਂ ਨੇ। ਪਰ ਇਹਦੇ ਵਿੱਚ ਤੁਹਾਡੀ ਗੱਲ ਸਹੀ ਹੈਗਾ ਕਿ ਬਜ਼ੁਰਗ ਜਦੋਂ ਰਹਿ ਜਾਂਦੇ ਇੱਥੇ, ਉਹ ਵੀ ਜ਼ਮੀਨ ਵੇਚ ਵੱਟ ਕੇ ਉਹ ਵੀ ਜਾ ਵੜਦੇ ਟਰਾਂਟੋ, ਉਹ ਵੀ ਜਾ ਵੜਦੇ ਉੱਥੇ BC ਬ੍ਰਿਟਿਸ਼ ਕੋਲੰਬੀਆ ਵਿੱਚ ਬੈਠੇ ਉੱਥੇ। ਇਸ ਵੇਲੇ ਜਿਹੜੇ ਪਾਰਕਾਂ ਉਹਨਾਂ 'ਚ ਤਾਸ਼ ਖੇਡ ਰਹੇ ਆ, ਹੱਸਰੇ ਖੇਡ ਰਹੇ ਆ। ਪਰ ਪੰਜਾਬ ਤੇ ਖਾਲੀ ਹੋ ਰਿਹਾ ਨਾ। ਇਹਦੇ ਵਿੱਚ ਇਹ ਹੈਗਾ, ਅਸਲ 'ਚ ਪਤਾ ਕੀ ਹੈਗਾ, ਮਾਈਗ੍ਰੇਟਰੀ ਲੇਬਰ ਆ ਗਈ ਪੰਜਾਬ 'ਚ, ਅਸੀਂ ਚਲੇ ਗਏ ਬਾਹਰਲੇ ਦੇਸ਼ਾਂ ਵਿੱਚ, ਔਰ ਉਹਦੇ ਵਿੱਚ ਜਵਾਨ ਨਹੀਂ ਕੋਈ ਇੱਥੇ ਬਚਿਆ, ਜਵਾਨ ਸਾਰੇ ਚਲੇ ਗਏ ਕਿਉਂਕਿ ਬੇਰੁਜ਼ਗਾਰੀ ਹੈ। ਅਸੀਂ ਖੇਤੀਬਾੜੀ ਵੱਲ ਤੋਂ ਉਹਨਾਂ ਮੂੰਹ ਉਹਦਾ ਨਹੀਂ ਡੋਲਿਆ, ਨਹੀਂ ਉਧਰ ਵਾਲੇ ਪਾਸੇ ਆਏ। ਅਸੀਂ ਜਾ ਕੇ ਕੰਮ ਵਾਲੇ ਪਾਸੇ ਆਉਂਦੇ ਹਾਂ। ਅਸੀਂ ਚਾਹੁੰਦੇ ਹਾਂ ਵੀ ਬਿਜ਼ਨਸ ਹੋ ਜੇ, ਕੰਮ ਕਰੀਏ ਸਾਰਾ ਕੁਝ, ਔਰ ਡਾਲਰ ਕਮਾਈਏ। ਕੁਝ ਫੁਕਰਾ ਪੰਥੀ ਨੇ ਸਾਨੂੰ ਮਾਰਿਆ। ਆ ਜਿਹੜੇ ਗੀਤ ਦੇਖਦੇ ਆ ਨਾ ਆਪਾਂ, ਬੰਦੂਕਾਂ ਚੁੱਕੀਆਂ ਤੇ ਵੱਡੇ ਵੱਡੇ ਟਾਇਰਾਂ ਵਾਲੀਆਂ ਜੀਪਾਂ ਤੇ ਜੈਲਾਂ ਲਾਈਆਂ ਹੋਈਆਂ ਤੇ ਜੱਟ 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 ਕਰਦੇ ਫਿਰਦੇ ਆ। ਇਹ ਫੁਕਰਾ ਪੰਥੀ ਨੇ ਵੀ ਸਾਨੂੰ ਮਾਰਿਆ, ਕਿਉਂਕਿ ਅਸੀਂ ਕਿਰਤ ਨਹੀਂ ਕਰਨਾ ਚਾਹੁੰਦੇ। ਬਾਬੇ ਨਾਨਕ ਨੇ ਜੋ ਸਾਨੂੰ ਸਮਝਾਇਆ, ਕਿਰਤ ਕਰ, ਉਹ ਕਿਰਤ ਤੋਂ ਅਸੀਂ ਟੁੱਟ ਗਏ ਆ। ਸਹੀ ਗੱਲ। ਜਿਹੜਾ ਬੰਦਾ ਕਿਰਤ ਤੋਂ ਟੁੱਟ ਜਾਵੇ, ਉਹ ਖੂਬਸੂਰਤ ਨਹੀਂ ਰਹਿ ਜਾਂਦਾ, ਉਹ ਸੋਹਣਾ ਨਹੀਂ ਲੱਗਦਾ, ਕਿਉਂਕਿ ਕਿਰਤ ਹੀ ਸੁਹੱਪਣ ਹੈ। ਤੁਸੀਂ ਦੇਖੋ, ਕੰਮ 'ਚ ਰੁੱਝਿਆ ਬੰਦਾ ਕਿੰਨਾ ਸੋਹਣਾ ਲੱਗਦਾ ਹੁੰਦਾ, ਜਿਹਨੂੰ ਆਪਣੇ ਆਪ ਦੀ ਖਬਰ ਨਹੀਂ ਹੈਗੀ। ਤੁਸੀਂ ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਕੀਤਾ, ਉਹਨਾਂ ਦੀ ਪੂਰੀ ਜੀਵਨੀ ਦੇ ਬਾਰੇ, ਔਰ ਤੁਸੀਂ ਜੇ ਪਤਾ ਕਰੋ ਤਾਂ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ, ਕਰਤਾਰਪੁਰ ਦੇ ਅਰਾਊਂਡ ਜਿਹੜੀ ਹੈਗੀ 500 ਕਿੱਲੇ ਜ਼ਮੀਨ ਹੈ, ਔਰ ਉਹ ਠੇਕੇ 'ਤੇ ਆ। ਔਰ ਜਿਹੜਾ ਕੁਝ ਉੱਤੋਂ ਆਉਂਦਾ ਫਾਇਦਾ ਹੁੰਦਾ, ਜਿਹੜੀ ਜਿਣਸ ਆਉਂਦੀ ਆ, ਉਹ ਲੰਗਰ 'ਚ ਲੋਕਾਂ ਤੱਕ ਪਹੁੰਚਾਈ ਜਾਂਦੀ ਆ। ਔਰ ਉਹਦੇ 'ਤੇ ਬੇਸ਼ੁਮਾਰ ਸੋਹਣੇ ਇਮਾਰਤੀ ਹੁਨਰ ਨਾਲ ਗੁਰਦੁਆਰੇ ਨੂੰ ਦੁਬਾਰਾ ਇਮਾਰਤੀ ਹੁਨਰ ਨਾਲ ਸਜਾਇਆ ਗਿਆ। ਔਰ ਇਹ ਸਾਰਾ ਕੁਝ ਹੈਗਾ। ਬਗੀਚਾ ਵੀ ਲਾਇਆ ਸੀ ਗੁਰੂ ਨਾਨਕ ਦੇਵ ਜੀ ਨੇ, ਉੱਥੇ ਬਾਗ ਵੀ ਲਾਏ ਸੀਗੇ, ਔਰ ਮੱਝਾਂ ਵੀ ਚਾਰੀਆਂ ਸੀਗੀਆਂ, ਸਾਰਾ ਕੁਝ ਕੰਮ ਕੀਤਾ ਹੈਗਾ। ਔਰ ਤੁਹਾਡੀ ਗੱਲ ਸਹੀ ਹੈ, ਜੇ ਗੁਰੂ ਸਾਹਿਬਾਨ ਨੇ ਇਹ ਕੰਮ ਕਰਦੇ ਰਹੇ ਤਾਂ ਸਾਡੇ ਜਿਹੜੇ ਜਵਾਨ ਨੇ ਮੁੰਡੇ ਜਾਂ ਜਿਹੜੇ ਸਾਡੇ ਬਜ਼ੁਰਗ ਹੈ, ਇਹਨਾਂ ਨੂੰ ਕੰਮ ਕਰਨ ਤੋਂ ਕਿਉਂ ਇਹਨਾਂ ਦੂਰੀ ਹੈ, ਕਿਉਂ ਨਹੀਂ ਦਿੱਤਾ ਜਾਂਦਾ ਰਾਜੀ? ਹਾਂ, ਤਾਂ ਹੀ ਤਾਂ ਕਹਿੰਦਾ ਮੈਂ, ਆਬਾਦੀ ਵੱਧ ਗਈ, ਠੀਕ ਹੈ, ਆਬਾਦੀ ਤੇ ਵੀ ਕੰਟਰੋਲ ਹੋਣਾ ਚਾਹੀਦਾ। ਵੀ ਬਸ ਕਰੋ, ਬਹੁਤ ਹੋ ਗਏ ਆ ਹੁਣ ਆਪਾਂ, ਹੁਣ ਤਾਂ ਬਸ ਕਰੋ। ਆਬਾਦੀ ਤੇ ਵੀ ਕੰਟਰੋਲ ਹੋਣਾ ਚਾਹੀਦਾ। ਤੇ ਜਿਹੜੀ ਆਬਾਦੀ ਹੁਣ ਹੈਗੀ ਆ, ਉਹਨੂੰ ਬਾਬੇ ਨਾਨਕ ਦੇ ਕਹਿਣ ਅਨੁਸਾਰ ਜੇ ਅਸੀਂ ਕਿਰਤ ਨਾਲ ਜੋੜ ਦਈਏ ਤਾਂ ਇਹੀ ਆਬਾਦੀ ਸਾਨੂੰ ਵਿਕਾਸ ਵੱਲ ਲੈ ਕੇ ਜਾ ਸਕਦੀ ਹੈ। ਫਿਰ ਜਿਹੜਾ ਅਸੀਂ ਕਹਿੰਦੇ ਆ ਨਾ ਕਿ ਭਾਰਤ ਨੰਬਰ 1 ਤੇ ਆ ਗਿਆ ਆਬਾਦੀ ਦੇ ਵਿੱਚ, ਅਸੀਂ ਹੱਸਣਾ ਸ਼ੁਰੂ ਕਰ ਦਿੰਦੇ ਆ ਕਿ ਚਲੋ ਕਿਸੇ ਗੱਲ ਤੇ ਤਾਂ ਨੰਬਰ 1 ਤੇ ਆਏ, ਤਾਂ ਫਿਰ ਹੱਸਾਂਗੇ ਨਹੀਂ, ਫਿਰ ਉਹ ਮੈਨ ਪਾਵਰ ਹੋਏਗੀ, ਉਹ ਬਾਬੇ ਨਾਨਕ ਦੀ ਕਿਰਤ ਦੇ ਮੁਤਾਬਿਕ ਅੱਗੇ ਵਧਣਗੇ, ਤਾਂ ਫਿਰ ਇਹੀ ਆਬਾਦੀ ਸਾਨੂੰ ਅੱਗੇ ਲੈ ਕੇ ਜਾ ਸਕਦੀ। ਅਸੀਂ ਤਾਂ ਵਿਸ਼ਵ ਗੁਰੂ ਬਣਨ ਦਾ ਸੁਪਨਾ ਦੇਖਦੇ ਪਏ ਹਾਂ, ਉਹ ਵੀ ਗੱਲਾਂ ਕਰਦੇ ਹਾਂ। ਵੈਸੇ ਆ ਜਿਹੜੀ ਰਿਪੋਰਟ ਹੈਗੀ ਨਾ, UNO ਦੀ ਰਿਪੋਰਟ ਹੈਗੀ, ਇਹਦੇ ਵਿੱਚ ਇਹ ਵੀ ਉਹਨਾਂ ਨੇ ਲੱਭਿਆ ਜਿਹੜਾ ਹੈਗਾ ਪੁਆਇੰਟ, ਉਹ ਹੈਗਾ ਕਿ ਬੱਚੇ ਤਾਂ 2-2 ਹੈ ਹਰ ਘਰ ਦੇ ਵਿੱਚ, 2 ਬੱਚਿਆਂ ਤੋਂ ਤੀਜਾ ਬੱਚਾ ਨਹੀਂ। ਜਿਹਦੇ ਬੱਚੇ ਜਾਂ 3 ਬੱਚੇ ਤੇ ਇੱਕ ਬੇਟੀ ਹੈਗੀ ਹੈ ਨਾ, 2 ਜਾਂ 3 ਹੈ ਨਾ। ਉਹਦੇ ਵਿੱਚ ਨਾਰਾ ਵੀ ਹੈਗਾ ਸੀਗਾ ਵੈਲਫੇਅਰ ਵੱਲੋਂ, ਹੁਣ ਤਾਂ ਇੱਕੋ ਹੀ ਚਾਹੀਦਾ। ਹਾਂ, ਤਾਂ ਉਹਦੇ ਵਿੱਚ ਹੁਣ ਇੱਕ ਵੀ ਆ ਬਹੁਤਿਆਂ ਦਾ। ਫਿਰ ਉਹ ਜ਼ਮਾਨਾ ਸੀਗਾ ਜਦੋਂ ਲੋਕਾਂ ਦੇ 7-7 ਬੱਚੇ ਸੀਗੇ ਸਾਰੇ ਦੇ। ਇਹ 11-11 ਵੀ ਸੀ ਗੱਲ। ਇਹ 1957, 58, 55 ਜਿਹੜੀ 50 ਦੀ ਗੱਲ ਹੈਗੀ ਆ। ਉਦੋਂ ਅੰਗਰੇਜ਼ਾਂ ਨੇ ਵੀ ਕਿਹਾ ਸੀ ਪਹਿਲਾਂ 47 ਤੋਂ ਪਹਿਲਾਂ ਕਿ ਜਿਹਦੇ ਬੱਚੇ ਜ਼ਿਆਦਾ ਹੋਣਗੇ ਉਹਨਾਂ ਨੂੰ ਅਸੀਂ ਜਗੀਰਾ ਦੇਵਾਂਗੇ, ਕਿਉਂਕਿ ਆਬਾਦੀ ਘੱਟ ਸੀਗੀ, ਹੈ ਨਾ। ਆਪਾਂ ਇੱਕ ਕਾਲ ਦੀ ਵੀ ਗੱਲ ਕੀਤੀ ਸੀ, ਕਿਤੇ ਅਨਾਜ ਵੀ ਘੱਟ ਜਾਂਦਾ ਸੀਗਾ। ਜਿਉਂ-ਜਿਉਂ ਆਬਾਦੀ ਵੱਧਦੀ ਗਈ ਤਿਉਂ ਜਿਹੜਾ ਹੈਗਾ ਅਸੀਂ ਖੁਸ਼ਹਾਲੀ ਤੋਂ ਦੂਰ ਜਾਂਦੇ ਰਹੇ, ਔਰ ਬੱਚੇ ਉਨੇ ਹੀ ਪੈਦਾ ਹੋਏ। ਪਰ ਇੱਕ ਗੱਲ ਹੈਗੀ, ਕੁਝ ਸੂਬਿਆਂ 'ਚ ਜਿਹੜੇ ਬੱਚੇ ਜ਼ਿਆਦਾ ਲੋਕਾਂ ਦੇ, ਔਰ ਕੁਝ ਕਮਿਊਨਿਟੀ, ਮੁਸਲਿਮ ਕਮਿਊਨਿਟੀ ਦੇ ਬੱਚੇ ਜ਼ਿਆਦਾ ਹੁੰਦੇ, ਕਿਉਂਕਿ ਉਹਨਾਂ ਦੇ ਮੈਰਿਜ 3-3 ਹੋ ਜਾਂਦੀਆਂ। ਇਹ ਕਈ ਫੈਕਟਰ ਹੈਗੇ ਜਿਹਦੇ ਵਿੱਚ ਜਿਹੜੇ ਸਿੱਖੀਜ਼ਮ ਹੈਗਾ ਜਾਂ ਸਿੱਖ ਕਮਿਊਨਿਟੀ, ਇਹਨਾਂ ਦੇ ਬੱਚੇ ਤੇ 1-1, 2-2, 1-1 ਹੀ, 1.25 ਲੱਖ ਹੀ ਹੈ, ਬਹੁਤਾ ਨਹੀਂ ਹੈਗਾ। ਔਰ ਬਾਕੀ ਜਿਹੜੀ ਕਮਿਊਨਿਟੀ ਉਹਨਾਂ 'ਤੇ ਬਹੁਤ ਹੈ। ਯੂਪੀ, ਬਿਹਾਰ, ਮੱਧ ਪ੍ਰਦੇਸ਼, ਕਰਨਾਟਕ, ਤੁਸੀਂ ਬਾਕੀ ਦੇਸ਼ਾਂ 'ਚ ਆਪਾਂ ਸੂਬਿਆਂ 'ਚ ਚੱਲ ਜਾਓ, ਤੁਹਾਨੂੰ ਪਤਾ ਲੱਗੂਗਾ ਬਹੁਤ ਬੱਚੇ ਹੈਗੇ ਲੋਕਾਂ ਦੇ।
ਜਿੱਥੇ ਜ਼ਿਆਦਾ ਬੱਚੇ ਉੱਥੇ ਗਰੀਬੀ ਵੀ ਹੈਗੀ ਹੈ, ਪੜ੍ਹਾਈ ਵੀ ਹੈ ਨਹੀਂ। ਬਿਲਕੁਲ ਝੁੱਗੀ ਝੌਂਪੜੀ 'ਚ ਜ਼ਿਆਦਾ ਬੱਚੇ ਨੇ, ਕਿਉਂਕਿ ਉਹ ਕਹਿੰਦੇ ਨੇ ਕਿ ਜ਼ਿਆਦਾ ਬੱਚੇ ਹੋਣਗੇ ਜ਼ਿਆਦਾ ਮਜ਼ਦੂਰੀ ਕਰਨਗੇ, ਜ਼ਿਆਦਾ ਪੈਸਾ ਕਮਾਉਣਗੇ। ਉਹਨਾਂ ਦੀ ਸੋਚ ਹੀ ਵੱਖਰੀ ਹੈ। ਹਾਂ, ਕੋਈ ਸਿੱਖਿਅਤ ਨਹੀਂ ਕਰ ਰਿਹਾ ਕਿ ਇਹ ਭਲੇ ਲੋਕੋ ਕੰਮ ਹੋਏਗਾ ਤਾਂ ਮਜ਼ਦੂਰੀ ਮਿਲੂਗੀ ਨਾ। ਤੁਸੀਂ ਬੱਚੇ ਘੱਟ ਪੈਦਾ ਕਰੋ, ਬਹੁਤ ਹੋ ਗਿਆ। ਸਰਕਾਰ ਨੇ ਕਹਿਣਾ, ਸਰਕਾਰ ਨੇ ਦੇਣੀ ਹੈ ਸਿੱਖਿਆ, ਹੋਰ ਕਿਹਨੇ ਦੇਣੀ ਹੈ? ਸਰਕਾਰ ਜਾਂ ਵੈਲਫੇਅਰ ਕਮੇਟੀਆਂ ਹੈਗੀਆਂ ਉਹਨਾਂ। ਬਿਲਕੁਲ ਪੁਰਾਣੇ ਜ਼ਮਾਨੇ 'ਚ ਇੱਦਾਂ ਦੇਖੋ ਤੁਸੀਂ, ਕਈ ਲੀਡਰਸ ਬੈਠੇ ਨੇ ਜਿਨ੍ਹਾਂ ਦੇ ਬਹੁਤ ਜ਼ਿਆਦਾ ਬੱਚੇ ਨੇ, ਜਿਹੜੇ ਰਾਜਨੀਤੀ ਦੇ ਵਿੱਚ ਐਕਟਿਵ ਰਹੇ ਨੇ, ਉਹਨਾਂ ਦੇ ਬਹੁਤ ਜ਼ਿਆਦਾ ਬੱਚੇ ਨੇ। ਹਾਂ, ਮਤਲਬ ਇਹ ਤੁਸੀਂ ਐਦਾਂ ਕਿਉਂ ਕਰਦੇ ਹੋ? ਮਤਲਬ ਤੁਸੀਂ ਤੇ ਸਿੱਖਿਆ ਦੇਵੋ। ਇਹ ਗੱਲ ਪਤਾ ਕੀ ਹੈ, ਇਹ ਵੇਖ ਕੇ ਵੀ ਇਹਨਾਂ ਨੂੰ ਵੇਖਣਾ ਚਾਹੀਦਾ, ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਗੁਆਂਢੀ ਦੇਸ਼ ਦਾ ਕੀ ਹਾਲ ਹੈ। ਪਾਕਿਸਤਾਨ ਦਾ ਆਬਾਦੀ ਵੀ ਜ਼ਿਆਦਾ ਉੱਥੇ, ਮੈਂ ਗੱਲ ਕੀਤੀ ਹੈ ਮੁਸਲਿਮ ਕੰਟਰੀਜ਼ ਦੀ, ਮੁਸਲਿਮ ਕਮਿਊਨਿਟੀ ਦੀ, ਉਹਨਾਂ ਦੇ ਵਿੱਚ ਬੱਚੇ ਜ਼ਿਆਦਾ ਹੁੰਦੇ ਆ। ਹੁਣ ਪਾਕਿਸਤਾਨ 'ਚ ਵੀ ਇਹੀ ਹਾਲ ਹੈਗਾ, ਇਸਲਾਮਾਬਾਦ, ਕਰਾਚੀ, ਲਾਹੌਰ, ਪੁਰਾਣੇ ਤੁਸੀਂ ਦੇਖ ਲਓ ਇਸ ਵੇਲੇ ਕੀ ਰੇਟ ਉੱਥੇ, ਆਟਾ ਹੀ 300 ਰੁਪਏ ਤੋਂ ਉੱਪਰ ਹੈਗਾ। ਟਮਾਟਰਾਂ ਦਾ ਇਕਨੋਮੀ ਫੇਲ ਹੋ ਗਈ। ਟਮਾਟਰਾਂ ਦਾ ਰੇਟ ਤੁਸੀਂ ਪੁੱਛ ਕੇ ਵੇਖੋ, ਦੁੱਧ, ਦਹੀਂ, ਤੁਸੀਂ ਉਹ ਤੋਂ ਬਾਅਦ ਤੇਲ, ਡੀਜ਼ਲ ਵੀ ਤੇ ਪੈਟਰੋਲ ਵੀ ਦੇਖੋ। ਔਰ ਉੱਥੇ ਅਸਮਾਨ ਨੂੰ ਛੂਹਦੀਆਂ ਜਿਹੜੀਆਂ ਸਾਰੀਆਂ ਕੀਮਤਾਂ ਨੇ। ਇਹੀ ਹਾਲ ਰਿਹਾ ਸ਼੍ਰੀਲੰਕਾ ਦਾ। ਸ਼੍ਰੀਲੰਕਾ ਵੀ ਗਰੀਬੀ ਨਾਲ ਇਸ ਵੇਲੇ ਪੂਰਾ ਬਿਲਕੁਲ ਤੁਸੀਂ ਠੀਕ ਕਹਿੰਦੇ ਹੋ। ਔਰ ਅੱਜ ਜਿੱਦਾਂ ਅਸੀਂ ਮੁਸਲਿਮ ਕਮਿਊਨਿਟੀ ਦੀ ਗੱਲ ਕਰ ਰਹੇ ਹਾਂ, ਅੱਜ ਉਹਨਾਂ ਦੇ ਵੀ ਬੱਚੇ ਘੱਟ ਨੇ, ਕਿਉਂਕਿ ਜਿਹੜੇ ਹੁਣ ਆ ਗਏ ਨੇ ਨਵਾਂ ਨੌਜਵਾਨ ਪੀੜ੍ਹੀ, ਪੜ੍ਹੀ ਲਿਖੀ ਪੀੜ੍ਹੀ, ਉਹਨਾਂ ਦੇ ਵੀ ਬੱਚੇ ਘੱਟ। ਮੈਰਿਜ ਤਿੰਨ ਹੈ, ਤਲਾਕ ਇਹਨਾਂ ਦਾ, ਉਹ ਜਿਨ੍ਹਾਂ ਨੇ ਬਹੁਤ ਨੇ ਪੁਰਾਣੀਆਂ ਕੀਤੀਆਂ ਹੋਈਆਂ ਨੇ, ਅੱਜ ਕੱਲ ਤੇ ਉਹ ਵੀ ਨਹੀਂ, ਸਿੰਗਲ ਮੈਰਿਜ, ਸਭ ਚੇਂਜ ਹੋ ਗਿਆ। ਲੋਕ ਸਭ ਕੁਝ ਬਦਲਦੇ ਜਾ ਰਹੇ ਨੇ, ਸਾਰਾ ਮਾਹੌਲ ਬਦਲਦਾ ਜਾ ਰਿਹਾ। ਔਰ ਕਿਤੇ ਕਿਤੇ ਤੁਸੀਂ ਦੇਖੋ ਕਾਰਪੋਰੇਟਸ ਦੇ ਵਿੱਚ ਨਾ ਵੱਡੇ ਵੱਡੇ ਜਿਹੜੇ ਸਿਟੀਜ਼ ਨੇ, ਜਿਵੇਂ ਮੁੰਬਈ ਹੋ ਗਿਆ, ਜਿਵੇਂ ਦਿੱਲੀ ਹੋ ਗਿਆ, ਉੱਥੇ ਇੱਕ ਕਨਸੈਪਟ ਚੱਲ ਰਿਹਾ ਡਿੰਕ, DINC, ਡਿੰਕ ਮਤਲਬ ਡਬਲ ਇਨਕਮ ਨੋ ਚਾਈਲਡ। ਉਹ ਹਸਬੈਂਡ ਵਾਈਫ ਦੋਨੋਂ ਕੰਮ ਕਰਦੇ ਨੇ ਕਾਰਪੋਰੇਟਸ ਦੇ ਵਿੱਚ, ਔਰ ਲੱਖਾਂ 'ਚ ਕਮਾਉਂਦੇ ਨੇ। ਦੋ ਇਨਕਮ, ਡਬਲ ਇਨਕਮ ਨੋ ਚਾਈਲਡ, ਬੱਚਾ ਨਹੀਂ ਪੈਦਾ ਕਰਦੇ। ਕੀ ਕਰਦੇ ਨੇ ਕਿ ਜਿਹੜੇ ਬੱਚੇ ਅਨਾਥ ਆਸ਼ਰਮ 'ਚ ਨੇ ਜਾਂ ਵਾਕਈ ਬੱਚੇ ਨੇ, ਗਰੀਬ ਨੇ, ਉਹਨਾਂ ਨੂੰ ਸਪਾਂਸਰ ਕਰਦੇ ਨੇ, ਉਹਨਾਂ ਨੂੰ ਅਡਾਪਟ ਕਰ ਲੈਂਦੇ ਨੇ, ਸਪਾਂਸਰ ਕਰਦੇ ਨੇ, ਉਹਨਾਂ ਦੀ ਪੜ੍ਹਾਈ ਲਿਖਾਈ ਦਾ ਖਰਚਾ ਸਭ ਕੁਝ। ਉਹ ਇਹ ਸੋਚਦੇ ਨੇ ਕਿ ਜਿਹੜੇ ਆਲਰੇਡੀ ਆਬਾਦੀ ਵਧੀ ਹੋਈ ਹੈ ਉਹਨੂੰ ਸਾਂਭੀਏ। ਉਹ ਡਿਫਰੈਂਟ ਸੋਚ ਹੈ। ਪਰ ਇੱਕ ਸੋਚ ਇਹ ਵੀ ਹੈ, ਇੰਨਾ ਕਮਾਉਂਦੇ ਆ, ਇੰਨੀ ਜਾਇਦਾਦ ਹੈ, ਸਾਡਾ ਆਪਣਾ ਖੂਨ ਨਹੀਂ ਸਾਂਭੂਗਾ ਤੇ ਹੋਰ ਕੌਣ ਸਾਂਭੂਗਾ? ਇਹ ਵੀ ਸੋਚ ਹੈਗੀ। ਹਰ ਤਰ੍ਹਾਂ ਦੀ ਸੋਚ ਹੈ। ਮਤਲਬ ਇਹ ਹੈ ਕਿ ਆਬਾਦੀ ਵੀ ਹੁਣ ਰੋਕਣੀ ਚਾਹੀਦੀ ਹੈ, ਤੇ ਦੂਜਾ ਆਬਾਦੀ ਨੂੰ ਸਿੱਖਿਅਤ ਵੀ ਕਰਨਾ ਚਾਹੀਦਾ, ਤੇ ਉਹਨਾਂ ਨੂੰ ਹੁਨਰ ਵੀ ਦੇਣਾ ਚਾਹੀਦਾ, ਹੁਨਰ ਦਾ ਵਿਕਾਸ ਵੀ ਹੋਣਾ ਚਾਹੀਦਾ। ਹੁਣ ਆਪਾਂ ਅੱਗੇ ਵਧੀਏ ਅਗਲੇ ਮੁੱਦੇ ਤੇ, ਕਿਉਂਕਿ ਆਬਾਦੀ ਦੇ ਮੁੱਦਾ ਬੜਾ ਸੀਰੀਅਸ ਮੁੱਦਾ ਸੀਗਾ। ਇਹਦੇ 'ਚ ਲੋਕਾਂ ਨੂੰ ਚਿੰਤਾ ਵੀ ਇਸ ਗੱਲ ਦੀ ਹੈਗੀ ਹੈ ਕਿ ਇਹਦੇ ਨਾਲ ਗਰੀਬੀ ਵੀ ਹੋਊਗੀ, ਸਾਰੀਆਂ ਪਾਲਿਸੀਆਂ ਫੇਲ ਹੋ ਜਾਂਦੀਆਂ ਨੇ ਜਦੋਂ ਆਬਾਦੀ ਵੱਧ ਜਾਂਦੀ ਹੈ। ਬਿਲਕੁਲ ਕੈਲਕੂਲੇਸ਼ਨਸ ਫੇਲ ਹੋ ਜਾਂਦੀਆਂ ਨੇ। ਬਿਲਕੁਲ ਸੋ ਮਾਨਹਾਨੀ ਦਾ ਕੇਸ ਜੋ ਰਾਹੁਲ ਗਾਂਧੀ ਫੇਸ ਕਰਦੇ ਪਏ ਨੇ, ਉਹਨਾਂ ਦੀ ਪਟੀਸ਼ਨ ਰੱਦ ਹੋ ਗਈ। ਹਾਂ, ਜਿਹੜੀ ਜਾਚਕਾ ਪਾਈ ਸੀ ਉਹਨਾਂ ਨੇ, ਰੱਦ ਕਰ ਦਿੱਤੀ ਕੋਰਟ ਨੇ। ਜਿਹੜੇ ਉੱਥੋਂ ਦੀ ਸੂਰਤ ਸੈਸ਼ਨ ਜੱਜ ਸੀ, ਗੁਜਰਾਤ ਦੇ ਵਿੱਚ ਕੋਰਟ ਸੀਗੀ ਗੁਜਰਾਤ ਦੇ ਵਿੱਚ, ਉਹਦੇ ਨੇ ਉਹ ਪਟੀਸ਼ਨ ਨੂੰ ਬਿਲਕੁਲ ਕੈਂਸਲ ਕਰਤਾ, ਰੱਦ ਕਰ ਦਿੱਤਾ। ਔਰ ਉਹਨਾਂ ਨੇ ਹੁਣ ਜਿਹੜੇ ਕਾਂਗਰਸੀ ਨੇਤਾ ਨੇ, ਰਾਹੁਲ ਗਾਂਧੀ ਆ, ਉਹਨਾਂ ਨੇ ਕਿਹਾ ਕਿ ਅਸੀਂ ਬਹੁਤਾ ਡਰਨ ਵਾਲੇ ਨਹੀਂ ਗਏ। ਰਾਹੁਲ ਗਾਂਧੀ ਦਾ ਇਹ ਬਿਆਨ ਹੈਗਾ। ਔਰ ਜੇ ਰੱਦ ਕਰ ਦਿੱਤੀ ਹੈ ਤਾਂ ਕੋਈ ਗੱਲ ਨਹੀਂ, ਜਿੱਥੇ ਜੁਡੀਸ਼ਰੀ ਆ, ਜਿੱਥੇ ਲੋਕਤੰਤਰ ਆ, ਜਿੱਥੇ ਮੈਂ ਲੋਕਤੰਤਰ ਦੀ ਗੱਲ ਕਰਦਾ ਸੀਗਾ, ਕਹਿੰਦਾ ਉਸ ਸੰਵਿਧਾਨ ਦੇ ਅਕੋਰਡਿੰਗ ਮੈਂ ਹੁਣ ਸਿੱਧਾ ਹਾਈ ਕੋਰਟ ਜਾਊਂਗਾ। ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਜੁਡੀਸ਼ਰੀ ਦੀ ਕੁਛ ਨਾ ਕੁਛ ਇਹਦੇ ਵਿੱਚ ਖਾਮੀਆਂ ਨੇ, ਜਿਨ੍ਹਾਂ ਨੇ ਮੇਰੀ ਜਾਚਕਾ ਨੂੰ, ਕਿਉਂਕਿ ਕਹਿੰਦਾ ਕੋਈ ਸੀਰੀਅਸ ਨਹੀਂ ਸੀ, ਮਾਨਹਾਨੀ ਦਾ ਕੀਤਾ। ਪਰ ਜੋ ਦੂਜੇ ਪਾਸੇ ਜੁਡੀਸ਼ਰੀ ਕਹਿੰਦੀ ਕਿ ਮਹਾਨ ਨੇਤਾ ਨੂੰ, ਗ੍ਰੇਟ ਪੋਜੀਸ਼ਨ 'ਤੇ ਬੈਠੇ ਨੇ, ਉਹਨਾਂ ਨੂੰ ਇਸ ਤਰ੍ਹਾਂ ਦਾ ਅਪਸ਼ਬਦ ਔਰ ਜਿਹੜੇ ਉਪਨਾਮ ਪਾਉਣੇ ਉਹ ਗਲਤ ਗੱਲ ਹੈ। ਪਰ ਉਹਨਾਂ ਨੇ ਕਿਹਾ ਕਿ ਮੈਨੂੰ ਜੇ 2 ਸਾਲ ਦੀ ਸਜ਼ਾ ਦਿੱਤੀ, ਨਾਲ ਮੇਰਾ ਘਰ-ਬਾਰ ਵੀ ਖੋਹ ਲਿਆ, ਵਿੱਚ ਸਾਰਾ ਕੁਝ ਹੈਗਾ। ਉਹ ਕਹਿੰਦਾ ਅਜੇ ਮੈਂ ਕਈਆਂ ਦੇ ਨਾਂ ਨਹੀਂ ਲੈਣਾ ਚਾਹੁੰਦਾ ਕਿ ਜਿਹਦੇ ਵਿੱਚ ਕੋਈ ਅਸ਼ੋਕਾ ਰੋਡ ਦੇ ਆਲੇ ਦੁਆਲੇ ਜਿੱਥੇ ਵੀ ਸਰਕਾਰੀ ਕੁਆਟਰ ਨੇ, ਸਰਕਾਰੀ ਰਿਹਾਇਸ਼, ਉਹਨਾਂ ਵਿੱਚ ਬਹੁਤ BJP ਦੇ ਜਿਹੜੇ ਅਜੇ ਕੋਈ ਉਪਾਧੀ ਤੇ ਨਹੀਂ ਗਏ, ਸਿਰਫ ਤੇ ਸਿਰਫ ਉਹਨਾਂ ਦੇ ਮੈਂਬਰ ਨੇ, ਉਹ ਉਹਨਾਂ ਦੀਆਂ ਰਿਹਾਇਸ਼ਾਂ ਉਸੇ ਤਰ੍ਹਾਂ ਉਹ ਆਕੂਪਾਈ ਕਰਕੇ ਕਬਜ਼ੇ 'ਚ ਬੈਠੇ ਨੇ। ਕਹਿੰਦਾ ਮੈਂ ਤਾਂ MP 'ਚ ਰਿਹਾ ਵਾਂ, ਪਰ ਉਦੋਂ ਪਹਿਲਾਂ 6 ਮਹੀਨੇ ਦਾ ਵਕਫਾ ਹੋਣਾ ਚਾਹੀਦਾ, ਮੈਨੂੰ ਇਮੀਡੀਏਟ ਉੱਚੋਂ ਕੱਢ ਦਿੱਤਾ। ਜੇ ਮੇਰੀ ਆ ਖਾਰਜ ਕੀਤੀ ਆ, ਔਰ ਇਹਦੇ ਵਿੱਚ ਮੈਂ ਹੁਣ ਹਾਈ ਕੋਰਟ ਜਾਊਂਗਾ। ਹਾਈ ਕੋਰਟ ਤੋਂ ਬਾਅਦ ਵੱਡੀ ਅਦਾਲਤ ਵੀ ਹੈਗੀ ਹੈ, ਸਿਖਰ ਦੀ ਅਦਾਲਤ, ਸੁਪਰੀਮ ਕੋਰਟ, ਮੈਂ ਉਹਦੇ ਤੱਕ ਵੀ ਪਹੁੰਚ ਕਰੂੰਗਾ। ਉਦੋਂ ਬਾਅਦ ਤਾਂ ਫਿਰ ਉਹਨੇ ਕਹਿ ਦਿੱਤਾ ਕਿ ਜੇ ਉੱਥੋਂ ਤੱਕ ਆਉਂਦਾ ਫਿਰ ਤਾਂ ਇਲੈਕਸ਼ਨ ਆ ਜਾਣੀ ਹੈ। ਜੇ ਇਮੀਡੀਏਟ ਕਰੀ ਜਾਂਦੇ ਨਾਲੋਂ ਨਾਲ ਹੀ ਕਰੀ ਜਾਂਦੇ। ਇੱਕ ਹੋਰ ਉਹਨਾਂ ਹੋਰ ਗੱਲ ਕੀਤੀ ਕਿ ਜਿਹੜੇ ਕੇਸ, ਬਾਕੀ ਕੇਸ ਆ ਜਿਹੜੇ ਫੌਜਦਾਰੀ ਆ ਜਾਂ ਸੀਰੀਅਸ ਕੇਸ ਆ, ਉਹਨਾਂ ਕੇਸਾਂ 'ਤੇ ਤਾਂ ਕੋਈ ਸੁਣਵਾਈ ਨਹੀਂ ਹੁੰਦੀ। ਕਹਿੰਦਾ ਮੇਰੇ ਵਾਲਾ ਕੇਸ ਜਿਹੜਾ ਇਮੀਡੀਏਟ ਐਂ ਕਰਕੇ ਤਾਂ ਉਹਨਾਂ ਦਾ ਸਾਰਾ ਕੁਝ ਸੁਣਵਾਈ ਕਰ ਦਿੰਦੇ ਆ। ਔਰ ਉਹ ਕਹਿੰਦੇ ਬਾਕੀ ਜਿਹੜੀ ਲੋਕਤੰਤਰ ਦੀ ਜਿਹੜੀ ਜੁਡੀਸ਼ਰੀ ਆ, ਜਿਹਦੇ ਵਿੱਚ ਲੋਕ ਸੀਰੀਅਸ ਤੌਰ 'ਤੇ ਉਡੀਕ ਰਹੇ ਆ ਡੇਟਾ ਨੂੰ, ਉਹਨਾਂ ਦਾ ਤਾਂ ਕੋਈ ਕਿਸੇ ਨੇ ਪਤਾ ਨਹੀਂ ਕੀਤਾ।
ਕਈ ਗੱਲਾਂ ਉਹਦੀਆਂ ਬਿਲਕੁਲ ਸੱਚੀਆਂ ਵਾ ਔਰ ਉਹਦੇ ਨਾਲ ਲੋਕਾਂ ਦੀ ਜ਼ਿਆਦਾ ਹਾਮੀ ਭਰੀ ਹੈ ਲੋਕਾਂ ਨੇ। ਔਰ ਇਸ ਹਾਮੀ ਦੇ ਨਾਲ ਨਾਲ ਜਿਹੜੇ ਇਹਨਾਂ ਦੇ ਖੜਕੇ ਸਾਹਿਬ ਨੇ, ਉਹਨਾਂ ਨੇ ਕਹਿ ਦਿੱਤਾ ਕਿ ਆਉਣ ਵਾਲੀ ਇਲੈਕਸ਼ਨ 'ਚ ਅਸੀਂ ਇਹਨਾਂ ਦੀ ਇਸ ਪਾਰਟੀ ਨੂੰ ਦੱਸਾਂਗੇ ਕਿ ਜੁਡੀਸ਼ਰੀ ਕੀ ਹੈ ਔਰ ਨੇਤਾ ਕੀ ਹੁੰਦੇ ਆ, ਔਰ ਆਂਦੇ ਇਹੀ ਹਾਲਾਤ ਉਹਨਾਂ ਦੇ ਵੀ ਆ ਸਕਦੇ ਆ। ਉਹ ਬਦਤਰ ਤੋਂ ਬਦਤਰ ਹਾਲਾਤ ਦੇਖਣੇ ਪੈਣਗੇ। ਔਰ ਪਾਰਟੀ ਇਸ ਵੇਲੇ ਪੂਰੇ ਰੋਹ 'ਚ ਆ, ਗੁੱਸੇ 'ਚ ਆ। ਉਹਨਾਂ ਨੂੰ ਪਤਾ ਹੈਗਾ ਕਿ ਉਹਨਾਂ ਦਾ ਨੇਤਾ ਰਿਹਾ ਹੈ ਔਰ ਸਾਬਕਾ ਪ੍ਰਧਾਨ ਵੀ ਰਹੇ ਕਾਂਗਰਸ ਦੇ, ਔਰ ਇਹਨਾਂ ਦੀ ਸਾਰੀ ਫੈਮਿਲੀ ਤਾਂ ਵਾਗਡੋਰ ਰਹੀ ਆ ਦੇਸ਼ ਦੀ। ਔਰ ਉਹਦੇ ਨਾਲ ਉਹ ਕਹਿੰਦੇ ਵੀ ਇਸ ਤਰ੍ਹਾਂ ਦਾ ਬਿਹੇਵ ਕਰਨਾ, ਇਸ ਤਰ੍ਹਾਂ ਦਾ ਉਹਨਾਂ ਦੇ ਨਾਲ ਜੁਡੀਸ਼ਰੀ ਵੱਲੋਂ ਜਾਂ ਜਨਤਾ ਵੱਲੋਂ ਜਾਂ ਪਾਰਟੀ ਵੱਲੋਂ ਇਸ ਤਰ੍ਹਾਂ ਦਾ ਕਰਨਾ, ਉਹਨਾਂ ਨੇ ਕਿਹਾ ਕਿ ਨੁਕਸਾਨਦੇਹ ਹੈ। ਔਰ ਇਸ ਰੋਹ ਦੇ ਨਾਲ ਉਹ ਲੋਕਾਂ ਦੇ ਹੋਰ ਨੇੜੇ ਆ ਰਹੇ ਆ। ਇਹਨੇ ਰਾਹੁਲ ਗਾਂਧੀ ਨੇ ਕਹਿਤਾ ਕਿ ਤੇਰੇ ਲੋਕਾਂ ਦੀ ਹਾਮੀ ਹੈ ਮੇਰੇ ਨਾਲ, ਮੈਨੂੰ ਪਤਾ ਹੈ, ਮੈਂ ਤਦੇ ਹੀ ਸੜਕਾਂ 'ਤੇ ਘੁੰਮਦਾ, ਤਦੇ ਲੋਕਾਂ ਤੱਕ ਜਾਂਦਾ। ਤੁਹਾਨੂੰ ਕੀ ਲੱਗਦਾ ਕਿ ਜਿਹੜੀਆਂ ਉਹਨਾਂ ਨੇ ਸਟੇਟਮੈਂਟਸ ਦਿੱਤੀਆਂ ਨੇ, ਜਿਹੜੀਆਂ ਤੁਸੀਂ ਹੁਣੇ ਗੱਲਾਂ ਕੀਤੀਆਂ ਨੇ ਕਿ ਮੇਰੇ ਕੇਸ ਨੂੰ ਜ਼ਿਆਦਾ ਫਟਾਫਟ ਟਾਈਮ ਦੇ ਨਾਲ ਨਿਪਟਾਇਆ ਜਾਂਦਾ ਔਰ ਫਟਾਫਟ ਫੈਸਲਾ ਕੀਤਾ ਜਾਂਦਾ, ਜਦਕਿ ਬਾਕੀ ਕੇਸਿਸ ਕਈ ਐਸੇ ਇੰਪੋਰਟੈਂਟ ਕੇਸਿਸ ਨੇ ਜਿਹੜੇ ਪੈਂਡਿੰਗ ਪਏ ਹੋਏ ਨੇ, ਤੁਹਾਨੂੰ ਕੀ ਲੱਗਦਾ ਰਾਹੁਲ ਗਾਂਧੀ ਇਸ਼ਾਰਾ ਕਰ ਰਹੇ ਨੇ ਕਿ ਇਹ ਜੋ ਕੇਸ ਹੈ ਪੋਲੀਟੀਕਲੀ ਮੋਟੀਵੇਟਿਡ ਹੈ, ਕੋਈ ਪੋਲੀਟੀਕਲ ਪ੍ਰੈਸ਼ਰਸ ਵੀ ਹੈਗੇ ਨੇ ਇਹਦੇ ਵਿੱਚ? ਉਹ ਮਤਲਬ ਉਹੀ ਹੈ, ਉਹਨਾਂ ਕਿਹਾ ਕਿ ਇਹਦੇ ਪਿੱਛੇ ਤਾਂ ਸਿਆਸੀ ਜਿਹੜਾ ਹੈਗਾ ਜ਼ੋਰ ਹੈਗਾ, ਜਿਹਦੇ ਤੱਕ ਇਹ ਸਾਰਾ ਕੁਝ ਜੁਡੀਸ਼ਰੀ ਤੱਕ ਵੀ ਜਾਂਦਾ ਹੈਗਾ ਕਿ ਮੇਰੇ ਕੇਸ ਦੇ ਵਾਲੇ ਪਾਸਿਆਂ ਤੇ ਦਮਾਂ ਦਮ ਸਾਰਾ ਕੁਝ ਅਜੇ ਸਾਹ ਨਹੀਂ ਆਉਂਦਾ ਤਾਂ ਕੇਸ ਕਰ ਦਿੰਦੇ ਆ। ਪਾਰਲੀਮੈਂਟ 'ਚ ਵੀ ਬੋਲਿਆ ਔਰ ਉਹਨੇ ਕਿਹਾ ਵੀ ਅਸੀਂ ਅਡਾਨੀ ਰਿਪੋਰਟ ਦੇ ਵਿੱਚ ਉਹਨੇ ਕਿਹਾ ਸੀ ਲੋਕਤੰਤਰ ਹੈ, ਸਾਨੂੰ ਬੋਲਣ ਦਾ ਮੌਕਾ ਦਿਓ, ਰਿਪੋਰਟ ਲਈ ਅਸੀਂ ਚਾਹੁੰਦੇ ਹਾਂ ਕਿ ਰਿਪੋਰਟ ਦਿਓ ਸਾਨੂੰ ਕੀ ਹੈਗਾ। ਉਹਦੇ ਵਿੱਚ ਇੱਕ ਲੌਬੀ ਬਣ ਗਈ, ਲੌਬੀ ਨੇ ਉਹਨਾਂ ਨੂੰ ਨਹੀਂ ਬੋਲਣ ਦਿੱਤਾ, ਉਹ ਮਾਮਲਾ ਠੱਪ ਹੀ ਰਿਹਾ। ਫਿਰ ਇੱਕ ਸਾਂਝੀ ਕਮੇਟੀ ਬਣਾਉਣੀ ਸੀ, ਪਾਰਲੀਮੈਂਟ ਦੀ ਸਾਂਝੀ ਕਮੇਟੀ ਸੀਗੀ, ਉਹ ਕਮੇਟੀ ਦੇ ਵਿੱਚ ਨੁਮਾਇੰਦੇ ਆਉਣੇ ਸੀ। ਇਹਨਾਂ ਨੇ ਕਿਹਾ ਲਿਫਾਫਾ ਬੰਦ ਬਣਾ ਕੇ ਭੇਜ ਕੇ ਅਸੀਂ ਦੇ ਦਾਂਗੇ। ਉਹ ਇਹਨਾਂ ਨੇ ਕਾਂਗਰਸ ਨੇ ਉਹਦਾ ਆਲੋਚਨਾ ਕੀਤੀ, ਉਹਦੇ ਅਗੇਂਸਟ ਬੋਲੇ ਵੀ ਨੋ ਲਿਫਾਫਾ, ਸਿੱਧੇ ਆਮ ਦੱਸੋ ਕਿਹਨੂੰ ਕਿਹਨੂੰ ਲੈਣਾ। ਵਿੱਚ ਰਿਟਾਇਰਡ ਜੱਜ ਵੀ ਹੋ ਸਕਦੇ ਆ, ਵਿੱਚ ਪਾਰਲੀਮੈਂਟ ਦੇ ਮੈਂਬਰ ਵੀ ਹੋ ਸਕਦੇ ਆ, ਜਿਸ 'ਚ ਲੋਕ ਸਭਾ ਰਾਜ ਸਭਾ ਦੇ ਮੈਂਬਰ ਵੀ ਹੋ ਸਕਦੇ ਆ, ਔਰ ਉਹਦੇ ਵਿੱਚ ਕਈ ਲੋਕ ਹੋ ਸਕਦੇ ਆ ਜਿਹੜੇ ਉਹਨਾਂ ਦੇ ਨਾਲ ਕੇਸ ਨੂੰ ਚੰਗੀ ਤਰ੍ਹਾਂ ਜਾਣਦੇ ਹੋਣ, ਜਿਹੜੇ ਜੁਡੀਸ਼ਰੀ ਨੂੰ ਸਮਝਦੇ ਹੋਣ, ਜਿਹੜੇ ਲਾਅ ਨੂੰ ਸਮਝਦੇ ਹੋਣ। ਇਸ ਕਰਕੇ ਇਹਦੇ ਪਿੱਛੇ ਇਹਨਾਂ ਨੇ ਕਿਹਾ ਕਾਂਗਰਸ ਨੇ ਕਿ ਇਹਦੇ ਪਿੱਛੇ ਜਿਹੜਾ ਲਗੂਨਾ ਜੋ ਕੁਛ ਹੈਗਾ ਉਹ ਭੇਦ ਛੁਪਿਆ ਹੈਗਾ, ਪਰ ਸਾਨੂੰ ਪਤਾ ਕਿ ਕੌਣ ਕੀ ਕਰ ਰਿਹਾ ਹੈਗਾ। ਪਰ ਉਹ ਕਹਿੰਦੇ ਸਾਡਾ ਵੀ ਤਾਂ ਇੱਕ ਮੁੱਕੀ ਚੁੱਕ ਲਾ ਦੂਜੀ ਨੂੰ ਤਿਆਰ, ਅਸੀਂ ਵੀ ਤਿਆਰ ਹਾਂ, ਉਦੋਂ ਬਾਅਦ ਅਸੀਂ ਵੀ ਇੱਦਾਂ ਕਰਾਂਗੇ। ਪਰ ਰਿਵੈਂਜਫੁਲੀ ਚੱਲਣ ਨਾਲ ਦੇਸ਼ ਜਿਹੜਾ ਉਹ ਢਹਿੰਦੀਆਂ ਕਲਾਂ ਨੂੰ ਜਾਂਦਾ। ਜਦੋਂ ਇੱਕ ਪਾਰਟੀ 'ਤੇ ਜ਼ੋਰ ਪਾ ਕੇ ਉਹਨੂੰ ਡੋਮੀਨੇਟ ਕਰ ਦਿੰਦੇ ਆ, ਫਿਰ ਉਹ ਪਾਰਟੀ ਰੂਲਿੰਗ ਆਉਂਦੀ ਆ, ਉਹ ਜਦੋਂ ਬਣ ਜਾਂਦੀ ਆ ਉਹ ਉਹਨਾਂ ਵੱਲ ਹੋ ਜਾਂਦੀ ਆ, ਅਤੇ ਲੋਕ ਵਿਚਾਰੇ ਇਸ ਚੀਜ਼ ਤੋਂ ਅਵੇਸਲੇ ਹੋ ਜਾਂਦੇ ਆ, ਦੂਰ ਹੋ ਜਾਂਦੇ ਆ। ਵਿਕਾਸ ਦੀਆਂ ਸੱਧਰਾਂ ਜਿਹੜੀਆਂ ਉਹਨਾਂ ਦੇ ਮਨ ਵਿੱਚ ਹੀ ਰਹਿ ਜਾਂਦੀਆਂ। ਇਹ ਸਾਰਾ ਕੁਝ ਜਿਹੜਾ ਹੈਗਾ ਦੋਨਾਂ ਪਾਰਟੀਆਂ ਨੂੰ ਚਾਹੀਦਾ ਕਿ ਉਹ ਸਹਿਮਤੀ ਨਾਲ ਚੱਲਣ, ਪਿਆਰ ਨਾਲ ਚੱਲਣ। ਜੇ ਕੁਝ ਮਾੜਾ ਮੋਟਾ ਹੁੰਦਾ ਤਾਂ ਉਹਦੇ ਤਾਂ ਉਹ ਪਾਰਲੀਮੈਂਟ 'ਚ ਡਿਸਕਸ ਕੀਤਾ ਜਾਵੇ, ਨਾ ਕਿ ਜੁਡੀਸ਼ਰੀ 'ਚ, ਨਾ ਕਿ ਉਹਨਾਂ ਨੂੰ ਇੰਡੀਵਿਜੂਅਲੀ ਵਿਅਕਤੀਗਤ ਤੌਰ 'ਤੇ ਤੰਗ ਕੀਤਾ ਜਾਵੇ। ਮਤਲਬ ਇਹ ਹੈ ਕਿ ਬਹੁਤ ਕੁਝ ਅਜਿਹਾ ਹੈ ਜਿਹੜਾ ਇਸ ਵਕਤ ਲੋਕਾਂ ਦੇ ਸਾਹਮਣੇ ਨਹੀਂ ਆ ਰਿਹਾ, ਛੁਪਿਆ ਹੋਇਆ ਹੈ। ਪਰ ਕਾਂਗਰਸ ਪਾਰਟੀ ਕਹਿੰਦੀ ਹੈ ਕਿ ਸਮੇਂ ਦੇ ਨਾਲ ਅਸੀਂ ਉਹਨੂੰ ਸਾਹਮਣੇ ਲੈ ਕੇ ਆਵਾਂਗੇ, ਲੋਕਾਂ ਨੂੰ ਸੱਚ ਦੱਸਾਂਗੇ ਕਿ ਸੱਚ ਕੀ ਹੈ, ਇਸ ਕੇਸ ਦੇ ਪਿੱਛੇ ਕੀ ਪੋਲੀਟੀਕਲ ਜੋ ਵੈਂਡੇਟਾ ਜਿਹਨੂੰ ਆਪਾਂ ਕਹਿ ਸਕਦੇ ਹਾਂ, ਜਾਂ ਪੋਲੀਟੀਕਲ ਪ੍ਰੈਸ਼ਰਸ ਕਹਿ ਸਕਦੇ ਹਾਂ, ਜਾਂ ਪੋਲੀਟੀਕਲੀ ਮੋਟੀਵੇਟਿਡ ਹੈ ਜੋ ਵੀ ਇਹ ਸਾਰਾ ਮੈਟਰ ਹੈ, ਜੋ ਵੀ ਇਹਦੇ ਪਿੱਛੇ ਪੋਲਿਟਿਕਸ ਹੋ ਰਿਹਾ ਹੈ। ਕਾਂਗਰਸ ਕਹਿੰਦੀ ਹੈ ਕਿ ਅਸੀਂ ਇਹ ਸਾਹਮਣੇ ਲੈ ਕੇ ਆਵਾਂਗੇ ਸਮੇਂ ਦੇ ਨਾਲ, ਸਾਨੂੰ ਪਤਾ ਹੈ ਔਰ ਅਸੀਂ ਇਹਨੂੰ ਸਾਹਮਣੇ ਲੈ ਕੇ ਆਵਾਂਗੇ, ਔਰ ਇਲੈਕਸ਼ਨਸ ਦੇ ਵਿੱਚ ਵੀ ਇਸ ਗੱਲ ਨੂੰ ਅਸੀਂ ਉਜਾਗਰ ਕਰਾਂਗੇ। ਕਾਂਗਰਸ ਇਹ ਕਹਿ ਰਹੀ ਹੈ ਜੀ। ਸੋ ਰਾਹੁਲ ਗਾਂਧੀ ਇਹ ਕਹਿ ਰਹੇ ਨੇ ਕਿ ਅਸੀਂ ਹਾਈ ਕੋਰਟ 'ਚ ਜਾਵਾਂਗੇ ਔਰ ਅੱਗੇ ਜਾ ਕੇ ਜਾਣਾ ਅਪੀਲ ਕਰਾਂਗੇ। ਉਹਦਾ ਜਾਣਾ ਹੀ ਪੈਣਾ ਹੈ ਕਿਉਂਕਿ 2 ਸਾਲ ਦੀ ਕੇਸ ਦੀ ਸਜ਼ਾ ਹੈ ਇਹਦੇ ਵਿੱਚ। ਸਜ਼ਾ ਹੈਗੀ ਆ, ਉਹਨੂੰ ਤਾਂ ਪਤਾ ਹੈ ਨਾ, ਜੇ ਉਹਨਾਂ ਨੂੰ ਜੇ ਸਜ਼ਾ ਹੋ ਗਈ ਤਾਂ ਫਿਰ ਇਲੈਕਸ਼ਨ ਤਾਂ ਉਸ ਤਰ੍ਹਾਂ ਨਹੀਂ ਲੜ ਸਕਦੇ। ਫਿਰ ਤਾਂ ਜਿਹੜੀ 6 ਸਾਲ ਵਾਸਤੇ ਪਾਰਟੀ ਦਾ ਰੋਹ ਹੋਰ ਜਾਗੂਗਾ, ਹੋਰ ਗੁੱਸਾ ਜਾਗੂਗਾ। ਸੋ ਇਹ ਹੁਣ ਆਉਣ ਵਾਲੇ ਦਿਨਾਂ 'ਚ ਦੇਖਣਾ ਪੈਣਾ ਹੈ ਕੀ ਹੋਣਾ ਹੈ, ਕੀ ਕੁਝ ਹੁੰਦਾ। ਬਿਲਕੁਲ ਜੀ। ਸੋ ਬਿਲਕਿਸ ਬਾਨੋ ਕੇਸ ਹੁਣ ਅਦਾਲਤ ਨਾਲ ਜੁੜੇ ਹੋਇਆ ਇੱਕ ਹੋਰ ਮੈਟਰ ਲੈ ਲੈਂਦੇ ਆ। ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜਾ ਬਿਲਕਿਸ ਬਾਨੋ ਕੇਸ ਹੈ ਜੋ ਗੁਜਰਾਤ ਦੇ ਵਿੱਚ ਹੋਇਆ, ਉਹਦੇ ਨਾਲ ਜਿਹੜੀਆਂ ਸੰਬੰਧਿਤ ਸਾਰੀਆਂ ਫਾਈਲਾਂ ਨੇ, ਅਸਲੀ ਫਾਈਲਾਂ ਨੇ, ਉਹ ਬਾਹਰ ਲੈ ਕੇ ਆਓ, ਉਹ ਕੋਰਟ ਦੇ ਸਾਹਮਣੇ ਪੇਸ਼ ਕੀਤੀਆਂ ਜਾਣ। ਉਹਨੇ ਅਸਲੀ ਫਾਈਲਾਂ ਕਿਹੜੀਆਂ ਨੇ ਜਿਹੜੀਆਂ ਕੋਰਟ ਡਿਮਾਂਡ ਕਰਦਾ ਪਿਆ? ਵੈਸੇ ਜੁਡੀਸ਼ਰੀ ਨੂੰ ਪਤਾ ਲੱਗਾ, ਸੁਪਰੀਮ ਕੋਰਟ ਨੇ ਇਹ ਹੁਕਮ ਕੀਤਾ ਕਿ ਜਿਹੜਾ ਵੀ ਇਹਨਾਂ ਕੋਲ ਹੈਗਾ, ਸਰਕਾਰ ਕੋਲ, ਗੁਜਰਾਤ ਸਰਕਾਰ ਕੋਲ, ਇਹ ਮਸਲਾ ਜਿਹੜਾ ਵਾਕਿਆ ਹੋਇਆ ਸੀ 2002 'ਚ ਬਿਲਕਿਸ ਬਾਨੋ ਦਾ, ਔਰ ਉਹਦੇ ਨਾਲ ਰੇਪ ਹੋਇਆ ਸੀ, ਉਹ ਗਰਭਵਤੀ ਸੀ, ਔਰ ਉਹਦੇ ਬਾਕੀ ਫੈਮਿਲੀ ਵੀ ਉਹਨਾਂ 'ਤੇ ਵੀ ਤਸ਼ੱਦਦ ਕੀਤਾ, ਉਹਨਾਂ ਨੂੰ ਮਾਰਿਆ। ਔਰ ਇਹ ਕੇਸ ਚੱਲਦਾ 2000 ਤੋਂ ਹੁਣ ਤੱਕ ਆਇਆ। ਉਹ 11 ਬੰਦਿਆਂ ਦੇ ਉੱਤੇ ਦੋਸ਼ ਮੜਿਆ ਗਿਆ ਸੀ, ਧਾਰਾ ਲੱਗੀਆਂ 302 ਕਤਲ ਜਿਹੜੀ 307 ਇਰਾਦਾ ਕਤਲ,
ਉਹ ਧਾਰਾ ਜਿਹੜੀਆਂ ਲੱਗੀਆਂ ਸੀ ਇੰਡੀਅਨ ਪੀਨਲ ਕੋਡ ਦੀਆਂ, ਉਹਦੇ ਵਿੱਚ ਉਹ ਕਰਦੇ ਗਵਾਹ ਨਹੀਂ ਕੋਈ ਆਇਆ ਜਾਂ ਗਵਾਹ ਮੁੱਕਰ ਗਏ, ਸਾਰਾ ਕੁਝ ਹੋਇਆ। ਉਦੋਂ ਬਾਅਦ ਪੈਰੋਲ ਜਿਹੜੀ ਦਿੱਤੀ ਆ, ਕਿਸੇ ਨੂੰ 1000 ਦਿਨ ਦੀ ਦਿੱਤੀ ਆ, ਕਿਸੇ ਨੂੰ 1200 ਦਿਨ ਦੀ ਦਿੱਤੀ ਆ, ਕਿਸੇ ਨੂੰ 1500 ਦਿਨ ਦੀ ਦਿੱਤੀ ਆ। ਪੈਰੋਲ ਇੰਨੀ ਹੁੰਦੀ ਨਹੀਂ। ਔਰ ਉਹ ਚੀਜ਼ਾਂ ਜਿਹੜੀਆਂ ਉਹਨਾਂ ਨੇ ਘੋਖੀਆਂ, ਉਹਨਾਂ ਨੇ ਕਿਹਾ ਕਿ ਉਹ ਫਾਈਲਾਂ ਕੱਢੋ ਪਿਛਲੀਆਂ ਜਿਹੜੀਆਂ ਕੇਸ ਚੱਲਣ ਤੋਂ ਹੁਣ ਤੱਕ। ਰਿਕਾਰਡ ਤਾਂ ਸੁਪਰੀਮ ਕੋਰਟ ਕੋਲ ਹੀ ਹੋਗਾ, ਪਰ ਜਿਹੜੇ ਇਹਨਾਂ ਨੇ ਭੇਜੀਆਂ ਉੱਥੇ, ਜਿਹੜੀਆਂ ਜਿੱਚ ਇਹਨਾਂ ਨੇ ਰਿਕਮੈਂਡ ਕੀਤਾ, ਉਹਨਾਂ ਨੇ ਰਿਕਮੈਂਡੇਸ਼ਨ ਵਾਲੀਆਂ ਪ੍ਰਪੋਜ਼ਲ ਜਿਹੜੇ ਬਣੇ ਆ, ਜਿਹੜੇ ਪ੍ਰਸਤਾਵ ਬਣਾਏ ਗਏ ਆ, ਉਹਨਾਂ ਨੇ ਕਿਹਾ ਕਿ ਉਹ ਸਾਨੂੰ ਦਿਖਾਓ ਕੀ ਕੀ ਲਿਖਿਆ ਹੈਗਾ। ਔਰ ਜੱਜ ਨੇ ਕਿਹਾ ਅਨਾਰ ਨਾ ਸੇਬ ਅਤੇ ਅਨਾਰ ਦੇ ਵਿੱਚ ਉਹ ਖਾਣ ਦਾ ਜਾਂ ਉਹ ਫਰਕ ਨਹੀਂ ਹੁੰਦਾ, ਉਹਨਾਂ 'ਚ ਫਰਕ ਹੁੰਦਾ। ਉਹਨਾਂ ਨੇ ਕਿਹਾ ਵੀ ਕਤਲ ਦਾ ਮਾਮਲਾ ਜਿਹੜਾ ਹੈ 302 ਹੈਗਾ, ਉਹ ਕਤਲ ਦਾ ਜਿਹੜਾ ਲੋਕਾਂ ਦੇ ਦੁਸ਼ਮਣੀ ਦਾ ਕਤਲ ਆ, ਉਹ ਕਤਲ ਦਾ ਅਤੇ ਇਹਦੇ ਕਤਲ ਦਾ ਇਹ ਮਾਮਲਾ ਇੱਕ ਨਹੀਂ ਹੈਗਾ। ਧਾਰਾ ਭਾਵੇਂ ਇੱਕ ਹੀ ਲੱਗੀ ਆ। ਇਹ ਰੇਪ ਕੇਸ ਵੀ ਆ, ਉਹਨੂੰ ਮੈਂਟਲੀ ਟੌਰਚਰ ਕੀਤਾ, ਉਹਨੂੰ ਮਾਰ ਵੀ ਦਿੱਤਾ। ਕਿ ਸੁਪਰੀਮ ਕੋਰਟ ਇਹਦੇ ਨਾਲ ਖਫਾ ਹੈ ਔਰ ਉਹਨਾਂ ਨੇ ਕਹਿਤਾ ਕਿ ਸਾਨੂੰ ਕਾਗਜ਼ ਦਿਖਾ ਲਓ। ਕਾਗਜ਼ ਦਿਖਾਉਣ ਤੋਂ ਬਾਅਦ ਫਿਰ ਅਸੀਂ ਪੈਰਵਾਈ ਕਰਾਂਗੇ ਕੀ ਕੁਛ ਹੁੰਦਾ ਸਰਕਾਰ ਦੇ ਵਿਰੁੱਧ। ਔਰ ਮਾਮਲਾ ਲਟਕਦਾ 2002 ਤੋਂ ਬਾਅਦ ਹੁਣ ਕਿੱਥੇ ਪਹੁੰਚ ਗਿਆ, 23 ਤੱਕ ਪਹੁੰਚ ਗਿਆ, ਅਜੇ ਵੀ ਕਿਸੇ ਸਿੱਟੇ 'ਤੇ ਨਹੀਂ ਪਹੁੰਚਿਆ। ਔਰ ਜਿਹਦੇ ਵਿੱਚ ਅੱਗੇ ਆਪਾਂ ਰਾਹੁਲ ਗਾਂਧੀ ਦੀ ਗੱਲ ਕੀਤੀ ਕਿ ਇਹੋ ਜਿਹੇ ਕੇਸ ਜਿਹੜੇ ਆ ਪੈਂਡਿੰਗ ਆ, ਉਸੇ ਤਰ੍ਹਾਂ ਚੱਲੇ ਜਾਂਦੇ ਆ, ਅਤੇ ਇੱਕ ਕੇਸ ਆ ਚੁਟਕੀ 'ਚ ਦੱਸ ਦਿੰਦੇ ਸਾਰਾ ਕੁਝ। ਇਹ ਵੀ ਜੁਡੀਸ਼ਰੀ ਦੀ ਕੁਇਕਨੈਸ ਆ, ਜਾਂ ਸਮਝ ਲਓ ਕਿ ਉਹਦੇ ਪਿੱਛੇ ਕੋਈ ਪ੍ਰੈਸ਼ਰ ਆ ਜਾਂ ਕੀ ਕੁਛ ਹੈਗਾ। ਅਦਾਲਤਾਂ ਵੈਸੇ ਕੇਸ ਤਾਂ ਤਦ ਪੂਰਾ ਕਰਦੀਆਂ ਜੇ ਉਹਨਾਂ ਦੀਆਂ ਪੈਰਵਾਈ ਕਰਦੇ ਲੋਕ ਆ ਕੇ ਗਵਾਹੀਆਂ ਪੇਸ਼ ਕਰਨ। ਚਿੱਟੇ ਦਿਨ ਕਤਲ ਹੋਇਆ, ਜੇ ਗਵਾਹੀ ਨਹੀਂ ਹੈਗਾ ਤਾਂ ਬਰੀ ਹੋ ਜਾਂਦੇ ਆ, ਬਹੁਤ ਬਰੀ ਹੋਏ ਇਸੇ ਤਰ੍ਹਾਂ ਹੀ। ਲੋਕ ਡਰਦੇ ਨਹੀਂ ਆਉਂਦੇ, ਉਸੇ ਤਰ੍ਹਾਂ ਜਿਹੜੇ ਆਤੰਕੀ ਆ ਕੇ ਮਾਰ ਜਾਂਦੇ ਆ ਜਾਂ ਫੜੇ ਜਾਂਦੇ ਆ, ਗੋਲੀ ਚਲਾਉਂਦੇ ਫੜੇ ਜਾਂਦੇ, ਉਸ ਤੋਂ ਬਾਅਦ ਕੁਛ ਨਹੀਂ ਹੁੰਦਾ ਇਹਨਾਂ ਦਾ। ਇਸੇ ਤਰ੍ਹਾਂ ਜੁਡੀਸ਼ਰੀ ਲੋਕਤੰਤਰ ਦੀ ਜਾਂ ਸੰਵਿਧਾਨ ਸਾਡਾ ਥੋੜ੍ਹਾ ਜਿਹਾ ਲਚਕੀਲਾ, ਜਿਹੜਾ ਫਲੈਕਸੀਬਿਲਿਟੀ ਸਾਡੇ ਫਲੈਕਸੀਬਿਲਿਟੀ ਨਾਲ ਅਪਰਾਧ ਵੱਧ ਰਹੇ ਆ। ਔਰ ਤੁਸੀਂ ਜਦੋਂ ਮੁਸਲਿਮ ਕੰਟਰੀਆਂ 'ਚ ਬਗਦਾਦ ਚਲ ਜਾਓ, ਦੂਸਰੀ ਕੰਟਰੀਆਂ ਚਲ ਜਾਓ, ਜਿੱਥੇ ਜਾਓਗੇ, ਕਤਰ ਚਲ ਜਾਓਗੇ, ਸਜ਼ਾ ਇੰਨੀ ਸਖਤ ਹੈਗੀ ਆ। ਔਰ ਸਜ਼ਾ ਵੀ ਪੁਰਾਣੀਆਂ ਸਜ਼ਾ ਗਈਆਂ। ਉੱਥੇ ਤੁਸੀਂ ਦੇਖੋ ਕੋਈ ਵੀ ਅਪਰਾਧ ਨਹੀਂ ਹੁੰਦਾ, ਘੱਟ ਅਪਰਾਧ ਹੁੰਦੇ ਆ। ਔਰ ਸਾਡੇ ਅਪਰਾਧ ਇਸ ਕਰਕੇ ਜ਼ਿਆਦਾ ਹੁੰਦੇ ਆ, ਸਜ਼ਾਵਾਂ ਜਿਹੜੀਆਂ ਸਖਤ ਨਹੀਂ ਗਈਆਂ। ਔਰ ਜੇ ਆਹ ਬਿਲਕਿਸ ਮਾਨੋ ਦਾ ਕੇਸ ਜਿਹੜਾ ਹੈਗਾ ਕਦੋਂ ਦਾ ਲਟਕ ਰਿਹਾ, ਉਹਨਾਂ ਨੇ ਕਿਹਾ ਵਾ ਕਿ ਇਹ ਕੇਸ, ਜੱਜ ਨੇ ਇੱਕ ਕਿਹਾ ਹੈਗਾ, ਉਹਦੀ ਸਟੇਟਮੈਂਟ ਆ ਵੀ ਇਹ ਕੇਸ ਜਿਹੜਾ ਹੋਇਆ ਨਾ, ਇਹ ਤੋਂ ਬਾਅਦ ਇਹ ਵੀ ਸਤਰਕ ਰਹਿਣਾ ਪੈਣਾ ਕਿ ਇਹ ਕੇਸ ਤਾਂ ਹੋ ਗਿਆ, ਉਦੋਂ ਬਾਅਦ ਹੋਰ ਬੜਾ ਕੁਝ ਹੋ ਸਕਦਾ ਇਹਦੇ ਲਈ, ਕਿ ਜੇ ਇਹਨੂੰ ਸਖਤ ਸਜ਼ਾ ਨਹੀਂ ਦੇਵਾਂਗੇ। ਇਸ ਵੇਲੇ ਉਹ ਸੀਰੀਅਸ ਹੈ। ਔਰ ਜੱਜ ਜਿਹੜੀ ਜਿਊਰੀ ਬਣੀ ਹੈ ਉਹਨਾਂ ਨੇ ਕਹਿਤਾ। ਔਰ ਇਹ ਮਸਲਾ ਪੂਰੇ ਹਿੰਦੁਸਤਾਨ 'ਚ ਇਸ ਵੇਲੇ ਪੂਰਾ ਭਖਿਆ ਪਿਆ। ਔਰ ਅੱਧਾ ਮਾਮਲਾ ਹੈਗਾ, ਜਿਹਨੂੰ ਮਾਰਿਆ ਗਿਆ, ਸਾਰਾ ਕੋਈ ਦੋਸ਼ੀ ਫੜੇ ਵੀ ਗਏ। ਸਹੀ ਗੱਲ ਹੈ। ਦੇਖੋ ਜੁਰਮ ਹੋਇਆ ਹੈ ਜੀ, ਪਰ ਜੁਰਮ ਕਿਹਨੇ ਕੀਤਾ ਇਹਦੇ ਬਾਰੇ ਸਭ ਖਾਮੋਸ਼। ਨਹੀਂ, ਫੜੇ ਵੀ ਗਏ ਆ, ਛੱਡ ਵੀ ਦਿੱਤੇ। ਉਹਨੂੰ ਮੁੜ ਤੋਂ ਕੀ ਹੋਣਾ ਹੈ ਕੋਈ ਨਹੀਂ ਜਾਣਦਾ। ਪਰ ਉਹ ਬਿਲਕਿਸ ਬਾਨੋ ਜਿਨ੍ਹਾਂ ਦੇ ਉੱਤੇ ਇਹ ਸਾਰਾ ਭਾਣਾ ਵਾਪਰਿਆ ਜੀ, ਉਹਨਾਂ ਦਾ ਕਸੂਰ ਕੁਝ ਵੀ ਨਹੀਂ। ਬਸ ਉਹੀ ਇਹ ਬੜਾ ਹਵਸ ਆ ਜਿਹੜੀ ਹੈ ਨਾ, ਉਹ ਹਵਸ ਨੇ ਮਾਰਿਆ, ਜਿਹਦੇ ਵਿੱਚ ਉਹਨਾਂ ਨੇ ਆ ਕੇ, ਉਹ ਸੋਹਣੀ ਸੁਨੱਖੀ ਕੁੜੀ ਸੀ, ਗਰਭਵਤੀ ਸੀ, ਉਹਦਾ ਪੇਟ 'ਚ ਬੱਚਾ ਸੀ, ਉਹ ਵੀ ਮਰ ਗਿਆ, ਆਪ ਵੀ ਮਾਰ ਦਿੱਤੇ, ਉਹਦੇ ਰਿਸ਼ਤੇਦਾਰ ਜਿਹੜੇ ਛਡਾਉਂਦੇ ਸੀ ਉਹ ਵੀ ਮਾਰ ਦਿੱਤੇ। ਔਰ ਇਹ ਦੇਸ਼ ਦੇਖੋ ਕੀ ਆਜ਼ਾਦੀ ਹੈ, ਕੀ ਲੋਕਤੰਤਰ ਆ। ਮੈਨੂੰ ਲੱਗਦਾ ਕਿ ਇੱਦਾਂ ਦੀ ਐਗਜ਼ਾਮਪਲ ਅੰਗਰੇਜ਼ਾਂ ਵੇਲੇ ਨਹੀਂ ਹੋਗੀ ਕਿ ਕਿਸੇ ਕੁੜੀ 'ਤੇ, ਜਵਾਨ ਕੁੜੀ 'ਤੇ ਜਿਹੜੀ ਪ੍ਰੈਗਨੈਂਟ ਆ, ਉਹਦੇ 'ਤੇ ਇੰਨਾ ਤਸ਼ੱਦਦ ਕੀਤਾ ਹੋਵੇ ਔਰ ਉਹਨੂੰ ਜਾਨੋਂ ਮਾਰ ਦਿੱਤਾ ਗਿਆ ਹੋਵੇ। ਇਹ ਸਾਡਾ ਲੋਕਤੰਤਰ ਹੈ, ਸਾਡਾ ਸੰਵਿਧਾਨ ਹੈ, ਇਹ ਸਾਡੀ ਆਜ਼ਾਦੀ ਹੈ। ਅਸੀਂ ਕਹਿੰਦੇ ਆਜ਼ਾਦ ਹੋ ਕੇ ਅਸੀਂ ਬੜੀਆਂ ਫਜ਼ਾਂ 'ਚ ਆ ਗਏ ਹਾਂ ਔਰ ਇਹ ਸਾਡੇ ਗਾਣੇ ਬਣੇ, ਕਈ ਕੁਛ ਬਣਿਆ। ਔਰ ਇੱਦਾਂ ਦੀਆਂ ਐਗਜ਼ਾਮਪਲ ਜਦੋਂ ਲੈਂਦੇ ਹਾਂ, ਮੁਸਲਿਮ ਕੁੜੀ ਆ ਔਰ ਹਿੰਦੁਸਤਾਨ ਆਜ਼ਾਦੀ ਧੀ ਆ, ਜਿਹਦੇ 'ਤੇ ਇੱਦਾਂ ਦਾ ਕੁਛ ਹੋਇਆ। ਔਰ ਜੁਡੀਸ਼ਰੀ ਇਸ ਵੇਲੇ ਇਸੇ ਤਰ੍ਹਾਂ ਇਹੋ ਜਿਹੜੀਆਂ ਆਪਾਂ ਬੋਲ ਰਹੇ ਹਾਂ ਉਹਨਾਂ ਦੀਆਂ ਸਟੇਟਮੈਂਟ। ਜਦੋਂ ਆਜ਼ਾਦੀ ਹੋਈ ਨਾ ਬਲਕਾਰ ਜੀ, ਤਾਂ ਸਭ ਨੇ ਸ਼ਹੀਦੀਆਂ ਦਿੱਤੀਆਂ ਨੇ। ਬਿਲਕੁਲ। ਸਿੱਖ ਕੌਮ ਨੇ ਵੀ ਦਿੱਤੀਆਂ, ਮੁਸਲਿਮ ਕੌਮ ਨੇ ਵੀ ਦਿੱਤੀਆਂ, ਹਿੰਦੂ ਕੌਮ ਨੇ ਵੀ ਦਿੱਤੀਆਂ, ਈਸਾਈ ਭਾਈਚਾਰੇ ਸਾਰਿਆਂ ਨੇ ਮਿਲ ਕੇ ਦਿੱਤੀ। ਕੌਣ ਹੈ ਜਿਹਨੇ ਕੁਰਬਾਨੀ ਨਹੀਂ ਦਿੱਤੀ? ਸਭ ਦੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ ਨੇ। ਔਰ ਬਜ਼ੁਰਗ ਤਾਂ ਸਭ ਦੇ ਸਾਂਝੇ ਨੇ, ਸ਼ਹੀਦ ਤਾਂ ਸਭ ਦੇ ਸਾਂਝੇ ਨੇ, ਸਭ ਨੇ ਕੁਰਬਾਨੀਆਂ ਦਿੱਤੀਆਂ ਨੇ। ਇਹ ਵਿਤਕਰੇ ਪਾਣਾ ਸਿਆਸਤ ਵਾਸਤੇ, ਆਪਣੀ ਸਿਆਸਤ ਚਮਕਾਉਣ ਵਾਸਤੇ, ਇਹ ਵਿਤਕਰੇ ਪਾਣਾ ਇਹ ਬੜੀ ਖਤਰਨਾਕ ਚੀਜ਼ ਹੈ। ਦੇਖੋ, ਪਾਕਿਸਤਾਨ ਦੇ ਲੋਕਾਂ ਦੀ ਹਿੰਦੁਸਤਾਨ ਦੇ ਲੋਕਾਂ ਨਾਲ ਕੋਈ ਦੁਸ਼ਮਣੀ ਨਹੀਂ, ਇਹ ਸਿਆਸਤ ਦੀ ਦੁਸ਼ਮਣੀ ਹੈ। ਔਰ ਸਿਆਸਤ ਦੀ ਦੁਸ਼ਮਣੀ ਕਰਕੇ ਹੀ ਆਰਮੀ ਨੂੰ ਲੜਨਾ ਪੈਂਦਾ। ਆਰਮੀ ਦੀ ਵੀ ਕੋਈ ਦੁਸ਼ਮਣੀ ਨਹੀਂ ਕਿਸੇ ਨਾਲ, ਇਹ ਤਾਂ ਸਿਆਸਤ ਹੈ ਜਿਹੜੀ ਲੜਵਾਉਂਦੀ ਹੈ। ਔਰ ਆਰਮੀ ਨੂੰ ਹੁਕਮ ਹੁੰਦੇ ਨੇ ਤੇ ਉਹ ਗੋਲੀ ਚਲਾਉਂਦੀ ਹੈ, ਨਹੀਂ ਤਾਂ ਦੁਸ਼ਮਣੀ ਤਾਂ ਕਿਸੇ ਦੀ ਕਿਸੇ ਨਾਲ ਨਹੀਂ। ਇਹ ਸਿਆਸਤ ਨੇ ਆਪਣੀਆਂ ਗੱਦੀਆਂ ਕਾਇਮ ਰੱਖਣੀਆਂ ਨੇ, ਆਪਣੀਆਂ ਗੱਦੀਆਂ ਤੇ ਬਹਿਣਾ ਹੈ, ਆਪਣੀ ਸਿਆਸਤ ਚਮਕਾਉਣੀ ਹੈ, ਆਪਣੀ ਸੱਤਾ ਕਾਇਮ ਰੱਖਣੀ ਹੈ। ਇਸ ਕਰਕੇ ਇਹ ਲੜਾਉਣਾ ਹੈ, ਆਪਸ ਦੇ ਵਿੱਚ ਲੜਾਉਣਾ ਹੈ ਤੇ ਲੜ ਕੇ ਰਾਜ ਕਰਨਾ ਹੈ। ਇਹ ਸਾਨੂੰ ਸਭ ਨੂੰ ਸਮਝਣਾ ਚਾਹੀਦਾ ਹੈ। ਔਰ ਜਿਹੜੀਆਂ ਲੜਾਈਆਂ ਹੁੰਦੀਆਂ ਨੇ, ਜਿਹੜੇ ਝਗੜੇ ਹੁੰਦੇ ਨੇ, ਇਹ ਮਾਰ ਕਾਟ ਹੁੰਦੀ ਆ, ਦੰਗੇ ਹੁੰਦੇ ਨੇ, ਇਹਨਾਂ ਦੇ ਵਿੱਚ
ਇਹਨਾਂ ਸਿਆਸਤਦਾਨਾਂ ਦਾ ਆਪਣਾ ਇੱਕ ਬੱਚਾ ਨਹੀਂ ਹੁੰਦਾ, ਆਪਣਾ ਇੱਕ ਰਿਸ਼ਤੇਦਾਰ ਨਹੀਂ ਹੁੰਦਾ। ਇਹ ਸਾਡੇ ਤੇ ਤੁਹਾਡੇ ਬੱਚੇ ਹੁੰਦੇ ਨੇ ਜਿਹੜੇ ਸੜਕਾਂ ਤੇ ਇੱਕ ਦੂਜੇ ਦਾ ਖੂਨ ਬਹਾਉਂਦੇ ਨੇ, ਇੱਕ ਦੂਜੇ ਨੂੰ ਕਤਲ ਕਰਦੇ ਨੇ, ਇੱਕ ਦੂਜੇ ਦੇ ਖੂਨ ਦੀ ਹੋਲੀ ਖੇਡਦੇ ਨੇ। ਇਹ ਸਾਡੇ ਤੇ ਤੁਹਾਡੇ ਬੱਚੇ ਹੁੰਦੇ ਨੇ। ਇਹਨਾਂ ਸਿਆਸਤਦਾਨਾਂ ਦਾ ਇੱਕ ਬੱਚਾ ਨਹੀਂ ਹੁੰਦਾ, ਇਹਨਾਂ ਦਾ ਰਿਸ਼ਤੇਦਾਰ ਦਾ ਇੱਕ ਬੱਚਾ ਨਹੀਂ ਹੁੰਦਾ। ਉਹ ਵਿਦੇਸ਼ਾਂ 'ਚ ਬੈਠੇ ਨੇ, ਸੈਟਲਡ, ਆਪਣੇ ਪੂਰੇ ਫੈਮਿਲੀ ਨਾਲ ਇੰਜੋਏ ਕਰਦੇ ਨੇ, ਆਪਣੇ ਬਿਜ਼ਨਸ ਕਰਦੇ ਨੇ, ਆਪਣੀ ਐਸ਼ ਕਰਦੇ ਪਏ ਨੇ, ਔਰ ਮਾਰਨ ਨੂੰ ਅਸੀਂ ਲੋਕ ਹੈਗੇ। ਹਾਂ ਸਹੀ। ਇਹਨਾਂ ਦੇ ਤਾਂ ਆਪਣੇ ਬੱਚੇ ਆਰਮੀ ਵਿੱਚ ਵੀ ਨਹੀਂ ਹੈਗੇ, ਇਹਨਾਂ ਦੇ ਰਿਸ਼ਤੇਦਾਰਾਂ ਦੇ ਬੱਚੇ ਆਰਮੀ ਵਿੱਚ ਵੀ ਨਹੀਂ ਹੈਗੇ, ਸ਼ਾਇਦ ਹੀ ਕੋਈ ਹੋਏਗਾ। ਪਰ ਨਹੀਂ, ਦੁਨੀਆ ਦੀ ਸਾਰੀ ਦੌਲਤ ਇਹਨਾਂ ਨੂੰ ਚਾਹੀਦੀ ਹੈ, ਦੁਨੀਆ ਦੀ ਸਾਰੀ ਪਾਵਰ ਇਹਨਾਂ ਨੂੰ ਚਾਹੀਦੀ ਹੈ, ਦੁਨੀਆ ਦੀ ਸਾਰੀ ਸੱਤਾ ਇਹਨਾਂ ਨੂੰ ਚਾਹੀਦੀ ਹੈ, ਤੇ ਕੁਰਬਾਨੀ ਦੇ ਨਾਂ ਤੇ ਕੋਈ ਨਹੀਂ। ਤੇ ਜਦੋਂ ਕੁਰਬਾਨੀ ਦੇਣ ਤੋਂ ਬਾਅਦ ਸ਼ਹੀਦਾਂ ਦਾ ਨਾਮ ਸਾਹਮਣੇ ਆਉਂਦਾ ਤੇ ਕਹਿੰਦੇ ਨੇ ਇਸ ਲਿਸਟ ਦੇ ਵਿੱਚ ਸਾਡਾ ਵੀ ਨਾਂ ਪਾ ਦਿਓ, ਅਸੀਂ ਵੀ ਸ਼ਹੀਦਾਂ ਦੇ ਵਿੱਚ ਹੀ ਆ ਜਾਈਏ। ਕਰਨਾ ਕਰਾਉਣਾ ਕੁਝ ਨਹੀਂ। ਇਹਨਾਂ ਦੀ ਖੇਡ ਹੀ ਵੱਖਰੀ ਹੈ। ਇਹ ਜਿਹੜੀ ਖੇਡ ਖੇਡਦੇ ਆ ਨਾ, ਇਹ ਹਰ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਤੁਸੀਂ ਫੌਜ ਦੀ ਗੱਲ ਕੀਤੀ, ਆਰਮੀ ਦੀ ਗੱਲ ਕੀਤੀ ਹੈ, ਕਿਉਂ ਭੇਜਣਗੇ ਉੱਥੇ? ਉਹ ਜਾਂਦੇ ਲੋੜਵੰਦ ਜਾਂ ਦੇਸ਼ ਦੀ ਰਾਖੀ ਲਈ ਨੌਜਵਾਨ ਮੁੰਡੇ ਰਿਸ਼ਟ ਪੁਸ਼ਟ ਜਿਹੜੇ ਜਾ ਰਹੇ ਆ, ਔਰ ਉਹਨਾਂ ਨੂੰ ਪਤਾ ਵੀ ਅਸੀਂ ਜਾ ਕੇ ਕਮਾਵਾਂਗੇ ਵੀ, ਦੇਸ਼ ਦੀ ਰਾਖੀ ਵੀ ਕਰਾਂਗੇ। ਇਹਨਾਂ ਕੋਲ ਤਾਂ ਪੈਸਾ ਬਹੁਤ ਹੈਗਾ, ਇਹਨਾਂ ਨੂੰ ਕੀ ਲੋੜ ਹੈ ਜਾ ਕੇ ਸਰਹੱਦਾਂ 'ਤੇ ਰਫਲਾਂ ਲੈ ਕੇ ਤੇ ਰੰਗਰੂਟੀ ਕਰਨੀ ਔਰ ਵੱਡੇ ਬੂਟ ਪਾ ਕੇ ਸਰਹੱਦਾਂ ਦੀਆਂ ਪਹਾੜੀਆਂ 'ਤੇ ਚੜ੍ਹਨਾ। ਇਹਨਾਂ ਕੋਲ ਤਾਂ ਇਹਨਾਂ ਦਾ ਮਤਲਬ ਨਹੀਂ। ਇਹਨਾਂ ਕੋਲ ਤਾਂ ਹੁੰਦਾ ਅਯਾਸ਼ੀ, ਔਰ ਇਹਨਾਂ ਕੋਲ ਹੁੰਦਾ ਪੈਸਾ ਬਟੋਰਨਾ, ਇਹਨਾਂ ਨੂੰ ਹੁੰਦਾ ਤਖਤ ਮੱਲਣੇ, ਇਹਨਾਂ ਨੂੰ ਹੁੰਦਾ ਜਾ ਕੇ ਵੱਡੀਆਂ ਗੱਡੀਆਂ ਲਗਜ਼ਰੀ 'ਤੇ ਬਹਿਣਾ, ਇਹਨਾਂ ਨੂੰ ਹੁੰਦਾ ਕਿ ਲੋਕਾਂ ਨੂੰ ਪਿੱਛੇ ਲਾਉਣਾ ਹਰ ਤਰੀਕੇ ਨਾਲ, ਔਰ ਕਤਲੋ ਗਾਰਤ ਕਰਨੀ, ਲੋਕਾਂ ਨੂੰ ਚਿੰਤਾ ਦੇ ਪਿੱਛੇ ਧਕੇਲਣਾ। ਇਹ ਚੀਜ਼ਾਂ ਇਹਨਾਂ ਦੇ ਕੋਲ ਹੁੰਦੀਆਂ, ਮੁੰਡਿਆਂ ਕੋਲ ਵੀ, ਇਹਨਾਂ ਦੇ ਕੋਲ ਵੀ, ਸਿਆਸਤਦਾਨਾਂ ਕੋਲ। ਕੋਈ ਸਿਆਸਤਦਾਨ ਨਹੀਂ ਚਾਹੁੰਦਾ ਕਿ ਸਰਬੱਤ ਦਾ ਭਲਾ ਜੇ, ਕੋਈ ਨਹੀਂ ਚਾਹੁੰਦਾ ਕਿ ਲੋਕਾਂ ਲਈ ਚੰਗਾ ਧਿਆਨ ਨਾਲ ਲੋੜਵੰਦਾਂ ਦੀ ਸਹਾਇਤਾ ਕਰੀਏ। ਉਹ ਚਾਹੁੰਦੇ ਨੇ ਕਿ ਜੇ ਇਹਨਾਂ ਦੀ ਸਹਾਇਤਾ ਹੋ ਗਈ, ਜੇ ਸੜਕਾਂ ਬਣ ਗਈਆਂ, ਜੇ ਗੱਡੀਆਂ ਆ ਗਈਆਂ ਇਹਨਾਂ ਕੋਲ, ਤਾਂ ਇਹਨਾਂ ਤੇ ਸਾਡੇ ਘਰਾਂ ਨੂੰ ਆ ਜਾਣਾ। ਇਹਨਾਂ ਨੂੰ ਉੱਥੇ ਰਹਿਣ ਦਿਓ, ਜੰਗਲਾਂ ਦੇ ਵਿੱਚ ਵੜੇ ਰਹਿਣ ਦਿਓ। ਪੰਜਾਬ ਦੀ ਗੱਲ ਨਹੀਂ ਮੈਂ ਕਰ ਰਿਹਾ, ਬਾਹਰਲੇ ਸੂਬਿਆਂ ਜਾ ਕੇ ਦੇਖੋ, ਲੋਕ ਜੰਗਲਾਂ 'ਚ ਵੱਸ ਰਹੇ ਆ, ਸੜਕਾਂ ਨਹੀਂ, ਰਾਹ ਨਹੀਂ, ਖਹਿੜਾ ਨਹੀਂ, ਕੋਈ ਖਾਣ ਲਈ ਕੁਛ ਰੋਟੀ ਨਹੀਂ, ਛੱਤ ਨਹੀਂ। ਉਹਨਾਂ ਆਂਦੇ ਵੀ ਜੇ ਇਹਨਾਂ ਕੋਈ ਸਾਰਾ ਕੁਝ ਸਹੂਲਤਾਂ ਮਿਲ ਗਈਆਂ, ਇਹਨਾਂ ਨੂੰ ਹੋਸ਼ ਆ ਜਾਣੀਆਂ, ਇਹਨਾਂ ਨੂੰ ਮਦਹੋਸ਼ ਰਹਿਣ ਦਿਓ, ਇਹਨਾਂ ਨੂੰ ਇੱਥੇ ਮਸਤ ਰਹਿਣ ਦਿਓ ਜੰਗਲਾਂ 'ਚ। ਜੇ ਸਾਡੇ ਵੱਲ ਆ ਗਏ ਤਾਂ ਇਹਨਾਂ ਨੇ ਸਾਨੂੰ ਮਾਰਨਗੇ ਜਾਂ ਸਾਡੇ ਕੋਲ ਪੁੱਛਣਗੇ ਆ ਕਿੱਥੋਂ ਆਇਆ, ਕੀ ਹੋ ਗਿਆ। ਨਾ ਉਹਨਾਂ ਨੂੰ ਪੜ੍ਹਾਈ ਵਾਲੇ ਪਾਸੇ ਆਉਣ ਦਿੰਦੇ ਆ, ਨਾ ਉਹਨਾਂ ਨੂੰ ਸ਼ਹਿਰਾਂ ਵੱਲ ਵਧਣ ਦਿੰਦੇ ਆ, ਨਾ ਉਹਨਾਂ ਨੂੰ ਰੇਡੀਓ TV ਸੁਣਨ ਦਿੰਦੇ ਆ। ਉਹਨਾਂ ਨੂੰ ਕੱਟ ਆਫ ਕੀਤਾ, ਸਿਵਲਾਈਜੇਸ਼ਨ ਤੋਂ ਦੂਰ ਰਹਿਣ, ਔਰ ਅਸੀਂ ਉਸੇ ਤਰ੍ਹਾਂ ਦਾ ਰਾਜ ਭੋਗੀਏ, ਉਸੇ ਤਰ੍ਹਾਂ ਦੀ ਆਜ਼ਾਦੀ ਕਰੀਏ, ਉਸੇ ਤਰ੍ਹਾਂ ਦੀਆਂ ਗੱਡੀਆਂ ਚਲਾਈਏ ਤੇ ਜਹਾਜ਼ਾਂ ਤੇ ਝੂਟੇ ਲਈਏ। ਇਹ ਉਹਨਾਂ ਦੀ ਬਿਲਕੁਲ। ਇਹਨਾਂ ਸਿਆਸਤਦਾਨਾਂ ਨੂੰ ਪੁੱਛੋ, ਤੁਹਾਡੇ ਪਰਿਵਾਰ 'ਚੋਂ ਕੋਈ ਬੱਚਾ ਆਰਮੀ 'ਚ ਹੈ? ਨਾ। ਤੁਹਾਡੇ ਪਰਿਵਾਰ 'ਚੋਂ ਕੋਈ ਬੱਚਾ ਸਪੋਰਟਸਮੈਨ ਹੈ? ਨਾ। ਪੁੱਛੋ, ਸ਼ਾਇਦ ਹੀ ਕੋਈ ਨਿਕਲੇਗਾ, ਸ਼ਾਇਦ ਹੀ ਕੋਈ। ਜ਼ੀਰੋ। ਬਾਹਰਲੇ ਦੇਸ਼ਾਂ 'ਚ ਕੰਪਲਸਰੀ ਆ ਆਰਮੀ ਦੇ ਵਿੱਚ ਟ੍ਰੇਨਿੰਗ ਲੈਣਾ ਚਾਹਣਾ। ਆਰਮੀ ਨੂੰ ਛੱਡ ਦਿਓ, ਸਪੋਰਟਸਮੈਨ ਹੀ ਦੱਸ ਦਿਓ। ਨਾ, ਕੋਈ ਵੀ ਨਹੀਂ। ਉਹ ਮੁੰਡੇ ਉਹੀ ਆ, ਪਿੰਡਾਂ ਦੇ ਸ਼ਹਿਰਾਂ ਦੇ ਜਵਾਨ ਮੁੰਡੇ ਉਹੀ ਆਉਂਦੇ ਆ। ਪਰ ਹੁਣ ਜਵਾਨੀ ਵੀ ਸਾਡੀ ਬਾਹਰਲੇ ਦੇਸ਼ਾਂ 'ਚ ਜਾ ਬੈਠੀ ਆ, ਇਹ ਵੀ ਮਜਬੂਰੀ ਕਰਕੇ। ਮੁੰਡਿਆਂ ਦਾ ਕੋਈ ਕਸੂਰ ਨਹੀਂਗਾ, ਜੇ ਆਪਾਂ ਕਰੀਏ ਤਾਂ ਇਹ ਫੈਕਟਰ ਇੱਕ ਹੈਗਾ, ਇਹ ਸੱਚ ਆ, ਇਹ ਇੱਕ ਬਹੁਤ ਸੱਚ ਦੇ ਨੇੜੇ ਦੀ ਗੱਲ ਆ, ਦੂਰ ਦੀ ਨਹੀਂ। ਮੁੰਡੇ ਇਸੇ ਕਰਕੇ ਗਏ, ਇੱਥੇ ਕੰਮ ਹੀ ਹੈ ਨਹੀਂ। ਦੂਜਾ ਹੈਗਾ ਨਸ਼ਾ ਆ ਗਿਆ, ਤੀਜੀ ਗੱਲ ਹੈਗੀ ਆ ਬੇਰੁਜ਼ਗਾਰੀ, ਸਾਰਾ ਕੁਛ ਆ ਗਿਆ। ਉਹ ਤਿੰਨਾਂ ਚੀਜ਼ਾਂ ਨੂੰ ਮਿਲਾ ਕੇ ਮਾਂ ਪਿਓ ਨੇ ਕਹਿ ਦਿੱਤਾ ਕਿ ਜੇ ਅਸੀਂ ਜ਼ਮੀਨ ਵੇਚ ਕੇ ਇੱਥੇ ਕੰਮ ਸ਼ੁਰੂ ਕਰ ਦਾਂਗੇ, ਬਿਜ਼ਨਸ ਸ਼ੁਰੂ ਕਰ ਦਾਂਗੇ। ਕਈ ਸਿਆਣਿਆਂ ਦੇ ਯਾਰ ਇੱਥੇ ਸ਼ੁਰੂ ਕਰ ਦਿਓ ਕੰਮ, ਪਰ ਉਹਨਾਂ ਨੂੰ ਪਤਾ ਇੱਥੇ ਫਿਰ ਕਈ ਤਰ੍ਹਾਂ ਦੇ ਗਰੁੱਪ ਆ, ਇੱਥੇ ਦੇ ਕਈ ਤਰ੍ਹਾਂ ਦੇ ਜਿਹੜੇ ਹੈਗੇ ਖਾਣ ਪੀਣ ਵਾਲੇ, ਉਹ ਇਹਨਾਂ ਦੇ ਵਿੱਚ ਅੰਡਲਜ ਹੋ ਜਾਣੇ ਆ। ਉੱਥੇ ਭੇਜੋ ਜਿੱਥੇ ਆਬੋ ਹਵਾ ਅੱਛੀ ਹੈ, ਜਿੱਥੇ ਖਾਣ ਪੀਣ ਅੱਛਾ ਹੈਗਾ, ਜਿੱਥੇ ਸਿਕਿਉਰਿਟੀ ਅੱਛੀ ਹੈ। ਉਹਨਾਂ ਦੇਸ਼ਾਂ 'ਚ ਜਾ ਵਸੇ ਮੁੰਡੇ। ਉਹ ਪੈਸਾ ਕਿਹਨਾਂ ਦਾ? ਮਾਂ ਪਿਓ ਦਾ, ਕਮਾਈ ਕਰਦੇ ਮੁੰਡੇ। ਸਿੱਧੀ ਗੱਲ ਹੈ, ਜਿਸ ਬੰਦੇ ਦਾ ਜੋ ਹੁਨਰ ਹੈ, ਉਸ ਹੁਨਰ ਨੂੰ ਜਿੱਥੇ ਵਿਕਾਸ ਮਿਲੇਗਾ, ਉਸ ਹੁਨਰ ਦੀ ਜਿੱਥੇ ਕਦਰ ਹੋਏਗੀ, ਬੰਦਾ ਉੱਥੇ ਜਾਏਗਾ। ਜੀ ਜੀ ਜੀ, ਕਿਉਂਕਿ ਉਹਦਾ ਹੁਨਰ ਜੋ ਕੁਦਰਤੀ ਹੁਨਰ ਹੈ, ਜਿੱਥੇ ਉਹ ਹੋਰ ਨਿਖਰੇ, ਉਹਨੂੰ ਹੋਰ ਵਿਕਾਸ ਮਿਲੇ, ਠੀਕ ਹੈ, ਉਹਦੀ ਹੋਰ ਕਦਰ ਹੋਵੇ, ਉਹ ਹੁਨਰ ਜਿੱਥੇ ਨਿਖਰਦਾ ਉਹ ਬੰਦਾ ਉੱਥੇ ਜਾਂਦਾ। ਨਹੀਂ ਤਾਂ ਉਹ ਕਹਿੰਦੇ ਨੇ ਕਿ ਜਦੋਂ ਕਿਸੇ ਇਨਸਾਨ ਦਾ ਟੈਲੈਂਟ, ਕਿਸੇ ਇਨਸਾਨ ਦਾ ਹੁਨਰ ਵੇਸਟ ਹੋ ਜਾਵੇ, ਵਿਅਰਥ ਹੋ ਜਾਵੇ, ਉਸ ਤੋਂ ਵੱਡੀ ਸਜ਼ਾ ਉਸ ਬੰਦੇ ਵਾਸਤੇ ਹੋਰ ਕੋਈ ਨਹੀਂ ਹੋ ਸਕਦੀ। ਵੈਸੇ ਜਵਾਨੀ ਨੂੰ ਸੰਭਾਲਣਾ ਵੀ ਬਹੁਤ ਔਖਾ, ਬਹੁਤ। ਜਿਹਨੂੰ ਮਾਰਗਦਰਸ਼ਨ ਅੱਛਾ ਦਿੱਤਾ ਜਾਵੇ, ਉਹਨੂੰ ਦਿਸ਼ਾ ਨਿਰਦੇਸ਼ ਅੱਛੇ ਦਿੱਤੇ ਜਾਣ, ਫਿਰ ਉਹ ਦੇਖੋ ਜਵਾਨੀ ਕਿੱਧਰ ਨੂੰ ਜਾਂਦੀ ਹੈ। ਸੰਸਕਾਰ ਹੈ ਨਾ, ਮਾਂ-ਬਾਪ ਦੇ ਸੰਸਕਾਰ। ਪੈ ਗਿਆ ਗਲਤ ਰਾਏ ਤੇ ਫਿਰ ਉਜਾੜਾ, ਨੁਕਸਾਨ ਸਰੀਰ ਦਾ, ਘਰ ਦਾ, ਬੂਆ ਚੰਨ ਨਹੀਂ ਦਿੰਦਾ, ਉਜਾੜਾ। ਬਿਲਕੁਲ। ਇਹ ਜਿਹੜੀ ਜਵਾਨੀ ਦੀ ਜਿਹੜੀ ਤਾਕਤ ਹੈ ਨਾ, ਉਹਨੂੰ ਚੈਨਲਾਈਜ਼ ਕਰਨਾ, ਇਹ ਮਾਤਾ ਪਿਤਾ ਦੇ ਹੱਥ 'ਚ ਹੈ, ਜਿਹੜੇ ਸੰਸਕਾਰ ਦਿੰਦੇ ਨੇ ਆਪਣੇ ਬੱਚਿਆਂ ਨੂੰ। ਚਲੋ ਆਪਾਂ ਅੱਗੇ ਵਧਦੇ ਹਾਂ। ਜ਼ਰੂਰ। ਕਿਸਾਨ ਯੂਨੀਅਨ ਉਗਰਾਹਾਂ ਨੇ ਚਿੱਪ ਵਾਲੇ ਮੀਟਰ ਪੁੱਟ ਸੁੱਟੇ। ਕਹਿੰਦੇ ਕਿੱਥੇ ਗਈ ਉਹ ਫ੍ਰੀ ਬਿਜਲੀ? ਚਿੱਪ ਵਾਲੇ ਮੀਟਰ ਲਾਤੇ, ਪਹਿਲਾਂ ਚਾਰਜ ਕਰਵਾਈਏ। 300 ਯੂਨਿਟ ਵਾਲਾ ਜਿਹੜਾ ਖੇਡਦੇ ਪਏ ਉਹ ਕਿੱਥੇ ਗਿਆ? ਫਿਰ ਜਿਹੜੇ ਕਿਸਾਨ ਸੰਯੁਕਤ ਜਥੇਬੰਦੀਆਂ ਵੈਸੇ ਬਿਲਕੁਲ ਸਤਰਕ ਰਹਿੰਦੀਆਂ ਹਰ ਚੀਜ਼ ਲਈ। ਕੋਈ ਜਿਹੜੀ ਗਲਤ ਹੁੰਦੀ ਆ ਉਹਦੇ 'ਚ ਇਹਨਾਂ ਦੇ ਨੇਤਾ ਨੇ, ਚਾਹੇ ਨੇਤਾ ਸਿਆਸਤ 'ਚ ਆ ਕੇ ਥੋੜ੍ਹਾ ਜਿਹਾ ਇਹਨਾਂ ਨੇ ਧੱਬਾ ਲੱਗਿਆ ਕਿ ਜਦੋਂ ਇਲੈਕਸ਼ਨ ਲੜੀ ਆ ਹਾਰ ਵੀ ਗਏ, ਪਰ ਫਿਰ ਵੀ ਨੇਤਾ ਤਾਂ ਨੇਤਾ, ਜੇ ਉਹ ਗੱਲ ਕਰਦੇ ਤਾਂ ਕਿਸਾਨੀ ਲਈ ਕਰਦੇ ਆ।
ਜੇ ਉਹ ਗੱਲ ਕਰਦੇ ਆ ਤੇ ਪਿੰਡਾਂ ਦੀ ਗੱਲ ਕਰਦੇ ਆ, ਲੋਕਾਂ ਦੀ ਗੱਲ ਕਰਦੇ ਆ, ਲੋੜਵੰਦਾਂ ਦੀ ਗੱਲ ਕਰਦੇ ਆ। ਆਹ ਜਿਹੜਾ ਵਿਸ਼ਾ ਤੁਸੀਂ ਕੀਤਾ ਡਿਸਕਸ, ਇਹ ਚਿਪ ਮੀਟਰ ਜਿਹੜੇ ਆ ਕਿਸਾਨਾਂ ਇਕੱਲਿਆਂ ਦੇ ਤੇ ਨਹੀਂ ਲੱਗਣੇ, ਸਾਰਿਆਂ ਦੇ ਲੱਗਣੇ ਸੀ। ਸਾਰਿਆਂ ਦੇ ਉਹਨੇ ਸਾਂਝੀ ਵਾਲਤਾ ਦੀ ਗੱਲ ਕੀਤੀ, ਸਾਰੇ ਲੋਕਾਂ ਦੀ ਗੱਲ ਕੀਤੀ ਵੀ ਚਿਪ ਲਾ ਦਿੱਤੇ, ਮੀਟਰ ਲਾਤੇ ਤੇ ਬੈਲੈਂਸ ਆ ਗਿਆ। ਜਿੱਦਾਂ ਮੋਬਾਈਲ 'ਚ ਪਾਉਂਦੇ ਆਪਾਂ, ਜਦੋਂ ਪੈਸੇ ਉਹਦੇ 'ਚ ਮੁੱਕ ਗਏ ਤੇ ਤੁਹਾਡੀ ਬਿਜਲੀ ਬੰਦ। ਜੇ ਤੁਸੀਂ ਉਹੀ ਵੇਖਦੇ ਰਹੋਗੇ ਵੀ ਹੁਣ ਕਿੰਨਾ ਬੈਲੈਂਸ ਰਹਿ ਗਿਆ ਤੇ ਕੀ ਕੁਛ ਹੈਗਾ, ਉਦੋਂ ਅਸੀਂ ਜਿਹੜੀ ਬਾਹਰ ਕਾਲ ਨਹੀਂ ਕਰਨੀ, ਜਿੱਦਾਂ ਮੋਬਾਈਲ 'ਤੇ ਕਰਦੇ ਹਾਂ। ਕਾਲ 'ਤੇ ਤਾਂ ਸਰ ਜੂਗਾ, ਲੈਂਡਲਾਈਨ 'ਤੇ ਕਰ ਲੋਗੇ ਜਾਂ ਕਿਸੇ ਤਰੀਕੇ ਦੂਜੇ ਦਾ ਮੰਗ ਲੋਗੇ। ਜਦੋਂ ਬੱਤੀ ਨਾ ਆਈ ਤਾਂ ਤੁਹਾਡਾ ਤਾਂ ਸਾਰਾ ਕੰਮ ਖਤਮ ਹੋ ਜਾਣਾ। ਹਨੇਰਾ ਆ ਗਿਆ, ਫਰਿੱਜ ਬੰਦ ਹੋ ਜਾਣੇ ਆ, ਆਟਾ ਖਰਾਬ ਹੋ ਜੂ, ਦਹੀਂ ਖਰਾਬ ਹੋ ਜੂ, ਦੁੱਧ ਖਰਾਬ ਹੋ ਜੂ, ਸਬਜ਼ੀ ਵੀ ਅੱਜ ਕੱਲ੍ਹ ਬੀਬੀਆਂ ਫਰਿੱਜ 'ਚ ਹੀ ਰੱਖਦੀਆਂ, ਉਹ ਖਰਾਬ ਹੋ ਜੂਗਾ, ਹੈ ਨਾ। ਸਾਰਾ ਖਾਣ ਪੀਣ ਦਾ ਸਮਾਨ ਤਾਂ ਗਿਆ ਨੁਕਸਾਨ ਦੇ ਨਾਲ, ਖਰਾਬ ਹੋ ਗਿਆ। ਔਰ ਇਹ ਕਿਸਾਨਾਂ ਨੇ ਗੱਲ ਕੀਤੀ ਹੈ ਕਿ ਚਿੱਪ ਵਾਲੇ ਮੀਟਰ ਨਾ ਲਾਓ, ਜੋ ਕੁਝ ਤੁਸੀਂ ਕਰ ਰਹੇ ਉਹ ਗਲਤ ਹੈ। ਉਹਨਾਂ ਨੇ ਮੀਟਰਾਂ ਨੂੰ ਉਹ ਪੁੱਟਿਆ ਵੀ ਆ, ਤੋੜਿਆ ਵੀ ਆ, ਭਜਾਇਆ ਵੀ ਆ। ਇਹਦੇ ਪਿੱਛੇ ਕੰਪਨੀਆਂ ਹੈਗੀਆਂ ਜਿਹੜੀਆਂ ਜਿਹਦੇ ਵਿੱਚੋਂ ਕਮਿਸ਼ਨ ਲੈ ਰਹੀ ਹੈ, ਪੰਜਾਬ ਗੌਰਮੈਂਟ, ਸੈਂਟਰਲ ਗੌਰਮੈਂਟ ਦਾ ਕਮਿਸ਼ਨ ਹੈਗਾ। ਔਰ ਉਹਦੇ 'ਚ ਤੰਗ ਇਹਨਾਂ ਨੂੰ ਕਰ ਰਹੇ ਪਿੰਡ ਦੇ ਲੋਕਾਂ ਨੂੰ। ਪਿੰਡ ਦੇ ਲੋਕਾਂ ਦੇ ਨਾਲ ਕਿਸਾਨ ਇਕੱਠੇ ਹੋ ਗਏ। ਹੁਣ ਇਹਨਾਂ ਨੇ ਬਹੁਤ ਅਬੋਹਰ ਵਾਲੇ ਪਾਸੇ ਫਰੀਦਕੋਟ ਔਰ ਦੂਜੇ ਪਾਸੇ ਇੱਧਰ ਬਟਾਲਾ, ਗੁਰਦਾਸਪੁਰ ਚੰਗਾ ਭਜਾਇਆ ਉਹਨਾਂ ਨੇ ਵੀ ਮੀਟਰ ਦੇ ਨਾਲ ਆਓ। ਉਹ ਵੀ ਵਿਚਾਰੇ ਜਿਹੜੇ ਬੰਦੇ ਆਉਂਦੇ ਆ ਉਹ ਵੀ ਕਰਮਚਾਰੀ ਆ, ਉਹਨਾਂ ਦਾ ਕੋਈ ਕਸੂਰ ਨਹੀਂ, ਆਰਡਰ ਹੋ ਜਾਂਦੇ ਆ, ਵੀ ਤਨਖਾਹ 'ਤੇ ਕੰਮ ਕਰਦੇ ਆ। ਪਰ ਇਹ ਆਪਸੀ ਜਿਹੜਾ ਧੱਕਾ ਮੁੱਕੀ ਆ, ਇਹ ਜਿਹੜਾ ਜ਼ਿਆਦਾ ਗਲਤ ਹੁੰਦਾ। ਕਈਆਂ ਦੇ ਸੱਟਾਂ ਵੀ ਲੱਗਦੀਆਂ ਜੇ ਉਹ ਨਹੀਂ ਮੰਨਦੇ ਤੇ ਮੀਟਰ ਉਹਨਾਂ ਪਟਾ ਦਿੱਤੇ ਆ। ਪਰ ਇਹ ਤੋਂ ਪਹਿਲਾਂ ਇੱਕ ਗੱਲ ਹੋਰ ਵੀ ਹੈਗੀ, ਜਿਹੜੀ ਪੰਜਾਬ ਗੌਰਮੈਂਟ ਨੇ ਬਿਜਲੀ ਸਸਤੀ ਵੀ ਕੀਤੀ ਸੀਗੀ ਔਰ ਬਿਜਲੀ ਫ੍ਰੀ ਵੀ ਕੀਤੀ ਹੈ। ਇਹ ਬਹੁਤ ਵੱਡਾ ਲੋਕਾਂ ਤੱਕ ਫਾਇਦਾ ਗਿਆ, ਲੋਕ ਇਸ ਤੋਂ ਖੁਸ਼ ਆ। ਔਰ ਇਹ 'ਤੇ ਜ਼ੀਰੋ ਬਿੱਲ ਆ ਰਿਹਾ, ਤਕਰੀਬਨ 95% ਤੱਕ ਲੋਕਾਂ ਦਾ ਜ਼ੀਰੋ ਬਿੱਲ ਆ ਗਿਆ। ਗਰੀਬ ਲੋਕ ਜਿਹੜੇ ਹੈਗੇ ਸੀ ਉਹ ਤਾਂ ਪਹਿਲਾਂ ਵੀ ਇਹ ਤੋਂ ਰਾਹਤ ਸੀ, ਉਹਨਾਂ ਨੂੰ ਰਾਹਤ ਸੀਗੀ। ਉਹਨਾਂ ਨੂੰ 200 ਯੂਨਿਟ ਤੱਕ ਹੈਗੀ ਸੀ, ਹੁਣ ਜਿਹੜੀ 300 ਹੋ ਗਈ ਆ। ਹੁਣ ਉਹਨਾਂ ਨੂੰ ਜਿਹੜੇ ਉੱਪਰਲੇ ਯੂਨਿਟ ਆ ਉਹਨਾਂ ਦਾ ਆਊਗਾ, ਜਿਹੜੇ ਜਨਰਲ ਕੈਟਾਗਰੀ ਦੇ ਉਹਨਾਂ ਨੂੰ ਜਿਹੜੇ ਉੱਪਰਲੇ ਯੂਨਿਟ ਆ, ਜੇ ਉੱਪਰ ਚਲੇ ਗਏ 300 ਤੋਂ ਫਿਰ ਸਾਰਾ ਦੇਣਾ ਪਊਗਾ। ਇੰਨਾ ਕੁ ਹੈਗਾ, ਕਿਉਂਕਿ ਚਲੋ ਇੰਨਾ ਕੁ ਅਫੋਰਡ ਕਰਦੇ ਆ। ਪਰ ਇਹ ਬਹੁਤ ਵੱਡਾ ਵਧੀਆ ਡਿਸੀਜਨ ਹੈਗਾ ਦਿੱਲੀ ਸਰਕਾਰ ਦਾ ਔਰ ਪੰਜਾਬ ਸਰਕਾਰ ਦਾ। ਅੱਜ ਤੱਕ ਕਿਸੇ ਵੀ ਸਰਕਾਰ ਨੇ ਇਹਦੇ ਵੱਲ ਨਹੀਂ ਧਿਆਨ ਦਿੱਤਾ। ਔਰ ਇਹਦੇ ਨਾਲ ਇਹਦਾ ਜ਼ਰੂਰੀ ਨਹੀਂ ਕਿ ਜਨਰਲ ਕੈਟਾਗਰੀ ਦੇ ਬਹੁਤ ਅਮੀਰ ਲੋਕ ਹੈਗੇ ਆ, ਉਹ ਵੀ ਵਿਚਾਰੇ 2 ਕਿੱਲੇ ਵਾਲਾ ਕਿੰਨਾ ਕੁ ਅਮੀਰ ਹੋਗਾ। ਫਿਰ ਉਹ ਵਿਚਾਰੇ ਉਹ ਸੁਸਾਈਡ ਕਰਦੇ ਆ ਪੈਸੇ ਤੋਂ, ਕਰਜ਼ੇ ਤੋਂ, ਹੈ ਨਾ, ਦੁੱਖ ਤੋਂ। ਇਸੇ ਤਰ੍ਹਾਂ ਗਰੀਬ ਲੋਕ ਤਾਂ ਦਿਹਾੜੀਦਾਰ ਆ, 500 ਰੁਪਏ ਨਾਲ ਵਿਚਾਰਾ ਕਰਦਾ, ਉਹ ਕਿੰਨਾ ਕੁ ਬਿੱਲ ਦੇ ਦੂਗਾ। ਇਹ ਚੀਜ਼ਾਂ ਨੂੰ ਮੱਦੇਨਜ਼ਰ ਰੱਖਿਆ ਇਹਨਾਂ ਨੇ। ਇਹ ਸਭ ਤੋਂ ਵੱਡੀ ਜ਼ਰੂਰਤ ਹੈਗੀ ਹੈ ਬਿਜਲੀ ਦੇ ਨਾਲ। ਫਿਰ ਆਟਾ ਦਾਣਾ ਜਿਹੜਾ ਉਹ ਵੀ ਸਸਤਾ ਦਿੱਤਾ ਲੋਕਾਂ ਨੂੰ। ਚਲੋ ਚਾਹੇ ਸੈਂਟਰ ਦੇ ਰਿਹਾ ਜਾਂ ਪੰਜਾਬ ਗੌਰਮੈਂਟ ਦੇ ਰਹੀ ਹੈ, ਜਿਹਨੂੰ ਰੋਟੀ ਮਿਲ ਗਈ, ਚਾਨਣ ਮਿਲ ਗਿਆ, ਹੈ ਨਾ, ਤਾਂ ਤਵਾ ਗਰਮ ਹੋ ਗਿਆ, ਉਹਦੇ ਲਈ ਹੋਰ ਕੀ ਚਾਹੀਦਾ ਹੈਗਾ। ਬੜੀ ਵੱਡੀ ਲੋਕਾਂ ਤੱਕ ਰਾਹਤ ਹੈ, ਬਹੁਤ ਵੱਡੀ ਹੌਸਲਾ ਅਫਜ਼ਾਈ ਲੋਕਾਂ ਦੀ। ਔਰ ਲੋਕ ਇਹ ਤੋਂ ਖੁਸ਼ ਆ, ਤਾਂ ਹੀ ਲੋਕ ਚੁੱਪ ਚਾਨ ਆ, ਕੋਈ ਰੌਲਾ ਨਹੀਂ ਪਾਉਂਦਾ। ਜਿਹਨੂੰ ਰੋਟੀ ਮਿਲ ਗਈ, ਚਾਨਣ ਮਿਲ ਗਿਆ ਰਾਤ ਨੂੰ, ਦੀਵਾ, ਇਹ ਦੀਵਾ ਹੀ ਹੈਗਾ। ਪਹਿਲਾਂ ਦੀਵੇ ਜਗਦੇ ਮਿੱਟੀ ਦੇ ਤੇਲ ਨਾਲ, ਬੱਤੀਆਂ ਵੱਟ ਕੇ। ਹੁਣ ਮੋਮਬੱਤੀ ਚਲਾਉਣ ਦੀ ਲੋੜ ਨਹੀਂ, ਠੀਕ ਹੈ ਨਾ। ਸਟਰੀਟ ਲਾਈਟ ਵੀ ਚੱਲਦੀ ਲੋਕਾਂ ਦੀ ਦਿਨ ਦਿਹਾੜੇ, ਤੇ ਚੋਰੀਆਂ ਵੀ ਘਟ ਗਈਆਂ, ਦਹਿਸ਼ਤਗਰਦੀ ਨਾਲ ਇਹ ਵੀ ਦੇਖਣਾ ਪੈਣਾ ਨਾ ਸਾਨੂੰ ਕਿ ਹੋਰ ਕਿਹੜੇ ਸੋਰਸ ਇਨਕਮ ਦੇ ਐਲੋਕੇਟ ਕੀਤੇ ਜਾਣ ਜੋ ਖਜ਼ਾਨੇ ਦੇ ਵਿੱਚ ਪੈਸਾ ਆਵੇ, ਕਿਉਂਕਿ ਇੱਧਰੋਂ ਪੈਸੇ ਨੂੰ ਕਾਫੀ ਜ਼ਿਆਦਾ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਜੋ ਪੈਸਾ ਬਿਜਲੀ ਬੋਰਡ ਨੂੰ ਮਿਲਣਾ ਸੀ ਉਹ ਨਹੀਂ ਮਿਲ ਪਾ ਰਿਹਾ। ਹੁਣ ਬਿਜਲੀ ਬੋਰਡ ਨੂੰ ਕਿਵੇਂ ਚੱਲਣਾ, ਤਨਖਾਹਾਂ ਕਿਵੇਂ ਦੇਣੀਆਂ, ਪੈਨਸ਼ਨਸ ਕਿਵੇਂ ਦੇਣੀਆਂ, ਇਹ ਵੀ ਸੋਚਣ ਵਾਲੀ ਗੱਲ ਹੈ। ਐਡ ਘੱਟ ਕਰ ਦੇਣ, ਕਈ ਸੋਰਸ ਹੈਗੇ ਜਿੱਥੇ ਹੈਲੀਕਾਪਟਰ ਰੋਜ਼ ਚੱਲਦੇ ਆ, ਉਹ ਘੱਟ ਕਰ ਦੇਣ। ਜੇ ਲੋਕਾਂ ਤੱਕ ਆਉਣਾ ਤਾਂ ਫਿਰ ਇਹਨਾਂ ਨੂੰ ਆਪਣੀਆਂ ਪਾਬੰਦੀਆਂ ਆਪਣੇ 'ਤੇ ਲਾਉਣੀਆਂ ਪੈਣੀਆਂ। ਜਦੋਂ ਬਜ਼ੁਰਗ ਘਰ ਦਾ ਜਦੋਂ ਚੌਧਰੀ ਹੁੰਦਾ ਨਾ, ਤਾਂ ਉਹ ਆਪਣੇ ਰੋਜ਼ ਦਿਹਾੜੀ ਪੱਗ ਪੋਚ ਕੇ ਨਹੀਂ ਬੰਦਾ, ਰੋਜ਼ ਕੱਪੜੇ ਪ੍ਰੈਸ ਨਹੀਂ ਕਰਦਾ, ਤੇ ਰੋਜ਼ ਬਾਹਰ ਜਾ ਕੇ ਹੋਟਲਾਂ 'ਤੇ ਚਾਹ ਨਹੀਂ ਪੀਂਦਾ, ਉਹਨੂੰ ਪਤਾ ਵੀ ਘਰ ਨੂੰ ਚਲਾਉਣਾ। ਇਸੇ ਤਰ੍ਹਾਂ ਇਹਨਾਂ ਨੂੰ ਵੀ ਚਾਹੀਦਾ ਕਿ ਲੋਕਾਂ ਦੀ ਜੇ ਦੇਖ ਰੇਖ ਕਰਨੀ ਆ ਤਾਂ ਆਪਣੇ 'ਤੇ ਘੱਟ ਲਾਉਣਾ ਜ਼ਰੂਰੀ ਹੈ। ਔਰ ਅਸੀਂ ਆਪਣੇ ਪਲੇਟਫਾਰਮ ਤੋਂ ਗੁਜ਼ਾਰਿਸ਼ ਕਰ ਰਹੇ ਹਾਂ ਬਲਕਾਰ ਜੀ ਦੀ ਗੱਲ ਜ਼ਰੂਰ ਜੇ ਸਰਕਾਰ ਤੱਕ ਪਹੁੰਚਦੀ ਹੈ, ਸਰਕਾਰ ਦੇ ਕੰਨਾਂ ਤੱਕ ਪਹੁੰਚਦੀ ਹੈ, ਕਿ ਆਪਣੇ ਉੱਤੇ ਕਿੱਦਾਂ ਤੁਸੀਂ ਕੱਟ ਲਗਾ ਸਕਦੇ ਹੋ, ਆਪਣੇ ਉੱਤੇ ਕਿੱਦਾਂ ਤੁਸੀਂ ਇੱਕ ਜਿਹਨਾਂ ਕਹਿੰਦੇ ਆ ਨਾ ਸੈਲਫ ਡਿਸਪਲਿਨ ਲਿਆ ਸਕਦੇ ਹੋ, ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਸਹੀ ਗੱਲ। ਸੋ ਇੱਕ ਹੋਰ ਘਟਨਾ ਵਾਪਰੀ ਹੈ ਜੰਮੂ ਐਂਡ ਕਸ਼ਮੀਰ ਦੇ ਵਿੱਚ। ਉੱਥੇ ਫਿਰ ਫੌਜੀਆਂ ਦੀ ਗੱਡੀ ਦੇ ਉੱਤੇ ਹਮਲਾ ਹੋਇਆ, ਸਾਡੇ 5 ਫੌਜੀ ਜਵਾਨ ਸ਼ਹੀਦ ਹੋ ਗਏ ਨੇ। ਇਹ ਬੜੀ ਹੁਣੇ ਖਬਰ ਆਈ ਹੈ ਰੀਸੈਂਟਲੀ, ਜਿਹੜਾ ਉਹਨਾਂ ਦਾ ਕਾਨਵਾਈ ਜਾ ਰਹੀ ਸੀ, ਇਹ ਹੈਗੀ ਸੀਗੀ ਨੈਸ਼ਨਲ ਡਿਫੈਂਸ ਰਾਈਫਲ। ਉਹਦੇ ਜਿਹੜੇ ਕਾਰਕੁਨ ਸੀ, ਜਿਹੜੇ ਫੌਜੀ ਜਵਾਨ ਜਾ ਰਹੇ ਸੀਗੇ, ਉਹ ਜਦੋਂ ਕਾਨਵਾਈ ਜਾ ਰਹੀ ਸੀ ਤੇ ਅੱਤਵਾਦੀ ਉਹ ਦਿਨ ਮੀਂਹ ਪੈ ਰਿਹਾ ਸੀ ਤੇ ਧੁੰਦ ਸੀਗੀ। ਪੁੰਛ ਦਾ ਏਰੀਆ ਇੱਦਾਂ ਦਾ ਹੈਗਾ, ਉਹਨਾਂ ਨੇ ਥੋੜ੍ਹੇ ਜਿਹਾ ਧੁੰਦਲਾ ਏਰੀਆ ਦਾ ਫਾਇਦਾ ਉਠਾਉਂਦੇ ਗੋਲੀਆਂ ਚਲਾਈਆਂ, ਉੱਥੇ ਗ੍ਰੇਨੇਡ ਚਲਾਏ ਆ ਔਰ 5 ਸ਼ਹੀਦ ਹੋ ਗਏ। ਉਹਨਾਂ 'ਚ ਇੱਕ ਮੁੰਡਾ ਮਨਦੀਪ ਸਿੰਘ ਪੰਜਾਬ ਦਾ, ਜਾਂ ਦੁਰਾਹੇ ਦੇ ਨਾਲ ਪਿੰਡ ਦਾ, ਉਹ ਪੰਜਾਬ ਦਾ ਵੀ ਸ਼ਹੀਦ ਹੋ ਗਿਆ। ਔਰ ਉਹਦੇ ਵਿੱਚ ਬਾਕੀ ਜਿਹੜੇ ਫੌਜੀ ਉਹਨਾਂ ਨੂੰ ਕੁਝਾਂ ਨੂੰ ਚੁੱਕ ਕੇ ਹਸਪੀਟਲ, ਜਿਹੜਾ ਮਿਲਟਰੀ ਹਸਪੀਟਲ ਖੜਿਆ, ਪਰ ਉੱਥੇ ਉਹਨਾਂ ਨੇ ਦਮ ਤੋੜ ਦਿੱਤਾ। ਔਰ ਇਹ ਜਿਹੜੀ ਕਾਨਵਾਈ ਜਾ ਰਹੀ ਸੀ, ਇਹ ਸਿਰਫ ਅੱਤਵਾਦੀਆਂ 'ਤੇ ਜਿਹੜਾ ਇੱਕ ਕੰਪੇਨ ਸੀ ਉਹਨਾਂ ਦੀ, ਉਹਨਾਂ ਨੂੰ ਰੋਕਣ ਲਈ ਜਾ ਰਹੀ ਸੀ।
ਕੋਈ ਸੂਚੀ ਪਤਾ ਨਹੀਂ ਕਿਸੇ ਨੇ ਸੂਚਨਾ ਦਿੱਤੀ ਕੀ ਕੁਝ ਹੋਇਆ, ਉਹ ਉਹਨਾਂ ਨੇ ਅੱਗੋਂ ਘੇਰ ਲਿਆ ਉਹਨਾਂ ਨੂੰ। ਇਹ ਜਿਹੜਾ ਹੈਗਾ ਪੁੰਛ ਦੇ ਨਾਲ ਦਾ ਏਰੀਆ ਸੀ, ਉਹਦੇ ਵਿੱਚ ਸੜਕ ਦੇ ਉੱਤੇ ਹੀ ਮਾਰਿਆ ਉਹਨਾਂ ਨੂੰ। ਪਹਿਲਾਂ ਪੁਲਵਾਮਾ ਵਾਲਾ ਏਰੀਆ ਵਿੱਚ ਵੀ ਇਸ ਤਰ੍ਹਾਂ ਦਾ ਹੋਇਆ, ਕਾਨਵਾਈ ਜਾਂਦੀ ਤੇ ਬੜਾ ਕੁਝ ਹੋਇਆ। ਇਹ ਵੀ ਇੱਕ ਕਾਨਵਾਈ ਜਾ ਰਹੀ ਸੀ। ਚਾਹੇ ਸਰਕਾਰ ਉੱਤੇ 370 ਆਰਟੀਕਲ ਲਾ ਦੇ, ਚਾਹੇ ਉਹਨੂੰ ਯੂਟੀ ਬਣਾ ਦੇ, ਕੁਝ ਹੋ ਜਾਏ, ਇੱਦਾਂ ਦੇ ਹਾਦਸੇ ਜਿਹੜੇ ਆ ਉਹਨਾਂ ਨੂੰ ਰੋਕਣਾ ਉਹਨਾਂ ਤੋਂ ਦੂਰ ਆ। ਉਸੇ ਤਰ੍ਹਾਂ ਦੇ ਹਾਦਸੇ ਇਹ ਪਾਕਿਸਤਾਨ ਦੇ ਅੱਤਵਾਦੀ ਜਾਂ ਕੋਈ ਉਹ ਨਹੀਂ ਆਏ, ਆਪਣੇ ਇੱਥੋਂ ਹੀ ਕੋਈ ਨਾ ਕੋਈ ਆ ਗਿਆ। ਹੁਣ ਇਹਨਾਂ ਨੇ ਤਬਦੀਸ਼ ਕਰਤੀ ਸ਼ੁਰੂ, ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਆ। ਅੱਤਵਾਦੀ ਕਿੱਥੇ ਫੜੇ ਜਾਂਦੇ, ਕਿਉਂਕਿ ਉਹ ਏਰੀਆ ਪਹਾੜੀ ਆ ਖੰਨਾ ਜੀ, ਉਹਦੇ 'ਚ ਪਹਾੜੀਆਂ 'ਚ ਲੁਕਣ ਦਾ ਇਹ ਜਿਹੜਾ ਬਹੁਤ ਹੈਗੀਆਂ ਥਾਵਾਂ, ਬੈਨੀਫਿਟ ਮਿਲ ਜਾਂਦਾ। ਇਹ ਮੈਦਾਨੀ ਏਰੀਆ ਪੰਜਾਬ 'ਚ ਤਾਂ ਇੱਕਦਮ ਕਿੱਥੇ ਕਮਾਦਾਂ ਜਾ ਵੜ ਜੂਗਾ, ਉੱਥੋਂ ਫੜੇ ਜਾਂਦੇ ਛੇਤੀ। ਪਹਾੜੀ ਏਰੀਆ 'ਚ ਇੱਧਰ ਉੱਧਰ ਚਲੇ ਜਾਂਦੇ ਆ। ਅਜੇ ਤੱਕ ਉਹਨਾਂ ਦਾ ਕੋਈ ਸੁਰ ਰਾਗ ਨਹੀਂ ਮਿਲਿਆ ਵੀ ਕਿੱਥੇ ਚਲੇ ਗਏ ਆ, ਔਰ ਉਹਨਾਂ ਦਾ ਖੁਰਾ ਖੋਜ ਨਹੀਂ ਮਿਲਿਆ, ਮਾਰ ਕੇ ਅਗਲੇ ਭੱਜ ਗਏ ਆ। ਇਹੀ ਹਾਦਸਾ ਪਹਿਲਾਂ ਬਠਿੰਡੇ ਹੋਇਆ ਸੀਗਾ, ਏਸ਼ੀਆ ਦੀ ਸਭ ਤੋਂ ਵੱਡੀ ਛਾਉਣੀ ਆ, ਉੱਥੇ ਵੀ ਮਾਰ ਦਿੱਤੇ ਸੀ। ਉਹ ਬੰਦਾ ਗਵਾਹ ਆਪੇ ਬਣਦਾ ਸੀਗਾ, ਦੇਸਾਈ ਕੁਛ ਉਹਦਾ ਨਾਂ, ਉਹਨੂੰ ਉਹਨਾਂ ਫੜ ਲਿਆ। ਹੁਣ ਉਹਦੋਂ ਬਾਅਦ ਹੋਰ ਅੱਗੇ ਲਕੂਨੇ ਮਿਲ ਰਹੇ ਆ। ਫੌਜੀਆਂ 'ਤੇ ਜੇ ਹਮਲੇ ਹੋਣ ਲੱਗ ਪਏ ਤਾਂ ਫਿਰ ਤੁਸੀਂ ਕੀ ਸਿਕਿਉਰਿਟੀ ਲਓਗੇ, ਕੀ ਸੁਰੱਖਿਆ ਭਾਲੋਗੇ ਉਸ ਦੇਸ਼ ਦੇ ਵਿੱਚ ਜਿੱਥੇ ਫੌਜੀ ਮਾਰਨੇ ਸ਼ੁਰੂ ਕਰੋਗੇ। ਜਦੋਂ ਫੌਜ 'ਤੇ ਹਮਲੇ ਸ਼ੁਰੂ ਹੋ ਗਏ ਤਾਂ ਕੁਝ ਵੀ ਨਹੀਂ ਬਚਿਆ। ਉਹਦੇ 'ਚ ਇਹ ਹੀ ਆ, ਸਭ ਤੋਂ ਜ਼ਿਆਦਾ ਪਾਵਰਫੁਲ ਜਿਹੜੀ ਹੁੰਦੀ ਹੈ ਸਿਕਿਉਰਿਟੀ ਆਰਮੀ ਹੁੰਦੀ ਹੈ। ਇੰਨੀ ਪਾਵਰਫੁਲ ਦੂਸਰੀ CRPF ਨਹੀਂ ਹੁੰਦੀ, BSF ਨਹੀਂ ਹੁੰਦੀ। ਉਹਦੇ 'ਚ ਜਿਹੜੀ ਪੰਜਾਬ ਪੁਲਿਸ ਜਾਂ ਪੁਲਿਸ ਜਿਹੜੀ ਆ ਲੋਕਲ, ਉਹ ਨਹੀਂ ਹੁੰਦੀਆਂ। ਇਹ ਪਾਵਰਫੁਲ ਇਹਨਾਂ ਕੋਲ ਹਥਿਆਰ ਬਹੁਤ ਮਾਰੂ ਹਥਿਆਰ ਹੁੰਦੇ, ਉਹਨਾਂ 'ਤੇ ਹਮਲਾ ਹੋ ਜਾਂਦਾ। ਜੀ ਅਸੀਂ ਇਹਨਾਂ ਫੌਜੀ ਜਵਾਨਾਂ ਨੂੰ, ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ, ਸੈਲਿਊਟ ਕਰਦੇ ਹਾਂ ਆਪਣੇ ਇਸ ਪਲੇਟਫਾਰਮ ਤੋਂ। ਪਰਮਾਤਮਾ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ, ਇਹ ਅਰਦਾਸ ਕਰਦੇ ਹਾਂ। ਸੋ ਇੱਕ ਆਖਰੀ ਮੁੱਦਾ ਜਾਂਦੇ ਜਾਂਦੇ, ਅੰਮ੍ਰਿਤਪਾਲ ਦੀ ਪਤਨੀ ਨੂੰ UK ਜਾਣ ਤੋਂ ਰੋਕਿਆ ਗਿਆ। ਹੁਣ ਇਸ ਵਕਤ ਉਹ ਪੁਲਿਸ ਦੇ ਹਿਰਾਸਤ ਵਿੱਚ ਨੇ ਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੇਰਾ ਖਿਆਲ ਪ੍ਰੋਗਰਾਮ ਦਾ ਟਾਈਮ ਹੋ ਗਿਆ, ਪਰ ਅਸੀਂ ਬੜਾ ਇਹਨੂੰ ਬਰੀਫ ਜਿਹਾ ਕਰਾਂਗੇ ਕਿ ਕੱਲ੍ਹ ਉਹਨਾਂ ਨੂੰ ਜਿਹੜਾ ਗੁਰੂ ਰਾਮਦਾਸ ਏਅਰਪੋਰਟ ਅੰਮ੍ਰਿਤਸਰ ਉੱਥੇ ਗਏ ਸੀਗੇ, ਉਹ ਉਹਨਾਂ ਦਾ ਪਿੰਡ ਜੱਲੂਪੁਰਾ ਰਈਏ ਦੇ ਨਾਲ, ਉੱਥੋਂ ਗਏ। ਉੱਥੋਂ 45 ਮਿੰਟ ਦਾ ਹੈਗਾ ਟਾਈਮ, 11:30 ਵਜੇ ਚੱਲੇ ਉੱਥੇ। ਜਦੋਂ ਫਲਾਈਟ 2:20 'ਤੇ ਸੀਗੀ, ਜਦੋਂ ਫਲਾਈਟ ਨੇ ਉੱਡਣਾ ਸੀ, ਉਦੋਂ ਪਹਿਲਾਂ ਇਮੀਗ੍ਰੇਸ਼ਨ ਵਾਲਿਆਂ ਨੇ ਇਨਕੁਆਇਰੀ ਕੀਤੀ। ਉਹ ਕਿਰਨਦੀਪ ਕੌਰ ਨਿਕਲੀ, ਅੰਮ੍ਰਿਤਪਾਲ ਦੀ ਵਾਈਫ, ਉਹਦੀ ਉਹਨਾਂ ਨੇ ਪੁੱਛ ਪੜਤਾਲ ਕੀਤੀ ਵੀ ਤੂੰ ਕਿਉਂ ਜਾ ਰਹੀ ਹੈ। ਬਰਮਿੰਗਮ ਲੈਂਡ ਕਰਨਾ ਸੀ, ਜਾਣਾ ਤਾਂ ਹੀਥਰੋ ਏਅਰਪੋਰਟ ਸੀ ਲੰਡਨ, ਪਰ ਉਦੋਂ ਬਾਅਦ ਬਰਮਿੰਗਮ ਜਾਣਾ ਸੀਗਾ। ਉਹ ਉੱਥੋਂ ਦੀ ਨਾਗਰਿਕ ਆ। ਉਹਨੇ ਕਹਿਤਾ ਮੈਂ ਤਾਂ ਇੰਗਲੈਂਡ ਦੀ ਨਾਗਰਿਕ ਹਾਂ, ਮੈਨੂੰ ਇੱਥੇ ਮਤਲਬ ਨਹੀਂ ਕੋਈ ਰਹਿਣ ਦਾ, ਜਾਂ ਮੇਰੇ 'ਤੇ ਕੋਈ ਇੱਦਾਂ ਦੇ ਨਹੀਂ। ਪਰ ਉਹਨਾਂ ਨੇ ਪੁੱਛ ਪੜਤਾਲ ਕੀਤੀ ਕਿ ਅੰਮ੍ਰਿਤਪਾਲ ਜਿਹੜਾ ਦਾ ਤੂੰ ਉਹਨਾਂ ਦੀ ਵਾਈਫ ਆ, ਤੁਹਾਨੂੰ ਪਤਾ ਹੋਏਗਾ ਕਿੱਥੇ ਹੈਗਾ। ਪੰਜਾਬ ਪੁਲਿਸ ਵੀ ਗਈ, ਉਹਦੇ ਵਿੱਚ ਪੰਜਾਬ ਪੁਲਿਸ ਦਾ ਇਨਵੋਲਵ ਰਲ ਕੇ ਕੀਤਾ ਨਾ ਸਾਰਾ, ਔਰ 2-2.5 ਘੰਟੇ ਉਹਦੇ ਨਾਲ ਪੁੱਛ ਪੜਤਾਲ ਰਹੀ। ਉਹਦਾ ਚਾਚਾ ਨਾਲ ਸੀ ਅੰਮ੍ਰਿਤਪਾਲ ਦਾ। ਉਹਨਾਂ ਕਹਿਤਾ ਕਿ ਜੇ ਸਾਨੂੰ ਇਹ ਪਤਾ ਹੁੰਦਾ ਕਿ ਇਹਨਾਂ ਨੇ ਇਹ ਕਰਨਾ ਹੈਗਾ ਤਾਂ ਅਸੀਂ ਸ਼ਾਇਦ ਇਹ ਕੈਂਸਲ ਕਰਵਾ ਦਿੰਦੇ, ਪਰ ਇੱਕ ਨਾ ਇੱਕ ਦਿਨ ਤਾਂ ਬੰਦਾ ਇਹਨਾਂ ਨੂੰ ਭੇਜਣਾ ਹੀ ਆ। ਉਹਨਾਂ ਦਾ ਸਾਰਾ ਕੁਝ ਉੱਥੇ ਆ, ਉਹਨਾਂ ਦੇ ਮਾਪੇ ਉੱਥੇ ਆ। ਪਰ ਇਹ ਉਹਨਾਂ ਦਾ ਆਇਆ, ਇਹਦਾ ਆਨੰਦ ਕਾਰਜ ਉਸੇ ਪਿੰਡ 'ਚ ਹੋਇਆ ਸੀ। ਇਹਦਾ ਵਿਆਹ ਜਲੂਪੁਰ ਖੈੜਾ 'ਚ ਹੋਇਆ, ਜਾ ਕੇ ਉਸੇ ਪਿੰਡ ਦੇ ਵਿੱਚ ਹੀ। ਔਰ ਉਹ ਕਦੋਂ ਆਇਆ? ਫਰਵਰੀ ਦੇ ਵਿੱਚ ਹੀ, ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਅਜੇ ਤੱਕ। ਉਹ ਤੋਂ ਬਾਅਦ ਇਹ ਵਾਰਿਸ ਪੰਜਾਬ ਅੰਮ੍ਰਿਤਪਾਲ ਸਿੰਘ 'ਤੇ ਰੌਲਾ ਪੈ ਗਿਆ। ਉਹ ਇੱਥੋਂ ਚਲੇ ਗਏ, ਉਹਨਾਂ ਨੂੰ ਭਗੌੜਾ ਕਰਾਰ ਦਿੱਤਾ, ਉਹਨਾਂ 'ਤੇ ਸਿਕਿਉਰਿਟੀ ਐਕਟ ਲਾ ਦਿੱਤਾ। ਔਰ ਸਾਰਾ ਕੁਝ ਹੋਣ ਦੇ ਬਾਅਦ ਇਹ ਮਾਮਲਾ ਅਜੇ ਕਿਸੇ ਵੀ ਸਿੱਟੇ 'ਤੇ ਨਹੀਂ ਪਹੁੰਚਿਆ, ਪਰ ਉਹ ਕੁੜੀ ਵਾਪਸ ਆਪਣੇ ਸਹੁਰੇ ਪਿੰਡ ਜਲੂਪੁਰ ਖੈੜਾ ਆ ਗਈ। ਚਲੋ ਹੁਣ ਸਮਾਂ ਸਾਨੂੰ ਇਹ ਸੰਕੇਤ ਕਰ ਰਿਹਾ ਕਿ ਅਸੀਂ ਚਾਲੇ ਪਾਈਏ। ਨਹੀਂ, ਬਹੁਤ ਇਸ਼ੂ ਜਿਹੜੇ ਸਾਰੇ ਡਿਸਕਸ ਹੋ ਗਏ ਆ, ਜੋ ਕੁਛ ਆਪਾਂ ਚਾਹੁੰਦੇ ਸੀ ਇਸ ਪ੍ਰੋਗਰਾਮ 'ਚ ਆਪਾਂ ਸਾਰਾ ਇਨਵੋਲਵ ਕਰ ਲਿਆ। ਬਿਲਕੁਲ, ਜੋ ਮੋਟੀਆਂ ਸਾਰੀਆਂ ਗੱਲਾਂ ਸੀ, ਸਾਰੇ ਮੇਨ ਮੁੱਦੇ ਸੀ, ਸਾਰੇ ਆਪਾਂ ਲੈ ਲਏ ਨੇ। ਸੋ ਆਪਣੇ ਦਰਸ਼ਕਾਂ ਨੂੰ ਅਸੀਂ ਗੁਜ਼ਾਰਿਸ਼ ਕਰਦੇ ਹਾਂ, ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮਿਲ USA TV ਸਬਸਕ੍ਰਾਈਬ ਕਰੋ। ਚਲਿਏ ਬਲਕਾਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ।